ਅਸੀਂ ਸਵਾਗਤ ਕਰਦੇ ਹਾਂ ਜੀ ਆਪਣੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਅੱਜ ਦੇ ਪੱਖ ਦੇ ਮਸਲੇ ਪ੍ਰੋਗਰਾਮ ਦੇ ਵਿੱਚ। ਵਿਦੇਸ਼ਾਂ ਦੇ ਵਿੱਚ ਆਉਂਦੇ ਹਾਂ ਕੋਈ ਨਾ ਕੋਈ ਅਸੀਂ ਅੱਛੀ ਜ਼ਿੰਦਗੀ ਮਾਣਨ ਵਾਸਤੇ ਸੁਪਨਾ ਲੈ ਕੇ ਤੇ ਆਪਣੇ ਜੀਵਨ ਨੂੰ ਬਿਹਤਰ ਕਰਨਾ ਚਾਹੁੰਦੇ ਹਾਂ। ਆਪਣੇ ਜੀਵਨ ਨੂੰ ਬਿਹਤਰ ਕਰਨ ਦੇ ਨਾਲ ਨਾਲ ਅਸੀਂ ਆਪਣੇ ਪਰਿਵਾਰ ਨੂੰ ਵੀ ਸਥਾਪਿਤ ਕਰਨਾ ਚਾਹੁੰਦੇ ਹਾਂ, ਉਹਨਾਂ ਨੂੰ ਵੀ ਸੁੱਖ ਦੇਣਾ ਚਾਹੁੰਦੇ ਹਾਂ। ਆਪਣੀ ਦੇਸ਼ ਕੌਮ ਦਾ, ਆਪਣੇ ਨਗਰ ਦਾ, ਜਿੱਥੋਂ ਪੈਦਾ ਹੋ ਕੇ ਵੱਡੇ ਹੋ ਕੇ ਅਸੀਂ ਆਏ ਹੁੰਦੇ ਹਾਂ, ਉਸ ਦਾ ਨਾਂ ਵੀ ਅਸੀਂ ਚਮਕਾਉਣਾ ਚਾਹੁੰਦੇ ਹਾਂ। बड़े सारे सुपने संजो के जदों असी पहुँचते हैं विदेश की धरती पर, लेकिन के देखते हैं कि फिर सारिਆਂ ਦੇ ਉਹ ਸੁਪਨੇ ਪੂਰੇ ਨਹੀਂ ਹੁੰਦੇ। ਕਈਆਂ ਦੇ ਜਿਨ੍ਹਾਂ ਦੇ ਨਹੀਂ ਹੁੰਦੇ ਜਾਂ ਹੋਰ ਵੀ ਜ਼ਿਆਦਾ ਮੰਦੇ ਭਾਗ ਹੁੰਦੇ ਨੇ, ਤੇ ਫਿਰ ਆਪਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਅੱਡੀਆਂ ਰਗੜਦੇ ਦੇਖਦੇ ਹਾਂ। ਸੰਸਾਰ ਭਰ ਦੇ ਵਿੱਚ ਜਾ ਕੇ ਮੈਂ ਤਾਂ ਇਹੀ ਦੇਖਿਆ ਜੀ, ਵੱਖ-ਵੱਖ ਮੁਲਕਾਂ ਦੇ ਵਿੱਚ ਤੇ ਕੋਈ ਜੇਲ੍ਹ ਅਜਿਹੀ ਮਿਲੀ ਨਹੀਂ ਜਿੱਥੇ ਕਿ ਪੰਜਾਬੀ ਭਾਰਤੀ ਸਾਡੇ ਮੁਲਕ ਦੇ ਲੋਕ ਹੈ ਜੀ ਅੱਛੇ ਜੀਵਨ ਦਾ ਸੁਪਨਾ ਲੈ ਕੇ ਗਏ ਸੀ, ਤੇ ਪਰ ਉੱਥੇ ਉਹ ਕੈਦ ਨਾ ਹੋ ਗਏ ਹੁਣ ਜਾ ਕੇ ਕਿਸੇ ਨਾ ਕਿਸੇ ਜ਼ੁਰਮ ਦੇ ਤਹਿਤ। ਸੋ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿ ਕਿਉਂ ਹੁੰਦਾ ਅਜਿਹਾ ਕਿ ਅਸੀਂ ਆਉਂਦੇ ਹਾਂ ਬੜੀ ਕੋਸ਼ਿਸ਼ ਦੇ ਨਾਲ, ਬੜੀ ਮੁਸ਼ੱਕਤ ਦੇ ਨਾਲ। ਕਈ ਵਾਰ ਤਾਂ ਅਸੀਂ ਆਂਢ ਗੁਆਂਢ ਵੀ ਪਤਾ ਨਹੀਂ ਲੱਗਣ ਦਿੰਦੇ ਕਿ ਅਸੀਂ ਵਿਦੇਸ਼ ਨੂੰ ਜਾਣਾ ਜਾਂ ਸਾਡਾ ਕੰਮ ਬਣ ਗਿਆ, ਕਿ ਕਿਤੇ ਸਾਡਾ ਕੋਈ ਕੰਮ ਖਰਾਬ ਹੀ ਨਾ ਕਰ ਦੇਵੇ ਕਿ ਪਹੁੰਚ ਕੇ ਹੀ ਫੋਨ ਕਰਾਂਗੇ। ਸੋ ਇੰਨਾ ਜ਼ਿਆਦਾ ਉਤਸ਼ਾਹ ਹੁੰਦਾ ਹੈ, ਕਿੱਥੇ ਉੱਡ ਪੁੱਡ ਜਾਂਦਾ ਉਹ ਉਤਸ਼ਾਹ ਆਪਣੀ ਮਨਪਸੰਦ ਦੀ ਧਰਤੀ 'ਤੇ ਪਹੁੰਚਣ ਤੋਂ ਬਾਅਦ। ਇਸ ਸਿਲਸਿਲੇ ਦੇ ਵਿੱਚ ਕਾਫੀ ਸਾਲਾਂ ਤੋਂ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਕੰਮ ਕਰ ਚੁੱਕੇ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਸਰਦਾਰ SP ਸਿੰਘ ਓਬਰਾਏ ਸ਼ਾਮਲ ਹਨ, ਜਿਨ੍ਹਾਂ ਦਾ ਨਾਂ ਬੀਤੇ ਦਿਨਾਂ ਦੇ ਦੌਰਾਨ ਦੁਨੀਆ ਭਰ ਦੇ ਵਿੱਚ ਗਿਆ, ਕਿਉਂਕਿ UAE ਦੇ ਵਿੱਚ ਇਹਨਾਂ ਨੇ ਕੁਝ ਅਜਿਹਾ ਕਾਰਨਾਮਾ ਕਰ ਦਿਖਾਇਆ ਕਿ 17 ਭਾਰਤੀ ਜਿਹੜੇ ਕਿ ਬਲਦੀ ਦੇ ਜੀ ਬੂਥੇ ਆਏ ਹੋਏ ਸੀਗੇ, ਇੱਕ ਤਰੀਕੇ ਦੇ ਨਾਲ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸੀ, ਉਹਨਾਂ ਨੂੰ ਇਹਨਾਂ ਨੇ ਬਚਾ ਕੇ ਆਪੋ ਆਪਣੇ ਘਰੀਂ ਪਹੁੰਚਾਇਆ ਤੇ ਦੁਨੀਆ ਭਰ ਦੇ ਵਿੱਚ ਇਹਨਾਂ ਨੇ ਨਾਮਣਾ ਖੱਟਿਆ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਕਾਫੀ ਤਾਦਾਦ ਦੇ ਵਿੱਚ ਵੱਖ-ਵੱਖ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਜਾ ਕੇ ਦੇਖਿਆ ਕਿ ਸਾਡੇ ਲੋਕ ਕੈਦ ਹਨ ਤੇ ਕਿਉਂ ਅਜਿਹੇ ਹਾਲਾਤ ਬਣਦੇ ਨੇ। ਅਸੀਂ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ, ਲੇਕਿਨ ਕਿ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਕਰਦੇ ਹਾਂ SP ਸਿੰਘ ਓਬਰਾਏ ਜੀ। ਸਵਾਗਤ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ। ਇਹ ਤੇ ਹਨ ਸਰਦਾਰ SP ਸਿੰਘ ਓਬਰਾਏ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਹਨਾਂ ਦੇ ਨਾਲ ਹੀ ਇੱਥੇ ਕੈਨੇਡਾ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਹਾਂਜੀ ਪੰਜਾਬੀਆਂ ਦਾ, ਸਿੱਖਾਂ ਦਾ, ਇੱਥੋਂ ਦੀ ਰਾਜਨੀਤੀ ਦੇ ਵਿੱਚ ਹੀ ਨਹੀਂ ਤਕਰੀਬਨ ਹੋਰ ਕਈ ਸਾਰੇ ਖੇਤਰਾਂ ਦੇ ਵਿੱਚ ਨਾਂ ਉੱਚਾ ਕਰ ਚੁੱਕੇ ਬ੍ਰੈਮਲੀ ਕੋਰ ਮਾਲਟਨ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸਰਦਾਰ ਗੁਰਬਖਸ਼ ਸਿੰਘ ਜੀ ਮੱਲੀ, ਉਹ ਵੀ ਪ੍ਰੋਗਰਾਮ 'ਚ ਹਨ। ਸਵਾਗਤ ਹੈ ਜੀ ਤੁਹਾਡਾ ਮੱਲੀ ਸਾਹਿਬ। ਥੈਂਕ ਯੂ। ਬਹੁਤ ਮਿਹਰਬਾਨੀ। ਸੋ ਅਸੀਂ ਇਹਨਾਂ ਦੋਨਾਂ ਹੀ ਸ਼ਖਸੀਅਤਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਰੱਖਾਂਗੇ ਤੇ ਤੁਹਾਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ SP ਸਿੰਘ ਓਬਰਾਏ ਹੋਣਾ ਦੇ ਨਾਲ ਖਾਸ ਤੌਰ 'ਤੇ ਤੁਸੀਂ ਜੋ ਵੀ ਆਪਣੇ ਮਨ ਦੇ ਹਾਵ ਭਾਵ ਨੇ ਉਹ ਪ੍ਰਗਟ ਕਰੋਗੇ। ਇਹਨਾਂ ਦੇ ਪ੍ਰਤੀ ਕੋਈ ਤੁਹਾਡਾ ਸਵਾਲ ਹੋਵੇ, ਕਿਉਂਕਿ ਕਾਫੀ ਸਾਰੀਆਂ ਅਜਿਹੀਆਂ ਸੰਸਥਾਵਾਂ ਇਹ ਚਲਾ ਰਹੇ ਨੇ ਜਿਨ੍ਹਾਂ ਸੰਸਥਾਵਾਂ ਨੇ ਮਨੁੱਖਤਾ ਨੂੰ ਹਾਂਜੀ ਅਰਪਿਤ ਹੋ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਸੇਵਾਵਾਂ ਦੇਣ ਦਾ ਤਹਈਆ ਲਿਆ ਹੋਇਆ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਇਹਨਾਂ ਦੀਆਂ ਜੋ ਸੰਸਥਾਵਾਂ ਹਨ ਸਰਗਰਮ ਨੇ, ਤੇ ਸਿੱਖ ਇਤਿਹਾਸ ਨੂੰ ਬਚਾਉਣ ਲਈ, ਸਿੱਖ ਧਰਮ ਦੇ ਹਿੱਤ ਵਿੱਚ ਤੇ ਪੰਜਾਬੀਆਂ ਦਾ ਸ਼ਾਨਾ ਮੱਤਾ ਇਤਿਹਾਸ ਉਸ ਨੂੰ ਇੱਕ ਤਰੀਕੇ ਦੇ ਨਾਲ ਬਰਕਰਾਰ ਰੱਖਣ ਦੇ ਲਈ ਤੇ ਪੰਜਾਬੀਆਂ ਦੀ ਸ਼ਾਨ ਵੱਖਰੀ ਬਣਾਈ ਰੱਖਣ ਦੇ ਲਈ SP ਸਿੰਘ ਓਬਰਾਏ ਕਿਸ ਤਰੀਕੇ ਦੇ ਨਾਲ ਹਨ ਸਰਗਰਮ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਅਸੀਂ ਇਹਨਾਂ ਦੇ ਕੋਲੋਂ ਇੱਕ ਕਿੱਸਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਜਿਹਦੇ ਕਰਕੇ ਕਿ ਹਾਂਜੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਏ 17 ਭਾਰਤੀਆਂ ਵਾਲਾ। ਦੱਸੋ ਜੀ ਥੋੜ੍ਹਾ ਜਿਹਾ ਇਹ ਕਿੱਸਾ। 17 ਭਾਰਤੀਆਂ ਦਾ ਜਿਹੜਾ ਕੇਸ ਹੈ ਜੀ, 29 ਮਾਰਚ 2010 ਨੂੰ ਜੀ ਨਿਊਜ਼ਪੇਪਰ 'ਤੇ ਫਰੰਟ ਪੇਜ ਦੀ ਨਿਊਜ਼ ਸੀ ਕਿ ਇੱਕ ਪਾਕਿਸਤਾਨੀ ਨਾਗਰਿਕ ਮਿਸ਼ਰੀ ਖਾਨ ਦੇ ਕਤਲ ਦੇ ਕੇਸ ਵਿੱਚ 17 ਭਾਰਤੀਆਂ ਨੂੰ ਫਾਂਸੀ ਸਜ਼ਾ ਸੁਣਾ ਦਿੱਤੀ ਗਈ ਹੈ ਜੀ। ਜਿਸ ਜਿਸ ਤਰ੍ਹਾਂ ਹੀ ਇਹ ਖਬਰ ਅਖਬਾਰ 'ਚ ਆਈ, ਟੀਵੀਆਂ 'ਤੇ ਆਈ, ਸਾਰਿਆਂ ਪਾਸੇ ਇੱਕਦਮ ਪੂਰੇ ਵਰਲਡ ਵਿੱਚ ਫੈਲ ਗਈ ਗੱਲ ਇਹ। ਮੈਨੂੰ ਵੀ ਜਿਸ ਵੇਲੇ ਮੈਂ ਨਿਊਜ਼ ਪੜ੍ਹੀ ਤੇ ਇੱਕ ਹਫ਼ਤਾ ਪਹਿਲਾਂ ਸੋਚਦੇ ਰਹੇ ਆਪਾਂ, ਕਿਉਂਕਿ ਇਹ ਗੱਲ ਹਜਮ ਨਹੀਂ ਸੀ ਹੋ ਰਹੀ ਮੈਨੂੰ। ਅੱਛਾ ਜੀ। ਫਿਰ ਮੈਂ ਸਪੈਸ਼ਲ ਪਰਮਿਸ਼ਨ ਲੈ ਕੇ ਉੱਥੋਂ ਗਵਰਨਮੈਂਟ ਤੋਂ ਤੇ ਇਹਨਾਂ ਬੱਚਿਆਂ ਨੂੰ ਮਿਲਣ ਗਿਆ ਜੇਲ੍ਹ ਦੇ ਵਿੱਚ ਮੈਂ। ਅੱਛਾ ਜੀ। 17 ਬੱਚੇ ਮੈਨੂੰ ਮਿਲੇ, ਉਹਨਾਂ ਦੀ ਫਿਰ ਪੂਰੀ ਸਟੋਰੀ ਸੁਣੀ ਕੀ ਹੋਇਆ, ਕਿਸੇ ਕਿੱਥੋਂ। ਮੈਂ ਉਹਨਾਂ ਨੂੰ ਕਿਹਾ ਵੀ ਜੇ ਮੈਂ ਤਾਂ ਹੀ ਤੁਹਾਡਾ ਹੱਲ ਕਰ ਸਕਦਾ ਅਗਰ ਮੈਨੂੰ ਸਾਰੀ ਗੱਲ ਅਸਲੀਅਤ ਦੱਸੀ ਜਾਏਗੀ ਤਾਂ। ਉਹਨਾਂ ਬੱਚਿਆਂ ਨੂੰ ਸੁਣਨ ਤੋਂ ਬਾਅਦ ਮੇਰੇ ਕੁਛ ਮਨ 'ਚ ਆਏ ਕਿ ਨਹੀਂ, ਇਹਨਾਂ 'ਚ ਬੱਚੇ ਇਨੋਸੈਂਟ ਵੀ ਹੈਗੇ ਆ, ਸੋ ਇਹਨਾਂ ਦੀ ਹੈਲਪ ਕੀਤੀ ਜਾਵੇ। ਠੀਕ ਹੈ। ਫਿਰ ਮੈਂ ਉੱਥੋਂ ਨਿਕਲ ਕੇ ਫਿਰ ਮੈਂ ਇੰਡੀਆ ਗਿਆ, ਇਹਨਾਂ ਦੇ ਪੇਰੈਂਟਸ ਨੂੰ ਮਿਲਿਆ, ਇਹਨਾਂ ਦੇ ਘਰ ਜਾ ਕੇ ਦੇਖੇ ਤੇ ਉਹਨਾਂ ਦੀ ਹਾਲਤ ਦੇਖ ਕੇ ਤੇ ਵਾਕਈ 100% ਮੈਂ ਆਪਣਾ ਮਾਈਂਡ ਬਣਾ ਲਿਆ ਕਿ ਨਹੀਂ, ਹੁਣ ਆਪਾਂ ਇਹਨਾਂ ਦੀ ਹੈਲਪ ਕਰਾਂਗੇ, ਇਹਨਾਂ ਦੇ ਕੇਸ ਲੜਾਂਗੇ। ਅੱਛਾ ਜੀ। ਇਨ ਦੀ ਮੀਨ ਟਾਈਮ ਜਿਹੜੇ ਸਰਕਾਰ ਦੇ ਵਿੱਚ ਵੀ ਸਾਰੀ ਗੱਲਬਾਤ ਹੋ ਗਈ ਤੇ ਇਹਨਾਂ ਦੇ ਕੇਸ ਲੜਨ ਲਈ 5 ਵਕੀਲ ਜਿਹੜੇ ਉਹ ਸੈਂਟਰਲ ਗਵਰਨਮੈਂਟ ਨੇ ਅਪੁਆਇੰਟ ਕੀਤੇ ਉੱਥੋਂ ਦੇ ਥਰੂ ਇੰਡੀਅਨ ਕੌਂਸੂਲੇਟ। ਤੇ ਅਸੀਂ ਤਕਰੀਬਨ 17 ਪੇਸ਼ੀਆਂ ਜਿਹੜੀਆਂ ਇਹਨਾਂ ਦੀਆਂ ਹਰ ਮਹੀਨੇ ਇੱਕ ਪੇਸ਼ੀ ਹੁੰਦੀ ਸੀ, ਅਸੀਂ ਉਹ ਸਾਰੀਆਂ ਪੇਸ਼ੀਆਂ ਇੰਡੀਅਨ ਕੌਂਸੂਲੇਟ ਦੇ ਨਾਲ ਇਹ ਸਾਰੀਆਂ ਭੁਗਤੀਆਂ ਆਪਾਂ ਉੱਥੇ ਜਾ ਕੇ। ਜੇਲ੍ਹਾਂ ਵਿੱਚ ਤਕਰੀਬਨ ਹਰ ਹਫ਼ਤੇ ਬੁੱਧਵਾਰ ਵਾਲੇ ਦਿਨ ਮੈਂ ਇਹਨਾਂ ਨੂੰ ਮਿਲਣ ਜਾਂਦਾ ਸੀ।
ਸਗੋਂ ਇੱਥੇ ਵੀ ਇੰਨਾ ਵੀ ਹੋਇਆ ਕਿ ਇਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਨੂੰ ਮੈਂ ਆਪਣੇ ਖਰਚੇ ਤੇ ਵੀਜ਼ੇ ਦੇ ਕੇ ਉਹਨਾਂ ਨੂੰ ਟਿਕਟਾਂ ਦੇ ਕੇ ਸਾਰੀਆਂ ਤੇ ਅਕੋਮੋਡੇਸ਼ਨ ਦੇ ਕੇ ਦੁਬਈ 'ਚ ਉਹਨਾਂ ਸਾਰਿਆਂ ਨੂੰ ਮੈਂ ਲੈ ਕੇ ਆਇਆ 18 ਫੈਮਲੀ ਨੂੰ ਲੈ ਕੇ ਆਇਆ ਔਰ ਉਹਨਾਂ ਨੂੰ ਮੈਂ ਇਹਨਾਂ ਬੱਚਿਆਂ ਨਾਲ ਮਿਲਾਇਆ ਕੋਰਟ 'ਚ ਵੀ ਲੈ ਕੇ ਗਿਆ। ਹੁਣ ਜਦੋਂ ਹੀਅਰਿੰਗ ਸੀ ਮੈਂ ਇਹਨਾਂ ਦੇ ਪੇਰੈਂਟਸ ਸਾਰੇ ਬਿਠਾਏ ਸੀ ਕੋਰਟ ਦੇ ਵਿੱਚ। ਮੈਂ ਕਿਹਾ ਦੇਖੋ ਤੁਹਾਡੇ ਬੱਚਿਆਂ ਦੀ ਹੁਣ ਜਿਹੜੀ ਹੀਅਰਿੰਗ ਚੱਲ ਰਹੀ ਹੈ। ਇਸ ਤੋਂ ਬਾਅਦ ਜੇਲ੍ਹ 'ਚ ਜਾ ਕੇ ਪੂਰੀ ਤਸੱਲੀ ਨਾਲ ਇਹਨੂੰ ਮਿਲਾਇਆ ਲੇਕਿਨ ਹੌਸਲਾ ਦਵਾਇਆ ਕਿ ਆਪਾਂ ਤੁਹਾਨੂੰ ਬੱਚਿਆਂ ਨੂੰ ਲੈ ਕੇ ਆਵਾਂਗੇ। ਫਿਰ ਉਹ ਕੇਸ ਜਿੱਦੇ ਆਪਾਂ ਗੱਲ ਚੱਲੀ ਸਿਰਫ ਬਲੱਡ ਮਨੀ ਤੇ ਗੱਲ ਆ ਗਈ ਸੀ। ਅੱਛਾ ਜੀ। ਕਿਉਂਕਿ ਹੋਰ ਕੋਈ ਰਸਤਾ ਹੀ ਨਹੀਂ ਸੀਗਾ ਕਿ ਅਸੀਂ ਇਹਨਾਂ ਬੱਚਿਆਂ ਨੂੰ ਛੁਡਾ ਸਕਦੇ ਹਾਂ। ਇਹੀ ਇੱਕ ਰਸਤਾ ਸੀ ਜਿਹੜਾ ਕਿ ਐਜ਼ ਪਰ ਸ਼ਰੀਅਤ ਲਾਅ ਜਿਹੜਾ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਕਿ ਅਗਰ ਅਸੀਂ ਦੋਨਾਂ ਧਿਰਾਂ ਨੂੰ ਮੀਨਸ ਮਰਨ ਵਾਲੀਆਂ ਦੋਨੋਂ ਫੈਮਲੀਆਂ ਨੂੰ ਆਪਾਂ ਗੱਲਬਾਤ ਕਰਕੇ ਆਪਸ ਕੰਪਰੋਮਾਈਜ਼ ਕਰ ਲੈਂਦੇ ਹਾਂ। ਜਦੋਂ ਬੰਦਾ ਮਰਿਆ ਉਹਨੂੰ ਅਸੀਂ ਜ਼ਿਆਦਾ ਪੈਸੇ ਦੇ ਕੇ ਜਾਂ ਫਿਰ ਉਹਨੂੰ ਅਸੀਂ ਮਾਫੀ ਮੰਗ ਕੇ ਪੈਰ ਘੁੱਟ ਕੇ ਉਹਨੂੰ ਕਹੀਏ ਵੀ ਚਲੋ ਤੁਹਾਡਾ ਜੋ ਹੋਣਾ ਸੀ ਦੁੱਖ ਤੁਸੀਂ ਚੱਲ ਚੁੱਕੇ ਹੋ, ਹੁਣ ਤੁਹਾਡੇ ਇੱਕ ਬੱਚੇ ਪਿੱਛੇ ਹੁਣ ਜਿਹੜੇ ਬਾਕੀ 17 ਫੈਮਲੀਆਂ ਉਹ ਕਿਉਂ ਰੋਣ। ਤੁਹਾਨੂੰ ਬੱਚਿਆਂ ਨੂੰ ਮਿਲਣ ਕੇ ਕੀ ਲੱਗਾ ਸੀਗਾ ਕਿ ਉਹ ਨਿਰਦੋਸ਼ ਨੇ ਕਿ ਜਾਂ ਲੜਾਈ 'ਚ ਸ਼ਾਮਲ ਸਨ ਜਾਂ ਕੀ ਲੱਗਿਆ ਤੁਹਾਨੂੰ? ਦੇਖੋ ਲੜਾਈ 'ਚ ਇਸ ਤਰ੍ਹਾਂ ਸੀ ਕਿ ਇਸ ਕੇਸ 'ਚ ਤਕਰੀਬਨ 150 ਬੰਦਾ ਸੀ ਝਗੜੇ ਵਿੱਚ ਜਦੋਂ ਇਹ ਲੜਾਈ ਝਗੜਾ ਹੋਇਆ ਸੀਗਾ। ਅੱਛਾ ਜੀ। 2 ਗੁੱਟ ਸੀਗੇ ਉਹਨਾਂ ਦੇ ਵਿੱਚ ਪਾਕਿਸਤਾਨੀ ਵੀ ਸੀਗੇ, ਬੰਗਲਾਦੇਸ਼ੀ ਵੀ ਸੀਗੇ, ਨਾਰਥ ਇੰਡੀਅਨ ਵੀ ਸੀਗੇ, ਸਾਊਥ ਇੰਡੀਅਨ ਵੀ ਸੀਗੇ। ਝਗੜੇ ਤੋਂ ਬਾਅਦ ਤਕਰੀਬਨ 30-35 ਜਿਹੜੇ ਬੱਚੇ ਸੀ ਜਾਂ ਉਹ ਜ਼ਖਮੀ ਹੋਏ ਸੀ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ। ਅੱਛਾ ਜੀ। ਉਹਨਾਂ ਵਿੱਚੋਂ ਦੂਸਰੇ ਤੀਸਰੇ ਦਿਨ ਜਿਹੜਾ ਸੀ ਇੱਕ ਬੰਦਾ ਜਿਹੜਾ ਜ਼ਿਆਦਾ ਜ਼ਖਮੀ ਸੀਗਾ ਉਹਦੀ ਡੈਥ ਹੋ ਗਈ। ਉਹਦਾ ਨਾਂ ਸੀ ਮਿਸਰੀ ਖਾਨ। ਅੱਛਾ ਜੀ। ਉਸ ਤੋਂ ਬਾਅਦ ਫਿਰ ਜਿਹੜੇ ਬੱਚੇ ਜਿਹੜੀ ਫੜੋ ਫੜਾਈ ਹੋਈ ਆ ਉਹ 2 ਦਿਨ ਬਾਅਦ ਹੋਈ ਹੈ। ਸੋ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਦੇਖੋ ਕੁਛ ਨਾ ਕੁਛ ਬੱਚੇ ਤਾਂ ਇਹਨਾਂ ਵਿੱਚੋਂ ਝਗੜੇ 'ਚ ਸ਼ਾਮਲ ਸੀ। ਅੱਛਾ। ਕੁਛ ਬੱਚੇ ਇਹੋ ਜਿਹੇ ਸੀ ਜਿਹੜੇ ਝਗੜੇ 'ਚ ਸ਼ਾਮਲ ਨਹੀਂ ਵੀ ਸੀ, ਉਹ ਵੀ ਫੜੇ ਗਏ। ਸੋ ਜ਼ਿਆਦਾ ਬੱਚੇ ਇਨੋਸੈਂਟ ਸੀਗੇ। ਲੇਕਿਨ ਦੂਸਰਾ ਇਹ ਵੀ ਸੀ ਮੈਂ ਕਦੀ ਹੈਲਪ ਨਹੀਂ ਕਰਦਾ ਇਹਨਾਂ ਦੀ। ਅਗਰ ਮੈਨੂੰ ਪਤਾ ਹੋਵੇ ਕਿ ਕਿਸੇ ਬੰਦੇ ਨੇ ਡਾਇਰੈਕਟ ਕਿਸੇ ਦਾ ਮਰਡਰ ਕੀਤਾ, ਮੈਂ ਕਦੀ ਹੈਲਪ ਨਾ ਕਰਦਾ। ਲੇਕਿਨ ਇਹ ਕੀ ਸੀ, ਇਹ ਲੜਾਈ ਝਗੜਾ ਸੀ। ਲੜਾਈ ਝਗੜੇ 'ਚ ਕੋਈ ਵੀ ਮਰ ਸਕਦਾ ਸੀ, ਕਿਸੇ ਨੂੰ ਕੋਈ ਵੀ ਮਾਰ ਸਕਦਾ ਸੀਗਾ। ਲੇਕਿਨ ਇਹ ਅਸੀਂ ਡਾਇਰੈਕਟ ਮਰਡਰ ਨਹੀਂ ਕਵਾਂਗੇ। ਜਿਹੜੇ ਜ਼ਰੂਰੀ ਨਹੀਂ ਕਿ ਜੇ 17 ਬੱਚੇ 17 ਨੇ ਹੀ ਮਰਡਰ ਕੀਤਾ ਉਹਨਾਂ ਦਾ। ਆਮ ਤੌਰ ਤੇ ਐਸਪੀ ਸਿੰਘ ਓਬਰਾਏ ਹਨ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਹ ਭਾਰਤ ਦੀ ਸਰਕਾਰ ਦੇ ਵਿਰੁੱਧ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਕਿ ਇਹ ਸਰਕਾਰ ਜਿਹੜੀ ਨਾ ਲੋਕਾਂ ਵਾਸਤੇ ਕੁਝ ਨਹੀਂ ਕਰਦੀ। ਪਰ ਜਦੋਂ ਇਹ ਖਬਰ ਆਈ ਸੀ ਚਰਚਾ ਦੇ ਵਿੱਚ, ਅਸੀਂ ਕੋਈ ਭਾਰਤ ਸਰਕਾਰ ਦੇ ਸਪੋਕਸਮੈਨ ਬਣ ਕੇ ਇਹ ਗੱਲ ਨਹੀਂ ਕਰ ਰਹੇ, ਇੱਦਾਂ ਦੀ ਗੱਲ ਨਾ ਸਮਝੀ ਜਾਵੇ। ਪਰ ਫਿਰ ਵੀ ਜਿਹੜੀ ਗੱਲ ਸੱਚੀ ਆ ਤੱਥ ਹੈ ਉਹ ਕਰਨੀ ਬਣਦੀ ਵੀ ਹੈ। ਸੋ ਸਰਕਾਰ ਨੇ ਜ਼ਿੰਮੇਵਾਰੀ ਲਈ ਸੀ ਕਿ ਹਾਂਜੀ ਤੁਹਾਡੀ ਮਦਦ ਦੇ ਨਾਲ ਇਹਨਾਂ ਲੋਕਾਂ ਨੂੰ, ਇਹਨਾਂ ਨੌਜਵਾਨਾਂ ਨੂੰ ਘਰੋਂ ਘਰ ਪਹੁੰਚਾਇਆ ਜਾਵੇ। ਭਾਰਤ ਦੀ ਸਰਕਾਰ ਨੇ, ਪੰਜਾਬ ਦੀ ਸਰਕਾਰ ਨੇ ਕਿੰਨੀ ਕੁ ਮਦਦ ਕੀਤੀ ਤੁਹਾਡੀ? ਦੇਖੋ ਮਦਦ ਤਾਂ ਸਾਰਿਆਂ ਨੇ ਕੀਤੀ ਮੇਰੀ ਜੀ। ਅੱਛਾ ਜੀ। ਲੇਕਿਨ ਜਿਸਲੇ ਪਹਿਲਾਂ 13 ਜਿਹੜੀਆਂ ਪੇਸ਼ੀਆਂ ਭੁਗਤੀਆਂ ਸੀ ਉਹਨਾਂ ਵਿੱਚ ਤੇ ਨਾ ਸਾਡੇ ਵਕੀਲ ਮੰਨ ਰਹੇ ਸੀ ਨਾ ਸਰਕਾਰ ਮੰਨ ਰਹੀ ਸੀ। ਸਭ ਬੰਦੇ ਕਹਿੰਦੇ ਸੀ ਕਿ ਅਸੀਂ ਕੇਸ ਲੜਾਂਗੇ ਔਰ ਕੇਸ ਜਿੱਤਾਂਗੇ ਕਿਉਂਕਿ ਸਾਡੇ ਬੱਚੇ ਸਾਰੇ ਇਨੋਸੈਂਟ ਹੈ। ਵਕੀਲ ਦਾ ਇਹੀ ਕਹਿਣਾ ਸੀ। ਐਂਡ ਤੱਕ ਵਕੀਲ ਇਹੀ ਕਹੇਗਾ ਕਿ ਸਾਡੇ ਬੱਚੇ ਸਾਰੇ ਇਨੋਸੈਂਟ ਹੈ, ਅਸੀਂ ਕੇਸ ਲੜਾਂਗੇ। ਫਿਰ ਮੈਂ ਜਿਹੜੀ ਸੀ ਇੱਕ ਪ੍ਰਪੋਜ਼ਲ ਬਣਾ ਕੇ ਮਹਾਰਾਣੀ ਪੁਨੀਤ ਕੌਰ ਜੀ ਨੂੰ ਦਿੱਤੀ ਸੀਗੀ ਥਰੂ ਆਪਣੇ ਇੰਡੀਅਨ ਕੌਂਸੂਲੇਟ। ਅੱਛਾ ਜੀ। ਸੋ ਮੈਂ ਉਹਨਾਂ ਨੂੰ ਇਹ ਕਿਹਾ ਸੀ, ਮੈਂ ਕਿਹਾ ਜੀ ਅਸੀਂ ਜਿੱਦਾਂ ਕੇਸ ਲੜ ਰਹੇ ਹਾਂ ਮੇਰੇ ਹਿਸਾਬ ਨਾਲ 7-8 ਸਾਲ ਸਾਨੂੰ ਲੱਗ ਜਾਣਗੇ ਕੇਸ ਲੜਦੇ ਹੀ। ਵਕੀਲ ਤਾਂ ਫੀਸ ਲਈ ਜਾ ਰਹੇ ਆ, ਠੀਕ ਹੈ ਜੀ, ਉਹਨਾਂ ਨੂੰ ਫਰਕ ਨਹੀਂ ਪੈਣਾ। ਲੋਅਰ ਕੋਰਟ ਹੈ, ਫਿਰ ਹਾਈ ਕੋਰਟ ਜਾਣਗੇ, ਸੁਪਰੀਮ ਕੋਰਟ ਜਾਣਗੇ, ਇਸ ਤਰ੍ਹਾਂ ਅਸੀਂ ਲੜਦੇ ਜਾਵਾਂਗੇ। ਵਕੀਲ ਇਹ ਨਹੀਂ ਕਦੀ ਕਹਿਣਗੇ ਕਿ ਅਸੀਂ ਬੱਚਿਆਂ ਨੂੰ ਬਚਾ ਲਵਾਂਗੇ। ਠੀਕ ਹੈ ਜੀ। ਤੇ ਮੈਂ ਕਿਹਾ ਇੱਕੋ ਇੱਕ ਰਸਤਾ ਹੈਗਾ, ਅਸੀਂ ਹੁਣ ਵੀ ਇਹਨਾਂ ਨਾਲ ਕੰਪਰੋਮਾਈਜ਼ ਕਰਕੇ ਜਿਹੜੀ ਦਿਆ ਮਨੀ ਜਿਹਨੂੰ ਬਲੱਡ ਮਨੀ ਕਹਿੰਦੇ ਆ, ਅਗਰ ਅਸੀਂ ਬਲੱਡ ਮਨੀ ਦੇ ਕੇ ਬੱਚਿਆਂ ਨੂੰ ਛੁਡਾ ਸਕਦੇ ਹਾਂ। ਫਿਰ ਜਦ ਰਾਈਟਿੰਗ ਗਈ ਇਹਦੀ ਫਿਰ ਅਪਰੂਵਲ ਆਈ ਉੱਥੋਂ, ਮੈਂ ਇੰਡੀਅਨ ਕੌਂਸੂਲੇਟ ਨੂੰ ਦਿੱਤੀ, ਉਹਨਾਂ ਨੇ ਫੋਰਨ ਮਿਨਿਸਟਰੀ 'ਚ ਗਈ, ਉੱਥੋਂ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਗਈ। ਇਹ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਉੱਥੋਂ ਯੈਸ ਹੋਈ ਸੀ ਕਿ ਠੀਕ ਹੈ ਸਰਕਾਰ ਤਾਂ ਡਾਇਰੈਕਟ ਆ ਨਹੀਂ ਸਕਦੀ ਸੀ ਇਸ ਕੰਮ ਦੇ ਵਿੱਚ, ਚਾਹੇ ਪੰਜਾਬ ਸਰਕਾਰ, ਚਾਹੇ ਸੈਂਟਰ ਸਰਕਾਰ, ਚਾਹੇ ਕੋਈ ਵੀ ਹੋਵੇ। ਲੇਕਿਨ ਇਹ ਇੱਕ ਅਥਾਰਟੀ ਮੈਨੂੰ ਦੇ ਦਿੱਤੀ ਗਈ ਸੀ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਐਸਪੀ ਸਿੰਘ ਨੂੰ ਕਹੋ ਵੀ ਤੂੰ ਆਪਣੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਤੁਹਾਡੀ ਦੋਸਤੀ ਕਿੰਨਾ ਕੰਮ ਆਈ ਇਸ ਕੰਮ 'ਚ? ਦੇਖੋ ਜੀ, ਜੇ ਸਹੀ ਪੁੱਛਿਆ ਜਾਏ ਤੇ ਇਸ ਕੇਸ ਨੂੰ ਸੋਲਵ ਕਰਨ ਵਿੱਚ ਜਿਹੜਾ ਕੰਪਰੋਮਾਈਜ਼ ਕਰਾਇਆ ਗਿਆ ਉਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ। ਅੱਛਾ ਜੀ। ਇਹ ਉਹਨਾਂ ਦੀ ਦੇਣ ਹੈ ਕਿਉਂਕਿ ਮੇਰਾ ਵੀਜ਼ਾ ਲੱਗ ਗਿਆ ਸੀ ਲੇਕਿਨ ਉਸ ਏਰੀਆ 'ਚ ਮੈਂ ਉਹਨਾਂ ਦੀ ਫੈਮਿਲੀ ਨੂੰ ਜਾ ਕੇ ਮਿਲ ਨਹੀਂ ਸਕਦਾ ਸੀ। ਉਹਨਾਂ ਦੀ ਫੈਮਿਲੀ ਦੀ ਇਹ ਸੀ ਕਿ ਅਸੀਂ ਨਹੀਂ ਕਿਸੇ ਕੋਲ ਆਉਣਾ, ਅਗਰ ਕੰਪਰੋਮਾਈਜ਼ ਕਰਨਾ ਤਾਂ ਸਾਡੇ ਕੋਲ ਤੁਸੀਂ ਚੱਲ ਕੇ ਆਓ ਪਾਕਿਸਤਾਨ ਵਿੱਚ। ਲੇਕਿਨ ਉਹ ਸਾਰਾ ਨਾ ਆਰਮੀ ਏਰੀਆ ਹੈਗਾ, ਉੱਥੇ ਆਮ ਬੰਦਾ ਜਾ ਹੀ ਨਹੀਂ ਸਕਦਾ। ਇਸ ਲਈ ਫਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਲਾਹੌਰ 'ਚ ਆਪਣੇ ਗਵਰਨਰ ਦੇ ਕੋਈ ਬ੍ਰਦਰ ਜਾਂ ਕੁਝ ਕਰਕੇ ਆਪਣੇ ਉਹਨਾਂ ਨੇ ਕੰਟੈਕਟਸ ਯੂਜ਼ ਕਰਕੇ ਤੇ ਇਹ ਕੰਪਰੋਮਾਈਜ਼ ਸਾਰਾ ਕਰਾਇਆ। ਠੀਕ ਹੈ ਜੀ। ਇਹ ਨੇ ਸਾਡੇ ਕੋਲ ਐਸਪੀ ਸਿੰਘ ਓਬਰਾਏ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਹਨਾਂ ਦੇ ਨਾਲ ਹੀ ਸਰਦਾਰ ਗੁਰਬਖਸ਼ ਸਿੰਘ ਜੀ ਮੱਲੀ ਵੀ ਪ੍ਰੋਗਰਾਮ 'ਚ ਹਨ। ਇਹਨਾਂ ਦੇ ਨਾਲ ਅਸੀਂ ਗੱਲਬਾਤ ਜਾਰੀ ਰੱਖਣੀ ਹੈ। ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਕੋਈ ਗੱਲਬਾਤ ਪੁੱਛਣਾ ਚਾਹੁੰਦੇ ਹੋ, ਤੁਹਾਡਾ ਕੋਈ ਇਹਨਾਂ ਦੇ ਨਾਲ ਸਵਾਲ ਹੋ ਸਕਦਾ ਹੈ ਕਿਸੇ ਵੀ ਤਰੀਕੇ ਦੇ ਨਾਲ, ਜਾਂ ਫਿਰ ਵੈਸੇ ਹੀ ਹਾਂਜੀ ਜਦੋਂ ਕੋਈ ਵਿਅਕਤੀ ਅੱਛਾ ਕੰਮ ਕਰਕੇ ਆਉਂਦਾ ਹੈ ਤੁਸੀਂ ਇਹਨਾਂ ਨੂੰ ਸ਼ਾਬਾਸ਼ ਦੇਣਾ ਚਾਹੁੰਦੇ ਹੋ, ਇਹਨਾਂ ਦੀ ਤਾਰੀਫ ਕਰਨਾ ਚਾਹੁੰਦੇ ਹੋ, ਪ੍ਰੋਗਰਾਮ 'ਚ ਟੈਲੀਫੋਨ ਨੰਬਰ ਹੈ 647 776 2620। ਦੁਬਈ ਦੇ ਵਿੱਚ ਜਿੰਨਾ ਵੀ ਉਹ ਸਾਰਾ ਗਲਫ ਏਰੀਆ ਜੀ ਸਾਡੇ ਇੰਡੀਅਨਸ ਦੇ ਨਾਲ, ਪੰਜਾਬੀਆਂ ਦੇ ਨਾਲ ਭਰਿਆ ਪਿਆ ਹੈ। ਜੇਲ੍ਹਾਂ ਦੇ ਵਿੱਚ ਕਿੰਨੇ ਕੁ ਪ੍ਰਤੀਸ਼ਤ ਹੈ ਸਾਡੇ ਲੋਕਾਂ ਦੀ? ਜੇਲ੍ਹਾਂ 'ਚ ਕਾਫੀ ਲੋਕ ਹੈ ਆਪਣੇ ਜੀ। ਕੀ ਕਾਰਨ ਹੈ, ਕਿਉਂ ਜਾਂਦੇ ਨੇ?
ਦੇਖੋ ਸਾਡੇ ਪੰਜਾਬੀਆਂ ਵਾਸਤੇ ਤਾਂ ਇੱਕੋ ਹੀ ਮਸ਼ਹੂਰ ਹੈ ਅੱਛਾ ਜੀ। ਕਿ ਅਸੀਂ ਲੜਾਈ ਝਗੜੇ ਸ਼ਰਾਬ ਪੀ ਕੇ ਇਹੀ ਕੁਝ ਕਰਦੇ ਹਾਂ। ਬਾਕੀ ਇੰਨਾ ਮੈਂ ਜ਼ਰੂਰ ਮੈਂ ਕਹਿੰਦਾ ਜਿਹਨਾਂ ਕਹਿ ਸਾਨੂੰ ਦੱਸਦਿਆਂ ਖੁਸ਼ੀ ਵੀ ਹੁੰਦੀ ਹੈ ਕਿ ਸਾਡੇ ਬਹੁਤ ਹੀ ਘੱਟ ਲੋਕ ਹੋਣਗੇ, ਇੱਕ ਅੱਧਾ ਕੇਸ ਇਹ ਹੋਊਗਾ ਜਿੱਥੇ ਇਹ ਹੋਏ ਕਿ ਇਹ ਸਰਦਾਰ ਜਿਹੜਾ ਜੇਲ੍ਹਾਂ 'ਚ ਬੰਦ ਹੈਗਾ ਚੋਰੀ ਕਰਕੇ ਜਾਂ ਠੱਗੀ ਕਰਕੇ ਜਾਂ ਇਸ ਕਰਕੇ ਹੈ। ਸਾਡੇ ਇਹੋ ਜਿਹਾ ਕੋਈ ਕੇਸ ਨਹੀਂ ਹੈ। ਸਾਨੂੰ ਜਿਹੜੀ ਬਦਨਾਮੀ ਮਿਲੀ ਹੈ ਉਹ ਸਾਰੀ ਇਸ ਕਰਕੇ ਮਿਲੀ ਕਿ ਅਸੀਂ ਸ਼ਰਾਬ ਪੀ ਕੇ ਦੰਗੇ ਕਰਦੇ ਹਾਂ ਤੇ ਅਸੀਂ ਅੰਦਰ ਹੁੰਦੇ ਹਾਂ। ਤੇ ਲਓ ਜੀ, ਫਿਰ ਸ਼ਰਾਬ ਪੀਣੀ ਜੇ ਘੱਟ ਕਰੋ ਤੇ ਕੈਨੇਡਾ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਘੱਟ ਸਕਦੀਆਂ ਨੇ। ਸਰਦਾਰ ਗੁਰਬਖਸ਼ ਸਿੰਘ ਜੀ ਮੱਲੀ ਨੇ ਅੱਜ 골ਡ ਮੈਡਲ ਪਾ ਕੇ ਐਸਪੀ ਸਿੰਘ ਓਬਰਾਏ ਨੂੰ ਇੱਕ ਬਹੁਤ ਵੱਡਾ ਸਫਲ ਫੰਕਸ਼ਨ ਕਰਕੇ ਮਾਲਟਨ 'ਚ ਇਹਨਾਂ ਨੂੰ ਸਨਮਾਨਿਤ ਕੀਤਾ ਹੈ। 골ਡ ਮੈਡਲ ਦੇ ਨਾਲ ਸਨਮਾਨ ਕਰਦੇ ਆ, ਤੁਹਾਨੂੰ ਕਿੱਦਾਂ ਲੱਗ ਰਿਹਾ ਸੀ ਮੱਲੀ ਸਾਹਿਬ? ਇਹ ਅਸੀਂ ਇੱਕ ਇੱਥੇ ਆਰਗੇਨਾਈਜੇਸ਼ਨ ਬਣਾਈ ਹੈਗੀ ਹੈ, ਹਾਂਜੀ, ਕੈਨੇਡੀਅਨ ਇੰਟਰਨੈਸ਼ਨਲ ਵਿਜ਼ਨ ਸੋਸ਼ਲ ਐਸੋਸੀਏਸ਼ਨ ਜੀ, ਤੇ ਜਿਹਦੇ ਵਿੱਚ ਹੋਰ ਵੀ ਮੈਂਬਰ ਹੈ, ਜਿਸ ਤਰ੍ਹਾਂ ਕਿ ਰਣਜੀਤ ਸਿੰਘ ਜੀ ਦੂਲੇ ਤੇ ਦਮਨ ਦੂਲੇ ਤੇ ਬਲਜਿੰਦਰ ਚੱਠਾ ਜੀ ਤੇ ਹੋਰ ਸਾਰੇ ਕਾਫੀ ਮੈਂਬਰ ਹੈਗੇ, ਯਾਦਵਿੰਦਰ ਤੂਰ। ਸੋ ਮੈਂ ਉਸ ਜਥੇਬੰਦੀ ਵੱਲੋਂ, ਉਸ ਆਰਗੇਨਾਈਜੇਸ਼ਨ ਵੱਲੋਂ ਇਹ ਸਨਮਾਨਿਤ ਕੀਤਾ ਗਿਆ ਸੀ ਇਹਨਾਂ ਨੂੰ ਗੋਲਡ ਪਾ ਕੇ। ਠੀਕ ਹੈ ਜੀ। ਸੋ ਲਓ ਜੀ, ਇਹਨਾਂ ਨੇ ਫਿਰ ਆਪਣੇ ਕਿਉਂਕਿ ਇਹਨਾਂ ਨੇ ਇਹਦੇ ਨਾਲ ਮੈਂ ਜਦੋਂ ਇਹਨਾਂ ਸਾਰਿਆਂ ਵਿਅਕਤੀਆਂ ਨਾਲ ਸਲਾਹ ਕੀਤੀ ਔਰ ਹੋਰ ਵੀ ਜਿਹੜੇ ਲੋਕ ਮਿਲਦੇ ਆ ਤਾਂ ਇਹ ਮੈਂ ਸਮਝਦਾ ਕਿ ਇਹ ਤਾਂ ਇੱਕ ਤੁਸ਼ ਜਿਹਾ ਇਹਨਾਂ ਦਾ ਸਤਿਕਾਰ ਸੀ। ਇਹਨਾਂ ਦਾ ਸਤਿਕਾਰ ਤਾਂ ਇਸ ਤੋਂ ਹੀ ਵੱਡਾ ਹੋਣਾ ਚਾਹੀਦਾ, ਜੋ ਕੰਟਰੀਬਿਊਸ਼ਨ ਇਹਨਾਂ ਦੀ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਪ੍ਰਤੀ ਹੈ ਤੇ ਮਨੁੱਖਤਾ ਪ੍ਰਤੀ ਜੋ ਇਹਨਾਂ ਦੀ ਕੰਟਰੀਬਿਊਸ਼ਨ ਹੈ। ਇਹ ਨਹੀਂ ਕਿ ਸਿਰਫ ਜਿਹੜੇ ਦੁਬਈ ਦੇ ਵਿੱਚ 17 ਬੰਦੇ ਜੇਲ੍ਹਾਂ 'ਚ ਰਿਹਾ ਕਰਾਏ ਨੇ, ਇਸ ਤੋਂ ਇਲਾਵਾ ਵੀ ਇਹਨਾਂ ਨੇ ਪੰਜਾਬ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ ਹੋਰ ਬਹੁਤ ਸਾਰੇ ਅਜਿਹੇ ਕੰਮ ਕੀਤੇ ਆ ਜੋ ਕਿ ਛੋਟੇ ਬੱਚਿਆਂ ਦੇ ਨਾਲ ਸੰਬੰਧਿਤ ਵੀ ਹੈ ਤੇ ਮਾਤਾਵਾਂ ਦੇ ਨਾਲ ਸੰਬੰਧਿਤ ਹੈ, ਭੈਣਾਂ ਦੇ ਨਾਲ ਸੰਬੰਧਿਤ ਹੈ ਤੇ ਯੰਗ ਲੜਕਿਆਂ ਦੇ ਨਾਲ, ਲੜਕਿਆਂ ਦੇ ਨਾਲ ਵੀ ਸੰਬੰਧਿਤ ਹੈ। ਬਿਲਕੁਲ ਜੀ। ਲੋੜਵੰਦ ਲੜਕੀਆਂ ਦੀਆਂ ਹੁਣ ਤੱਕ 18,000 ਲੜਕੀਆਂ ਦੀ ਜਾਂ ਤੇ ਪੰਜਾਬ ਦੇ ਵਿੱਚ ਸ਼ਾਦੀਆਂ ਕਰਵਾ ਚੁੱਕੇ ਨੇ। ਕਾਫੀ ਸਾਲਾਂ ਤੋਂ ਤੁਰੇ ਹੋਏ ਨੇ ਇਸ ਰਾਹ ਤੇ ਇਹਨਾਂ ਦਾ ਸਨਮਾਨ ਅੱਜ ਇਹ ਮਾਲਟਨ 'ਚ ਪਹਿਲੀ ਵਾਰੀ ਨਹੀਂ ਹੋਇਆ। ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ 'ਚ ਹੋ ਚੁੱਕਾ ਹੈ, ਅਮਰੀਕਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੋ ਚੁੱਕਾ ਹੈ। ਦੇਸ਼ ਵਿਦੇਸ਼ਾਂ ਦੇ ਵਿੱਚ ਸਨਮਾਨ ਲੈਂਦਿਆਂ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਐਸਪੀ ਓਬਰਾਏ ਜੀ? ਬੜੀ ਖੁਸ਼ੀ ਜਿਹੀ ਮਹਿਸੂਸ ਹੁੰਦੀ ਹੈ। ਜਿਸ ਤੋਂ ਇੰਨਾ ਹੁੰਦਾ ਕਿ ਲੋਕੀ ਜੋ ਮੈਂ ਕੰਮ ਕਰ ਰਿਹਾ ਉਹਨੂੰ ਐਕਸੈਪਟ ਕਰ ਰਹੇ ਨੇ, ਸ਼ਲਾਘਾ ਕਰ ਰਹੇ ਨੇ, ਸੋ ਇਸ ਲਈ ਖੁਸ਼ੀ ਤਾਂ ਹੁੰਦੀ ਹੈ। ਠੀਕ ਹੈ ਜੀ, ਬਹੁਤ ਮਿਹਰਬਾਨੀ। ਤੇ ਲਓ ਜੀ, ਫਿਰ ਤੁਸੀਂ ਸਾਰੀਆਂ ਹੀ ਸਾਡੀਆਂ ਲਾਈਨਾਂ ਤੇ ਆ ਚੁੱਕੇ ਹੋ, ਇਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਖਾਸ ਤੌਰ ਤੇ? ਜੇ ਕੁਝ ਇਸ ਗੱਲ ਦੇ ਬਾਰੇ ਤੁਸੀਂ ਕਹਿ ਸਕੋ ਜਾਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੋ ਕਿ ਇਹ 17 ਭਾਰਤੀ ਤੇ ਇੱਕ ਉਦਾਹਰਣ ਨੇ ਜਿਸ ਕੇਸ ਤੇ ਇਹਨਾਂ ਨੇ ਕੰਮ ਕੀਤਾ। ਹੋਰ ਵੱਡੀ ਤਾਦਾਦ ਦੇ ਵਿੱਚ ਅਜਿਹੇ ਨੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਹਨ ਤੇ ਲਗਾਤਾਰ ਹੋਰ ਆਪਣੇ ਰਸਤੇ ਤੋਂ ਭਟਕ ਕੇ ਜੇਲ੍ਹਾਂ ਦੇ ਵਿੱਚ ਆਉਂਦੇ ਜਾ ਰਹੇ ਨੇ ਲਗਾਤਾਰ। ਗਲਫ ਏਰੀਆ ਦੀ ਗੱਲ ਛੱਡ ਵੀ ਦਈਏ, ਅਸੀਂ ਯੂਰਪ ਦੀ ਗੱਲ ਕਰੀਏ, ਕਿਸੇ ਹੋਰ ਮੁਲਕ ਦੀ ਗੱਲ ਕਰੀਏ, ਆਪਣੇ ਇੱਥੇ ਕੈਨੇਡਾ ਦੀ ਗੱਲ ਕਰੀਏ, ਵੱਡੀ ਤਾਦਾਦ 'ਚ ਪੰਜਾਬੀ ਇੱਥੇ ਵੀ ਕੈਦ ਨੇ। ਸੋ ਸੁਪਨਿਆਂ ਦੇ ਰਾਹ ਤੋਂ ਭਟਕ ਕੇ ਕਿਵੇਂ ਜਾਂਦੇ ਹਾਂ ਅਸੀਂ ਜੇਲ੍ਹ ਦੇ ਵਿੱਚ, ਉਸ ਦੇ ਕੀ ਕੁਝ ਕਾਰਨ ਹੋ ਸਕਦੇ ਨੇ, ਇਹਦੇ ਬਾਰੇ ਤੁਸੀਂ ਜੇ ਇਹਨਾਂ ਦੇ ਨਾਲ ਕੋਈ ਵਿਚਾਰ ਵਟਾਂਦਰਾ ਵੀ ਕਰਨਾ ਚਾਹੋ। ਸੁਰ ਸਾਗਰ ਜੀ, ਹੈਲੋ। ਲੋ ਜੀ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਲਾਈਨ ਤੁਸੀਂ ਮਿਲਾ ਕੇ ਜ਼ਰੂਰ ਹੋਲਡ ਰੱਖਣਾ। ਸੁਰ ਸਾਗਰ ਜੀ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਲੋ ਜੀ, ਅਸੀਂ ਅੱਗੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਸੁਰ ਸਾਗਰ, ਹਾਜ਼ਰ ਹੋ ਜੀ ਤੁਸੀਂ ਲਾਈਨ ਤੇ ਹੋ, ਬੋਲੋ। ਹੈਲੋ, 647 776 2620 ਟੈਲੀਫੋਨ ਨੰਬਰ। ਸੁਰ ਸਾਗਰ ਜੀ। ਹਾਂਜੀ ਅਬਰਾਏ ਸਾਹਿਬ ਤੇ ਹਾਂਜੀ ਬੋਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਬੋਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ। ਹਾਂਜੀ, ਮੈਂ ਬਰੈਂਪਟਨ ਤੋਂ ਬੋਲ ਰਿਹਾ। ਅੱਛਾ ਜੀ। ਮੈਂ ਅਬਰਾਏ ਸਾਹਿਬ ਦਾ ਖਾਸ ਕਰਕੇ ਬਹੁਤ ਬਹੁਤ ਸ਼ੁਕਰੀਆ ਕਰਦਾ ਵੀ ਇਹੋ ਜਿਹੀ ਮਿਸਾਲ ਦੁਨੀਆ 'ਚ ਮੇਰੇ ਨਾਲ ਕਿਧਰੇ ਨਹੀਂ ਮਿਲਣੀ। ਇਹ ਇਕੱਲੇ ਬੰਦੇ ਦੀ ਐਫਰਟ ਨਾਲ 17 ਬੰਦੇ ਜਿਹੜੇ ਫਾਂਸੀ ਤੇ ਲੱਗੇ ਸਨ ਉਹ ਬਚਾਏ ਇਹਨਾਂ ਨੇ ਜੀ। ਇਹ ਸਾਰੀ ਕਮਿਊਨਿਟੀ, ਸਾਰਾ ਮੁਲਕ, ਸਾਰੀ ਦੇਸ਼ ਵਾਲੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਆ। ਅੱਛਾ, ਇਹੋ ਜਿਹੇ ਇਨਸਾਨ ਪ੍ਰਮਾਤਮਾ ਕਰੇ ਇਹਨਾਂ ਬੰਦਿਆਂ ਨੂੰ ਬੜੀ ਸ਼ਕਤੀ ਦੇਵੇ, ਇਹੋ ਜਿਹਾ ਕੰਮ ਕਰਨ। ਆਪ ਜੀ ਸਾਡੇ ਸਾਰੇ ਪਰਿਵਾਰਾਂ ਵੱਲੋਂ, ਕਮਿਊਨਿਟੀ ਵੱਲੋਂ, ਬਰੈਂਪਟਨ ਵੱਲੋਂ ਅਸੀਂ ਲੱਖ ਲੱਖ ਸ਼ੁਕਰ ਕਰਦੇ ਇਹਨਾਂ ਦਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਬਰੈਂਪਟਨ ਤੋਂ ਬੋਲ ਰਹੇ ਹੋ, ਲੇਕਿਨ ਕਿ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਸਾਡੇ ਲੋਕ ਕਿਉਂ ਜੇਲ੍ਹਾਂ ਤੱਕ ਪਹੁੰਚ ਜਾਂਦੇ, ਇਹੋ ਜਿਹੇ ਕੰਮ ਹੀ ਕਿਉਂ ਕਰਦੇ ਨੇ? ਹਾਂਜੀ, ਆਪਾਂ ਆਏ ਤੇ ਕਿਸੇ ਹੋਰ ਕੰਮ ਸੀ, ਆਪਾਂ ਕਰ ਕੀ ਰਹੇ ਹਾਂ? ਅੱਛਾ ਠੀਕ ਹੈ ਜੀ, ਬੜਾ ਪਤਾ ਲੱਗਾ ਤੁਸੀਂ ਪਟਿਆਲੇ ਦੇ ਹੋ। ਅਸੀਂ ਪਟਿਆਲੇ ਨੂੰ ਬਿਲੋਂਗ ਕਰਦੇ ਹਾਂ ਵੈਸੇ, ਪਰ ਬਹੁਤ ਅੱਛਾ ਨੇਕ ਕੰਮ ਕਰ ਰਹੇ ਹੋ। ਇਹ ਤੁਸੀਂ ਆਪਣੇ ਸਕਰੀਨ ਤੇ ਦੱਸੋ ਵੀ ਕਿਹੜੀ ਸੰਸਥਾ ਤੁਹਾਡੀ ਪਟਿਆਲੇ, ਸੋ that ਅਸੀਂ ਕੰਟੈਕਟ ਕਰ ਸਕੀਏ ਅੱਗੇ। ਮਿਹਰਬਾਨੀ। ਇਹਨਾਂ ਦੀ ਸੰਸਥਾ ਅਸੀਂ ਵੈਸੇ ਸਕਰੀਨ ਤੇ ਲਿਖ ਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ
ਹੈ ਇਹਨਾਂ ਦੀ ਸੰਸਥਾ। ਤੇ ਵੈਸੇ ਨੰਗਲ ਟਾਊਨਸ਼ਿਪ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਤਲਵਾੜਾ ਦੇ ਵਿੱਚ ਵਿੱਦਿਆ ਗ੍ਰਹਿਣ ਕੀਤੀ ਜੀ। ਤੇ 1993 ਦੇ ਵਿੱਚ ਫਿਰ ਚਲੇ ਗਏ ਇਹ ਦੁਬਈ। ਉੱਥੇ ਵੱਖ-ਵੱਖ ਤਰ੍ਹਾਂ ਦੇ ਇਹਨਾਂ ਨੇ ਕਾਰੋਬਾਰ ਸਥਾਪਿਤ ਕੀਤੇ ਤੇ ਉਹਨਾਂ ਕਾਰੋਬਾਰਾਂ ਨੂੰ ਸਥਾਪਿਤ ਕਰਦਿਆਂ ਨਾਲ ਦੀ ਨਾਲ ਇਸ ਤਰੀਕੇ ਦੇ ਨਾਲ ਦੇਸ਼ ਕੌਮ ਦੀ ਸੇਵਾ ਵੀ ਕਰ ਰਹੇ ਹਨ ਸਰਦਾਰ SP ਸਿੰਘ ਓਬਰਾਏ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬੋਲੋ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ, ਦੱਸੋ। ਮੈਂ ਤਾਂ ਇਹਨਾਂ ਦੇ ਜਿਹੜੇ ਆਏ ਨੇ ਉਪਰਾਏ ਸਾਹਿਬ, ਇਹਨਾਂ ਦੇ ਮਦਰ ਨੂੰ ਤਾਂ ਸਲਾਮ ਕਰੂੰਗੀ ਜਿਨ੍ਹਾਂ ਦੇ ਇਹ ਬੇਟਾ ਜੀ ਨੇ, ਤੇ ਦੂਸਰਾ ਹੈਗਾ ਕਿ ਇਹਨਾਂ ਨੂੰ ਸਲਾਮ ਕਰਦੇ ਆ ਵੀ ਜਿਹੜੇ ਇੰਨੇ ਚੰਗੇ ਕੰਮ ਕਰਦੇ ਨੇ ਸਿੱਖ ਸਰਦਾਰ ਹੋ ਕੇ। ਤੇ ਬਾਕੀ ਇਹਨਾਂ ਦਾ ਪਰਿਵਾਰ ਬਾਰੇ ਜਾਂ ਇਹਨਾਂ ਦਾ ਪਿੱਛੋਂ ਕਿਹੜਾ ਇਲਾਕਾ ਉਹਦੇ ਬਾਰੇ ਦੱਸਣਗੇ, ਕਿੱਦਾਂ ਇਹ ਗਏ, ਕਿੱਦਾਂ ਸਫਲਤਾ ਮਿਲੀ ਇਹਨਾਂ ਨੂੰ। ਅਸੀਂ ਤਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਸਾਨੂੰ ਵੀ ਬਹੁਤ ਪ੍ਰੇਰਨਾ ਮਿਲਦੀ ਹੈ ਇਹੋ ਜਿਹੇ ਲੋਕਾਂ ਤੋਂ। ਠੀਕ ਹੈ ਜੀ, ਬਹੁਤ ਮਿਹਰਬਾਨੀ। ਸਿੱਖ ਸਰਦਾਰ ਹੋਣ ਦੇ ਨਾਤਿਆਂ ਵੈਸੇ ਤੇ ਆਸ ਹੀ ਰੱਖੀ ਜਾਂਦੀ ਹੈ, ਇਸੇ ਕਰਕੇ ਇਹ ਸਿੱਖੀ ਸਰੂਪ ਹੈ। ਸਰਦਾਰ ਹੋਣ ਦਾ ਮਤਲਬ ਹੀ ਇਹ ਨਿਕਲਦਾ ਕਿ ਦੂਰੋਂ ਲੱਖਾਂ ਚੋਂ ਵੀ ਖੜਿਆਂ ਜੇ ਨਜ਼ਰ ਆ ਜਾਏ ਤੇ ਸੁਰੱਖਿਅਤ ਮਹਿਸੂਸ ਕਰੇ ਵਿਅਕਤੀ ਆਪਣੇ ਆਪ ਨੂੰ ਕਿ ਇਸ ਵਿਅਕਤੀ ਕੋਲ ਜਾ ਕੇ ਮੈਨੂੰ ਕਿਸੇ ਕਿਸਮ ਦਾ ਡਰ ਨਹੀਂ ਹੋਵੇਗਾ। ਦੱਸੋ ਜੀ ਆਪਣੇ ਪਿਛੋਕੜ ਬਾਰੇ, ਭੈਣ ਜੀ ਪੁੱਛ ਰਹੇ। ਮੈਂ ਇਸ ਲਈ ਭੈਣ ਜੀ ਪਟਿਆਲੇ ਇਸ ਲਈ ਰਹਿ ਰਹੇ ਹਾਂ ਆਪਾਂ। ਤੇ ਮੇਰੇ ਮਦਰ ਹੈ, ਫਾਦਰ ਸਵਰਗਵਾਸ ਹੋ ਗਏ ਸੀ 2 ਸਾਲ ਪਹਿਲਾਂ, ਤੇ ਮਦਰ ਸਾਡੇ ਨਾਲ ਨੇ। ਇੱਕ ਬ੍ਰਦਰ ਹੈ ਮੇਰਾ, 2 ਸਿਸਟਰ ਹੈ। ਤੇ ਮੇਰਾ ਆਉਣ ਜਾਣ ਪਟਿਆਲਾ ਤੇ ਦੁਬਈ ਦੋਨਾਂ ਪਾਸੇ ਰਹਿੰਦਾ ਹੈ। ਬਿਜ਼ਨਸ ਮੇਰਾ ਸਾਰਾ ਜਿਹੜਾ ਉਹ ਦੁਬਈ 'ਚ ਹੈ, ਕਿਉਂਕਿ ਇੰਡੀਆ 'ਚ ਮੇਰਾ ਕੋਈ ਬਿਜ਼ਨਸ ਨਹੀਂ ਹੈ। ਇੰਡੀਆ ਜਿੰਨੇ ਕੰਮ ਸਾਰੇ ਚੈਰਿਟੀ ਦੇ ਕੰਮ ਕਰ ਰਹੇ ਹਾਂ ਅਸੀਂ, ਉਹੀ ਨੇ ਸਾਰੇ ਜੀ। ਠੀਕ ਹੈ ਜੀ। ਚਲੋ ਜੀ, ਇਹਨਾਂ ਦੇ ਕੋਲ UAE ਦੁਬਈ ਤੋਂ ਇਹਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜੋ ਹੈ ਵੱਖ-ਵੱਖ ਤਰ੍ਹਾਂ ਦੇ ਭਲਾਈ ਦੇ ਕੰਮ ਕਰਦਾ ਹੈ। ਇਹ ਅਪੰਗ ਬੱਚਿਆਂ ਦੇ ਲਈ ਸਰਗਰਮ ਹੈ। ਇਹ ਜੋ ਹਾਂਜੀ ਵਿਧਵਾ ਹੋ ਚੁੱਕੀਆਂ ਔਰਤਾਂ ਨੇ ਉਹਨਾਂ ਨੂੰ ਪੈਨਸ਼ਨ ਲਗਾਉਣ ਦੇ ਲਈ ਸਰਗਰਮ ਹੈ। ਹੋਰ ਲੋੜਵੰਦ ਲੜਕੀਆਂ ਉਹਨਾਂ ਦੀਆਂ ਸ਼ਾਦੀਆਂ ਕਰਨ ਲਈ ਸਰਗਰਮ ਹੈ। ਇਸੇ ਤਰੀਕੇ ਦੇ ਨਾਲ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਹਾਂਜੀ ਮੈਡੀਕਲ ਸਹਾਇਤਾ ਦੀ ਜਿਨ੍ਹਾਂ ਲੋਕਾਂ ਨੂੰ ਲੋੜ ਹੈ ਉਹਨਾਂ ਦੇ ਲਈ ਇਹ ਮੈਡੀਕਲ ਕੈਂਪ ਲਗਾ ਕੇ ਉਹਨਾਂ ਦੇ ਆਪਰੇਸ਼ਨ ਵਗੈਰਾ ਕਰਵਾਉਣ ਦੇ ਲਈ ਵੀ ਸਰਗਰਮ ਹਨ। ਸੋ ਇਸੇ ਤਰੀਕੇ ਦੇ ਉਪਰਾਲੇ ਕਰਦਿਆਂ ਇਹ ਜੋ 17 ਭਾਰਤੀਆਂ ਨੂੰ ਜੇਲ੍ਹਾਂ ਦੇ ਵਿੱਚੋਂ ਛੁਡਵਾਉਣ ਦਾ ਇਹਨਾਂ ਨੂੰ ਉਪਰਾਲਾ ਕਰਨ ਦਾ ਇਹ ਮੌਕਾ ਮਿਲਿਆ। ਸੋ ਆਪਣੇ ਆਪ ਦੇ ਵਿੱਚ ਹਰ ਇੱਕ ਵਿਅਕਤੀ ਕੁਝ ਨਾ ਕੁਝ ਕਰਨਾ ਜ਼ਰੂਰ ਚਾਹੁੰਦਾ ਹੈ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਂਜੀ ਪਹਿਲਾ ਕਦਮ ਪੁੱਟਣ ਤੋਂ ਕਈ ਵਾਰੀ ਹੌਸਲਾ ਹਾਰ ਜਾਇਆ ਜਾਂਦਾ ਹੈ। ਪਰ ਇਹਨਾਂ ਨੇ ਪਹਿਲਾਂ ਕਦਮ ਪੁੱਟਿਆ ਤੇ ਵੱਡੀ ਤਾਦਾਦ ਦੇ ਵਿੱਚ ਫਿਰ ਲੋਕਾਂ ਦਾ, ਸਰਕਾਰਾਂ ਦਾ ਇਹਨਾਂ ਨੂੰ ਸਮਰਥਨ ਵੀ ਮਿਲਣਾ ਸ਼ੁਰੂ ਹੋਇਆ। ਤੇ ਆਮ ਤੌਰ ਤੇ ਇਹ ਸਮਝਿਆ ਜਾਂਦਾ ਜੀ ਕਿ ਉੱਥੇ ਗਲਫ ਦੇ ਵਿੱਚ, UAE ਦੇ ਵਿੱਚ ਸਿੱਖਾਂ ਦੇ ਲਈ ਇੰਨਾ ਸੌਖਾ ਨਹੀਂਗਾ ਆਪਣਾ ਕਾਰੋਬਾਰ ਸਥਾਪਿਤ ਕਰਨਾ, ਆਪਣੇ ਆਪ ਨੂੰ ਸਿੱਖੀ ਸਰੂਪ ਦੇ ਵਿੱਚ ਸਲਾਮਤ ਰੱਖਣਾ। ਦੱਸੋ ਇਹਦੇ ਬਾਰੇ ਕੁਝ। ਨਹੀਂ, ਮੈਂ ਐਗਰੀ ਨਹੀਂ ਤੁਹਾਡੇ ਨਾਲ ਕਰਦਾ ਇਸ ਗੱਲ ਨੂੰ। ਅੱਛਾ ਜੀ। ਇੱਕ ਦੁਬਈ ਕਹਿ ਲਓ ਜਾਂ UAE ਕਹਿ ਲਓ, ਇੱਕ ਉਹ ਅਰਬ ਕੰਟਰੀ ਐਸਾ ਹੈ ਕਿ ਜਿੱਥੇ ਸਾਡੇ ਸਿੱਖਾਂ ਦੀ ਬਹੁਤ ਰਿਸਪੈਕਟ ਹੈ, ਬੜੀ ਇੱਜ਼ਤ ਨਾਲ ਸਾਨੂੰ ਦੇਖਿਆ ਜਾਂਦਾ ਹੈ। ਸਾਨੂੰ ਕੋਈ ਸਾਡੇ 'ਤੇ ਨਹੀਂ ਕਿ ਅਸੀਂ ਪਗੜੀ ਕਿਉਂ ਬੰਨੀ ਹੈ। ਈਵਨ 에ਅਰਪੋਰਟ 'ਤੇ ਜਾਂਦੇ ਹਾਂ ਅਸੀਂ ਕਦੇ ਤੱਕ ਕੜਾ ਨਹੀਂ ਉਤਾਰਿਆ ਇਮੀਗ੍ਰੇਸ਼ਨ 'ਚ। ਅੱਛਾ। ਹੁਣ ਦੱਸਦੇ ਵੀ ਕੜਾ ਨਹੀਂ ਅਸੀਂ ਉਤਾਰਦੇ, ਪਗੜੀ ਕਦੀ ਨਹੀਂ ਉਤਾਰੀ। ਸੋ ਇਹੋ ਜਿਹਾ ਕੋਈ ਗੱਲਬਾਤ ਨਹੀਂ। ਸਾਡੀ ਗਵਰਨਮੈਂਟ ਡਿਪਾਰਟਮੈਂਟ ਵਿੱਚ ਵੀ ਸਾਰੇ ਪਾਸੇ ਸਾਡੀ ਬਹੁਤ ਰਿਸਪੈਕਟ ਹੈ। ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਉੱਥੋਂ ਦੇ ਜਿਹੜੇ ਲੋਕਲਸ ਹੈ, ਜਿਹੜੇ ਕਿ ਕੱਟੜ ਉੱਥੋਂ ਦੇ ਨੇ, ਜਦੋਂ ਉਹਨਾਂ ਨੇ ਘਰ ਬਣਾਉਣਾ ਹੁੰਦਾ ਆਪਣਾ, ਤੇ ਉਹ ਘਰ ਬਣਾਉਣ ਲਈ ਉਹ ਵੇਟ ਕਰਦੇ ਨੇ ਔਰ ਉਹੀ ਕਾਰਪੈਂਟਰ ਉਹੀ ਮੈਸਨ ਲੈਣਗੇ ਜਿਹੜੇ ਸਰਦਾਰ ਹੋਣਗੇ। ਅੱਛਾ ਜੀ। ਉਹਨੂੰ ਪੁੱਛਿਆ ਗਿਆ ਰੀਜ਼ਨ, ਤਾਂ ਉਹ ਕਹਿੰਦੇ ਨਹੀਂ, ਜਿਸ ਵੇਲੇ ਅਸੀਂ ਤਾਂ ਬਾਹਰ ਚੱਲ ਜਾਂਦੇ, ਸਾਡੀਆਂ ਫੈਮਿਲੀ ਸਾਰੀਆਂ ਘਰ ਹੈਗੀਆਂ, ਲੇਕਿਨ ਸਾਨੂੰ ਪੂਰਾ ਫੇਥ ਹੈ ਕਿ ਇਹ ਜਿਹੜੇ ਸਿੱਖ ਕੌਮ ਹੈ, ਜਿਹੜੇ ਖਾਸ ਕਰਕੇ ਸਰਦਾਰ ਹੈ ਜਿਹੜੇ, ਇਹਨਾਂ ਦੇ ਘਰ ਵਿੱਚ ਹੁੰਦਿਆਂ ਸਾਨੂੰ ਕੋਈ ਡਰ ਨਹੀਂ, ਇਹ ਹਿਫਾਜ਼ਤ ਹੀ ਕਰਨਗੇ। ਤਾਂ ਇੰਨਾ ਵਿਸ਼ਵਾਸ ਹੈ ਸਾਡੇ ਲੋਕਾਂ ਦਾ। ਠੀਕ ਹੈ ਜੀ। ਚਲੋ ਜੀ, ਵਿਸ਼ਵਾਸ ਇਸ ਕਰਕੇ ਹੈ ਕਿ ਵਿਸ਼ਵਾਸ ਫਿਰ ਬਣਾ ਕੇ ਰੱਖਿਆ ਹੋਇਆ ਹੈ ਜੀ। ਤੇ ਇਹ ਹਨ ਸਾਡੇ ਪ੍ਰੋਗਰਾਮ ਦੇ ਵਿੱਚ SP ਸਿੰਘ ਓਬਰਾਏ। ਇਹਨਾਂ ਦੇ ਨਾਲ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਤੇ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹੋ। 647 776 2620 ਟੈਲੀਫੋਨ ਨੰਬਰ ਤੇ ਅਸੀਂ ਤੁਹਾਡੀ ਇਹਨਾਂ ਦੇ ਨਾਲ ਸਿੱਧੀ ਗੱਲ ਕਰਵਾਉਂਦੇ ਹਾਂ। ਲੇਕਿਨ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਹ ਸੰਸਾਰ ਭਰ ਦੇ ਵਿੱਚ ਤੁਸੀਂ ਜੀ ਤੁਹਾਡੀ ਉਪਰਾਲੇ ਦੇ ਨਾਲ ਹੀ ਨਾਮਣਾ ਕੱਟ ਰਿਹਾ। ਤੁਸੀਂ ਹੋਰ ਕਈ ਸਾਰੇ ਦੇਸ਼ਾਂ ਦੇ ਵਿੱਚ ਇਸ ਦੀਆਂ ਬ੍ਰਾਂਚਾਂ ਬਣਾ ਰਹੇ ਹੋ। ਸਰਦਾਰ ਗੁਰਬਖਸ਼ ਸਿੰਘ ਜੀ ਮੱਲੀ ਹੋਣਾ ਦੀ ਅਗਵਾਈ ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਵੀ ਇਸ ਨੂੰ ਸਥਾਪਿਤ ਕਰਨ ਜਾ ਰਹੇ ਹੋ। ਕਿਵੇਂ ਆਇਆ ਤੁਹਾਡੇ ਖਿਆਲ ਦੇ ਵਿੱਚ ਕਿ ਇਹ ਇੱਕ ਟਰਸਟ ਬਣਾਇਆ ਜਾਣਾ ਚਾਹੀਦਾ ਇਸ ਤਰੀਕੇ ਦੀਆਂ ਸੇਵਾਵਾਂ ਲਈ? ਇਹ ਜਿਹੜਾ ਟਰਸਟ ਹੈ ਨਾ ਜੀ, ਸਰਬੱਤ ਦਾ ਭਲਾ, ਇਹਦੀ ਜਿਹੜੀ ਸ਼ੁਰੂਆਤ ਹੋਈ ਉਹ ਦੁਬਈ ਤੋਂ ਹੋਈ। ਅੱਛਾ ਜੀ। ਜਦੋਂ ਰਿਸੈਸ਼ਨ ਸਟਾਰਟ ਹੋਇਆ ਸੀ ਉਸ ਟਾਈਮ ਤੇ ਕੰਪਨੀਆਂ ਬੰਦ ਹੋਣੀ ਸ਼ੁਰੂ ਹੋ ਗਈਆਂ। ਮਾਲਕ ਕੰਪਨੀਆਂ ਦੇ ਭੱਜ ਗਏ, ਲੋਕ ਲੱਗੇ ਕੰਪਨੀਆਂ ਨੂੰ। ਇਹਨਾਂ ਲੋਕਾਂ ਦੇ ਪਾਸਪੋਰਟ ਜਿਹੜੇ ਉਹ ਕੰਪਨੀਆਂ ਵਿੱਚ ਸੀਗੇ, ਇਹਨਾਂ ਨੂੰ ਸੈਲਰੀ ਹੋਣੀ ਬੰਦ ਹੋ ਗਈ।
ਉਦੋਂ ਫਿਰ ਇੱਥੇ ਅਸੀਂ ਕੁਝ ਬੰਦਿਆਂ ਨੇ ਮਿਲ ਕੇ ਉੱਥੇ ਫਿਰ ਇਹ ਸਰਬਤ ਦਾ ਭਲਾ NGO ਦਾ ਉੱਥੇ ਸ਼ੁਰੂ ਕੀਤਾ। ਠੀਕ ਹੈ। ਉੱਥੇ ਸਭ ਤੋਂ ਪਹਿਲਾਂ ਮੋਦੀਖਾਨਾ ਖੋਲ੍ਹਿਆ ਗਿਆ। ਮੋਦੀਖਾਨੇ ਵਿੱਚ ਸਾਡੇ ਟਨਾਂ ਦੇ ਹਿਸਾਬ 'ਚ ਰਾਸ਼ਨ ਆਇਆ, ਉੱਥੇ ਰਾਸ਼ਨ ਪਿਆ ਸੀ। ਅੱਛਾ ਜੀ। ਜਿਹੜਾ ਕਿ ਅਸੀਂ ਜਿਹੜਾ ਵੀ ਬੱਚਾ ਇਸ ਤਰ੍ਹਾਂ ਦਾ ਜਿਹਦੀ ਨੌਕਰੀ ਚਲੇ ਗਈ ਹੈ ਉਹਨੂੰ ਅਸੀਂ 20 ਦਿਨ ਤੱਕ ਜਿਹੜਾ ਰॉ ਮਟੀਰੀਅਲ ਫ੍ਰੀ ਦਿੰਦੇ ਹਾਂ। ਅੱਛਾ ਜੀ। ਔਰ ਇਹ 'ਚ ਇਹ ਨਹੀਂ ਕਿ ਸਿਰਫ ਸਰਦਾਰ ਹੀ ਹੋਣੇ ਚਾਹੀਦੇ ਜਾਂ ਪੰਜਾਬੀ ਹੋਣ ਜਾਂ ਇੰਡੀਅਨ ਹੋਣ, ਐਸਾ ਕੁਝ ਨਹੀਂ ਹੈ। ਕਿਸੇ ਵੀ ਕੰਟਰੀ ਦਾ, ਕਿਸੇ ਵੀ ਨੈਸ਼ਨਲਿਟੀ ਦਾ ਬੰਦਾ ਹੈ, ਜਿਸ ਲਿਆ ਕੇ ਸਾਡੇ ਬੰਦਿਆਂ ਨੂੰ ਦੱਸਦਾ ਉੱਥੇ ਕਿ ਮੇਰੇ ਤੇ ਆ ਪ੍ਰੋਬਲਮ ਆਈ ਹੈ, ਸੋ ਮੈਂ ਇਸ ਲਈ ਰਾਸ਼ਨ ਤੋਂ ਜਾਂ ਇਸ ਤੋਂ ਮੇਰਾ ਤਨਖਾਹ ਨਹੀਂ ਮਿਲ ਰਹੀ, ਕੁਝ ਨਹੀਂ ਹੋ ਰਿਹਾ, ਅਸੀਂ ਉਹਨੂੰ ਰਾਸ਼ਨ ਸਾਰਾ ਫ੍ਰੀ ਦਿੰਦੇ ਹਾਂ। ਔਰ ਕਦੀ ਨਹੀਂ ਦੇਖਿਆ ਕਿ ਕੌਣ ਹੈ, ਚਾਹੇ ਉਹ ਇਜਿਪਸ਼ੀਅਨ ਹੈ, ਚਾਹੇ ਬੰਗਲਾਦੇਸ਼ੀ ਹੈ, ਚਾਹੇ ਪਾਕਿਸਤਾਨੀ ਹੈ, ਚਾਹੇ ਲੋਕਲਸ ਆ ਉੱਥੋਂ ਦੇ। ਸੋ ਇਹ ਸਾਰਾ ਪਹਿਲਾਂ ਇੱਕ ਸੀਗਾ ਮੋਦੀਖਾਨਾ, ਉਸ ਤੋਂ ਬਾਅਦ 2 ਮੋਦੀਖਾਨੇ, ਹੁਣ 3 ਮੋਦੀਖਾਨੇ। ਇਹ ਕੰਮ ਹੁਣ ਤੱਕ ਚੱਲ ਰਿਹਾ ਸਾਰਾ ਇਹ। ਠੀਕ ਹੈ ਜੀ, ਲਗਾਤਾਰ ਚੱਲ ਰਿਹਾ ਜੀ, ਤੇ ਇਸ ਨੇ ਹੋਰ ਲਗਾਤਾਰ ਚੱਲਣਾ ਹੈ ਤੇ ਕੈਨੇਡਾ ਦੇ ਵਿੱਚ ਵੀ ਆਪਣਾ ਫੈਲਾਓ ਕਰਨਾ ਹੈ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਮਤਲਬ ਇਹ ਕੀ ਬਾਹਰੋਂ ਕੋਈ ਹੈਲਪ ਨਹੀਂ ਲੈਂਦੇ, ਕੀ ਇਹ ਸੱਚ ਹੈ ਜੀ? ਪੁੱਛ ਲੈਣੇ ਜੀ, ਕਿਉਂਕਿ ਕਾਫੀ ਇੱਕ ਵੈਸੇ ਅਹਿਮ ਸਵਾਲ ਹੈ ਕਿ ਜਿਹੜਾ ਇਹ ਇੰਨੇ ਵੱਡੇ ਕਾਰਜ ਕਰਦੇ ਨੇ, ਇਹਨਾਂ ਸਾਰਿਆਂ ਨੂੰ ਚਲਾਉਣ ਦੇ ਲਈ ਪੈਸਾ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰਾਪਤ ਹੁੰਦਾ, ਸਹਾਇਤਾ ਕਿੱਦਾਂ ਇਹ ਕਰਦੇ ਨੇ, ਆਪੇ ਦੱਸਣਗੇ। ਦੱਸੋ ਜੀ। ਪੈਸਾ ਬਿਲਕੁਲ ਠੀਕ ਹੈ ਗੱਲ ਇਹ। ਸਰਬਤ ਦਾ ਭਲਾ ਚੈਰੀਟੇਬਲ ਟਰਸਟ ਇੱਕ ਉਹ ਜਿਹਾ ਟਰਸਟ ਹੈ ਜਿਹਨੇ ਅੱਜ ਤੱਕ 10 ਰੁਪਏ ਦੀ ਡੋਨੇਸ਼ਨ ਨਹੀਂ ਲਈ। ਅੱਛਾ ਜੀ। ਬਲਕਿ ਅਸੀਂ ਜਿਸ ਤਰ੍ਹਾਂ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਸਾਡਾ ਪਟਿਆਲੇ 'ਚ ਹੈ, ਅਸੀਂ ਕਾਫੀ ਸਾਡੇ ਕੰਮ ਚੱਲ ਰਹੇ ਆ, ਅਸੀਂ ਸਕੂਲ ਚਲਾ ਰਹੇ ਹਾਂ, ਹੋਸਟਲਸ ਨੇ, ਬਿਲਡਿੰਗਾਂ ਬਣ ਰਹੀਆਂ ਨੇ, ਹਸਪੀਟਲ ਬਣ ਰਹੇ ਆ, ਓਲਡ ਏਜ ਹੋਮ ਹੈ। ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਅਸੀਂ ਕੀ ਉੱਥੇ ਸਾਡੇ ਅਗਲੇ ਪ੍ਰੋਜੈਕਟ ਆ ਰਹੇ ਨੇ। ਕਈ ਪਿੰਡਾਂ ਵਿੱਚ ਜਿੱਦਾਂ ਅਸੀਂ ਘਰ ਬਣਾ ਰਹੇ ਹਾਂ। ਸੋ ਸਰਬਤ ਦਾ ਭਲਾ ਜਿਹੜਾ ਚੈਰੀਟੇਬਲ ਟਰਸਟ ਹੈ ਉਹ ਸਾਰਾ ਆਪਣੇ ਕੋਲੋਂ ਖਰਚਾ ਕਰ ਰਿਹਾ। ਈਵਨ ਜਿਹੜੀਆਂ ਹੋਰ ਸੰਸਥਾਵਾਂ ਜਿਹੜੀਆਂ ਕਿ ਵਾਕਈ ਹੀ ਕੰਮ ਕਰ ਰਹੀਆਂ ਨੇ ਔਰ ਫਾਈਨੈਂਸ ਦੀ ਵਜ੍ਹਾ ਕਰਕੇ ਕਿ ਫਾਈਨੈਂਸ਼ਲੀ ਥੋੜ੍ਹੇ ਜਿਹੇ ਵੀਕ ਨੇ ਉਹ, ਤੇ ਉਹਨਾਂ ਨੇ ਆਪਣੇ ਸੰਸਥਾਵਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਹੁਣ ਨਹੀਂ ਚਲਾ ਸਕਦੇ। ਉਹੋ ਜਿਹੀਆਂ ਸੰਸਥਾਵਾਂ ਨੂੰ ਅਸੀਂ ਤਕਰੀਬਨ ਸਾਲ ਦੇ ਵਿੱਚ 4 ਕਰੋੜ ਰੁਪਇਆ ਸਾਡਾ ਬਜਟ ਹੈ, ਜਿਹੜਾ ਅਸੀਂ 40 ਸੰਸਥਾਵਾਂ ਨੂੰ, ਅਸੀਂ ਕਿਸੇ ਨੂੰ 50,000 ਰੁਪਏ ਮਹੀਨਾ, ਕਿਸੇ ਨੂੰ ਲੱਖ ਰੁਪਏ ਮਹੀਨਾ, ਕਿਸੇ ਨੂੰ 2 ਲੱਖ ਰੁਪਏ ਮਹੀਨਾ ਅਸੀਂ ਦੇ ਕੇ ਉਹਨਾਂ ਨੂੰ ਚਲਾ ਰਹੇ ਹਾਂ। ਕਿਉਂਕਿ ਸਾਡਾ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਜਿੰਨੀ ਕੁ ਹੀ ਸੇਵਾ ਹੋ ਸਕੇ ਚੰਗੀ ਹੈ, ਜਿਹੜੇ ਬੰਦੇ ਕੋਈ ਫਾਇਦਾ ਉਠਾ ਸਕਣ, ਚਾਹੇ ਉਹ ਐਜੂਕੇਸ਼ਨ 'ਚ ਹੈ, ਚਾਹੇ ਉਹ ਮੈਡੀਕਲ 'ਚ ਨੇ, ਚਾਹੇ ਕੈਂਪ ਲੱਗ ਰਹੇ ਨੇ। ਸੋ ਉਹ ਅਸੀਂ ਸਾਰੀਆਂ ਸੰਸਥਾਵਾਂ ਜਿੰਦਾ ਰੱਖੀਆਂ ਨੇ ਔਰ ਸਾਰੀਆਂ ਇਸ ਲਈ ਸਰਬਤ ਦੇ ਭਲਾ ਚੈਰੀਟੇਬਲ ਟਰਸਟ ਦੇ ਅੰਬਰੇਲਾ ਦੇ ਹੇਠਾਂ ਆ ਗਈਆਂ ਨੇ ਔਰ ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ। ਮਤਲਬ ਪਰ ਸਵਾਲ ਇਹ ਸੀਗਾ ਕਿ ਇਹਨਾਂ ਸਾਰੀਆਂ ਨੂੰ ਫਾਈਨੈਂਸ ਕਿਵੇਂ ਕੀਤਾ ਜਾਂਦਾ, ਉਹ ਪੈਸਾ ਕਿੱਥੋਂ ਆਉਂਦਾ ਹੈ? ਨਹੀਂ, ਪੈਸਾ ਦੇਖੋ ਹੁਣ ਤੱਕ ਤਾਂ ਮੇਰੀ ਆਪਣੀ ਕਮਾਈ ਹੈ ਜੀ। ਅੱਛਾ ਜੀ। ਕਿਉਂਕਿ ਅੱਜ ਤੱਕ ਤਾਂ ਪੈਸਾ ਆਪਾਂ ਕਿਤੋਂ ਲਿਆ ਨਹੀਂਗਾ ਜੀ। ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਸਟਾਰਟਿੰਗ ਵਿੱਚ ਜਿਸ ਤਰ੍ਹਾਂ ਅਸੀਂ ਚੱਲ ਰਹੇ ਹਾਂ ਤੇ ਅਸੀਂ ਹੁਣ ਤੋਂ ਹੀ ਪੈਸਾ ਮੰਗਣਾ ਸ਼ੁਰੂ ਕਰ ਦਈਏ। ਠੀਕ ਹੈ ਜੀ। ਤੇ ਉਹਦੇ ਨਾਲ ਬੜਾ ਗਲਤ ਇੰਪ੍ਰੈਸ਼ਨ ਹੈ। ਨਾਲੇ ਅਜੇ ਪੈਸੇ ਦੀ ਆਪਾਂ ਨੂੰ ਲੋੜ ਵੀ ਨਹੀਂ ਸੀ। ਅਸੀਂ ਕਿਸੇ ਨੂੰ ਨਾ ਕਿਸੇ ਗਵਰਨਮੈਂਟ ਕੋਲ ਪੈਸਾ ਮੰਗਿਆ, ਨਾ ਹੀ ਸਾਡੀ ਕੋਈ ਗਵਰਨਮੈਂਟ ਨੇ ਕਿਸੇ ਨੇ ਹੈਲਪ ਕੀਤੀ ਇਸ ਮਾਮਲੇ 'ਚ, ਕਿਉਂਕਿ ਅਸੀਂ ਮੰਗਿਆ ਹੀ ਨਹੀਂ ਪੈਸਾ। ਸੋ ਹੁਣ ਤੱਕ ਜਿਹੜਾ ਤੁਸੀਂ 22 ਕਰੋੜ ਰੁਪਏ ਦੀ ਗੱਲ ਕਰ ਰਹੇ ਹੋ, ਜਾਂ ਫਿਰ 17 ਭਾਰਤੀਆਂ ਨੂੰ ਬਚਾਉਣ ਲਈ ਕਾਫੀ ਵੱਡੀ ਤਾਦਾਦ 'ਚ ਤੁਸੀਂ ਆਪਣੀ ਜੇਬ 'ਚੋਂ ਪੈਸਾ ਮੈਂ ਸਾਰਾ ਪੈਸਾ ਆਪਣੀ ਜੇਬ 'ਚੋਂ ਲਾਇਆ। ਮੇਰਾ ਸਾਰਾ ਵਾਈਟ ਮਨੀ ਹੈ ਜੀ, ਇਹ ਸਾਰੀ ਬੈਂਕ 'ਚੋਂ ਕਢਾ ਕੇ ਪੈਸਾ ਲਾਇਆ ਗਿਆ। ਸੋ ਮੈਨੂੰ ਇਸ ਗੱਲ 'ਤੇ ਕੋਈ ਚੈਲੰਜ ਨਹੀਂ ਕਰ ਸਕਦਾ। ਠੀਕ ਹੈ। ਮੇਰੀ ਆਪਣੀ ਕਮਾਈ ਹੈ। ਲੋ ਜੀ, ਕਈ ਵਾਰੀ ਸ਼ੰਕੇ ਸ਼ੁਬਾ ਹੁੰਦੇ ਨੇ, ਸੋ ਅੱਛੀ ਗੱਲ ਹੈ, ਲੇਕਿਨ ਕਿ ਖੁੱਲੀ ਕਿਤਾਬ ਦੀ ਤਰ੍ਹਾਂ ਦੱਸ ਰਹੇ ਨੇ ਤੁਹਾਨੂੰ ਗੱਲ ਪੇਸ਼ ਹੋ ਕੇ ਪ੍ਰੋਗਰਾਮ ਦੇ ਵਿੱਚ। SP ਸਿੰਘ ਓਬਰਾਏ ਦੁਬਈ ਤੋਂ ਸਿੱਖ ਵਪਾਰੀ ਉੱਗੇ, ਜਿਨ੍ਹਾਂ ਨੇ ਇੱਕ ਨਾਮ ਖੱਟਿਆ ਔਰ ਸਮਾਜ ਸੇਵਾ ਦੇ ਵਿੱਚ ਹੀ ਨਹੀਂ, ਤੇ ਇਹਨਾਂ ਨੇ ਤਲੀ ਤੇ ਕਹਿੰਦੇ ਨੇ ਕਿ ਸਰੋਂ ਜਮਾ ਕੇ ਇੱਕ ਵਾਰੀ ਇਹ ਦਿਖਾਉਣ ਵਾਲੀ ਗੱਲ ਹੀ ਹੋ ਜਾਂਦੀ ਹੈ ਕਿ ਆਪਣੀ ਜੇਬ ਦੇ ਵਿੱਚੋਂ ਇੰਨੀ ਵੱਡੀ ਰਕਮ ਲਾਉਣੀ ਪਵੇ, ਤੇ ਫਿਰ ਪਤਾ ਲੱਗਦਾ ਕਿ ਕਿੰਨੇ ਵੱਡੇ ਹੌਸਲੇ ਦੀ ਹੋ ਸਕਦੀ ਹੈ ਲੋੜ। ਪਰ ਇਹ ਜਿਹੜਾ ਪਟਿਆਲਾ ਦੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੁਸੀਂ ਸ਼ੁਰੂ ਕੀਤਾ, ਉੱਥੇ ਡਿਪਟੀ ਕਮਿਸ਼ਨਰ ਨੂੰ ਜਾਂ ਫਿਰ ਸਾਬਕਾ ਵਾਈਸ ਚਾਂਸਲਰ ਜਾਂ ਹੋਰ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਲੋਕਾਂ ਨੂੰ, ਤਜਰਬੇਕਾਰ ਵਿਅਕਤੀਆਂ ਨੂੰ ਤੁਸੀਂ ਇਸ ਟਰਸਟ ਵਿੱਚ ਸ਼ਾਮਲ ਕੀਤਾ ਜੀ। DC ਸਰ ਆਪਣੇ GK ਸਿੰਘ ਜੀ ਨੇ, ਸੈਸ਼ਨ ਜੱਜ ਉੱਥੇ ਅਤਰੀ ਸਾਹਿਬ ਹੈ, ਮਾਨਯੋਗ ਅਤਰੀ ਸਾਹਿਬ। ਅੱਛਾ ਜੀ। ਵਾਈਸ ਚਾਂਸਲਰ ਹੈਗੇ ਨੇ ਆਪਣੇ। ਇਹ ਸਾਰੇ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਨੇ, ਇਹ ਸਾਰੇ ਜੌਬ ਵਿੱਚ ਨੇ ਜੱਜ ਜੀ। ਅੱਛਾ ਜੀ। ਆਪਣੀ ਜੌਬ 'ਚ ਰਹਿ ਕੇ ਸਾਡੀ ਨਾਲ ਦੇ ਨਾਲ ਸੇਵਾ ਇਹ ਵੀ ਕਰ ਰਹੇ ਜੀ। ਇਹ ਤੋਂ ਪਹਿਲੇ ਜਿਹੜੇ DC ਆ ਉਹ ਵੀ ਸੀਗੇ ਟਰਸਟ ਵਿੱਚ? ਨਹੀਂ ਜੀ, ਨਹੀਂ, ਇਹਨਾਂ DC ਸਾਹਿਬ ਨੂੰ ਆਪਾਂ ਲਿਆ ਕਿਉਂਕਿ ਟਰਸਟ ਬਣਿਆ ਹੁਣ ਇਹ ਜਦੋਂ ਪਟਿਆਲੇ ਆਏ ਤਾਂ ਉਦੋਂ ਹੀ ਟਰਸਟ ਬਣਾਇਆ ਗਿਆ। ਠੀਕ ਹੈ ਜੀ। ਤੇ ਉਦੋਂ ਨਾਲ ਲਿਆ ਗਿਆ ਇਹਨਾਂ ਨੂੰ। ਠੀਕ ਹੈ ਜੀ। ਲੋ ਜੀ, ਤੁਹਾਡੀ ਗੱਲ ਵੀ ਕਰਾਉਂਦੇ ਹਾਂ। ਸੁਰ ਸਾਗਰ ਜੀ, ਹੈਲੋ। ਲੋ ਜੀ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਬੋਲੋ ਜੀ। ਹਾਂਜੀ, ਇਹਨਾਂ ਨੂੰ ਨਾ ਪੇਪਰ 'ਚ ਪੜ੍ਹਿਆ ਸੁਣਿਆ ਸੀਗਾ, ਤਾਂ ਦਿਲ ਕਰਦਾ ਸੀ ਵੀ ਇਹਨਾਂ ਨੂੰ ਨਾ ਦੇਖੀਏ। ਹਾਂਜੀ। ਤਾਂ ਫਿਰ ਇਹ ਹੁਣ ਦੇਖ ਲਿਆ, ਹੁਣ ਤਾਂ ਇੰਨੀ ਮਹਾਨ ਸ਼ਖਸੀਅਤ ਹੈ, ਬਹੁਤ ਦਿਲ ਕਰਦਾ ਸੀ ਵੀ ਦੇਖੀਏ ਇਹਨਾਂ ਨੂੰ। ਹੁਣ ਦੇਖ ਲਿਆ, ਮਨ ਬਹੁਤ ਖੁਸ਼ ਹੋਇਆ ਦੇਖ ਕੇ। ਬਹੁਤ ਮਿਹਰਬਾਨੀ ਭੈਣ ਜੀ, ਥੈਂਕ ਯੂ ਜੀ। ਓਕੇ। ਲੋ ਜੀ, ਅੱਛੀ ਗੱਲ ਹੋਈ ਹੈ ਕਿ ਤੁਸੀਂ ਸਮਾਂ ਕੱਢ ਕੇ ਪ੍ਰੋਗਰਾਮ ਦੇ ਵਿੱਚ ਆਏ ਹੋ, ਕਿਉਂਕਿ ਇਹ ਕੈਨੇਡਾ ਭਰ ਦੇ ਵਿੱਚ ਹੀ SS ਟੈਲੀਵਿਜ਼ਨ ਰੇਡੀਓ ਸੁਰਸਾਗਰ ਦੇ ਪ੍ਰੋਗਰਾਮਾਂ ਨੂੰ ਦੇਖ ਕੇ ਮਾਣਦੇ ਨੇ ਲੋਕ, ਤੇ ਇਸ ਤਰੀਕੇ ਦੇ ਨਾਲ ਦੂਰ ਦਰਾਡੇ ਬੈਠੇ, ਕਿਉਂਕਿ ਮਾਲਟਨ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਲੋਕ ਆ ਕੇ ਅੱਜ ਇਹਨਾਂ ਨੂੰ ਮਿਲ ਕੇ ਵੀ ਗਏ ਹਨ, ਲੇਕਿਨ ਕਿ ਦੂਰ ਦਰਾਡੇ ਬੈਠੇ SS ਟੈਲੀਵਿਜ਼ਨ ਦੇ ਦਰਸ਼ਕ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ ਸਿੱਧੀ ਜੀ। ਸੁਰਸਾਗਰ
ਹੈਲੋ, ਅੱਗੇ ਚੱਲੀਏ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ, ਬੋਲੋ ਜੀ। ਵੇਖੋ ਜਿਸ ਤਰੀਕੇ ਨਾਲ 17 ਭਾਰਤੀਆਂ ਨੂੰ ਛੁਡਾਇਆ, ਉਹ ਮੈਂ ਇਹਨਾਂ ਦਾ ਧੰਨਵਾਦ ਕਰਦਾ। ਔਰ ਸਾਰੇ ਸਿੱਖ ਜਨਤ ਨੂੰ, ਸਾਰੀ ਹਿੰਦੁਸਤਾਨ ਦੁਨੀਆ ਵਿਦੇਸ਼ਾਂ 'ਚ ਬੈਠਿਆਂ ਨੂੰ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਨਾਲ ਮੈਂ ਬੇਨਤੀ ਕਰਨੀ ਚਾਹੁੰਦਾ, ਲੋਕਾਂ ਨੂੰ ਸੰਦੇਸ਼ ਦਿਓ, ਪਰ ਸ਼੍ਰੋਮਣੀ ਕਮੇਟੀ ਜਿਹੜੀ ਹੈ, ਸ਼੍ਰੋਮਣੀ ਕਮੇਟੀ ਹਰਿਮੰਦਰ ਸਾਹਿਬ ਤੋਂ ਹਾਂਜੀ, ਇੱਕ ਕੋਈ ਕਿਸੇ ਵਾਸਤੇ ਮਾਸਾ ਕੁਰਬਾਨੀ ਕਰੇ, ਉਹਨਾਂ ਨੂੰ ਵਾਰ ਦਿੰਦੀ ਆ, ਉਹਨਾਂ ਨੂੰ ਸਨਮਾਨ ਕਰਦੀ ਆ। ਮੈਂ ਸਿੱਖ ਜਨਤ ਨੂੰ ਬੇਨਤੀ ਕਰਨਾ, ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰੀਏ, ਇਹਨਾਂ ਨੂੰ ਸਰੋਪਾ ਦੇਣ, ਇਹਨਾਂ ਨੂੰ ਸਨਮਾਨ ਅਕਾਲ ਤਖਤ ਤੇ ਕਰਨ। 17 ਜਾਨਾਂ ਇਹਨਾਂ ਹਿੰਦੁਸਤਾਨ ਦੀਆਂ ਬਚਾਈਆਂ ਨੇ। ਇਹਦਾ ਧੰਨਵਾਦ ਕਰਦਾ। ਤੇ ਮੈਂ ਇਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਇਹ ਮੇਰੇ ਸਵਾਲ ਨਾਲ ਸਹਿਮਤ ਨੇ? ਬਹੁਤ ਮਿਹਰਬਾਨੀ। ਅੱਛਾ, ਵੈਸੇ ਜਦੋਂ ਤੁਸੀਂ ਗਏ ਸੀ ਸਾਰਿਆਂ ਨੂੰ ਲੈ ਕੇ ਦਰਬਾਰ ਸਾਹਿਬ, ਤੇ ਉੱਥੇ ਤੁਹਾਡਾ ਮਾਨ ਸਨਮਾਨ ਹੋਇਆ ਸੀ? ਜਿਹੜਾ ਦਫ਼ਤਰ ਹੈ ਜਿਹੜਾ ਬਣਨਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੇਕਿਨ ਮੈਂ ਇੱਥੇ ਇਹਨਾਂ ਨੂੰ ਜਵਾਬ ਦੇਣਾ ਚਾਹਾਂਗਾ, ਅਗਰ ਸੁਣ ਰਹੇ ਤਾਂ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ, ਗਿਆਨੀ ਗੁਰਬਚਨ ਸਿੰਘ ਜੀ, ਇਹਨਾਂ ਨੇ 2 ਵਾਰੀ ਮੇਰਾ ਸਨਮਾਨ ਕੀਤਾ। ਇਹਨਾਂ ਨੇ ਪਿੱਛੇ ਜੇ ਹੁਣ ਮਹੀਨਾ ਕੁ ਪਹਿਲਾਂ ਇਹਨਾਂ ਨੇ ਮੈਨੂੰ ਸਿੱਖ ਸ਼੍ਰੋਮਣੀ ਅਵਾਰਡ ਦਿੱਤਾ ਸੀਗਾ ਜੀ। ਅੱਛਾ ਜੀ। ਉਹ ਵੀ ਜਥੇਦਾਰ ਸਾਹਿਬ ਨੇ ਦਿੱਤਾ ਸੀਗਾ। ਸੋ ਐਸੀ ਨਹੀਂ ਕੋਈ ਗੱਲ ਵੀ, ਸਨਮਾਨ ਤੇ ਖੈਰ ਮਿਲ ਹੀ ਰਹੇ ਨੇ ਜੀ ਸਾਰਿਆਂ ਪਾਸੋਂ। ਠੀਕ ਹੈ ਜੀ, ਬਹੁਤ ਮਿਹਰਬਾਨੀ। ਅੱਗੇ ਚੱਲਦੇ ਹਾਂ ਜੀ। ਸੁਰਸਾਗਰ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਜੀ ਸੁਖਿੰਦਰ ਸਿੰਘ ਘਮਾਨ ਬੋਲ ਰਿਹਾ ਜੀ। ਘਮਾਨ ਸਾਹਿਬ, ਕੀ ਹਾਲ ਹੈ? ਵੈਲਕਮ। ਇਹਨਾਂ ਨੂੰ ਬੜੀ ਖੁਸ਼ੀ ਹੋਈ ਇਹਨਾਂ ਦੀ ਆਵਾਜ਼ ਸੁਣ ਕੇ, ਇਹਨਾਂ ਨੂੰ ਦੇਖ ਕੇ। ਤੇ ਮੈਂ ਕਵਿਤਾ ਇਹਨਾਂ ਦੇ ਉੱਪਰ ਲਿਖੀ ਸੀ, ਉਹਦੀਆਂ 2-4 ਲਾਈਨਾਂ ਮੈਂ ਸੁਣਾ ਦਿੰਦਾ ਤੁਹਾਨੂੰ। ਬੋਲੋ ਜੀ। ਪੈਸੇ ਪਿੱਛੇ ਭੱਜਦੀ ਜਾਂ ਦੁਨੀਆ ਸਾਰੀ, ਪੈਸੇ ਪਿੱਛੇ ਭੱਜਦੀ ਜਾਂ ਦੁਨੀਆ ਸਾਰੀ, ਵਿਰਲੇ ਵਿਰਲੇ ਲੱਭਦੇ ਪੁੱਤ ਪਰਉਪਕਾਰੀ। ਉਹ ਦਰਦ ਮੰਦਾਂ ਦੇ ਦਰਦੀ, ਉਹ ਦਰਦ ਮੰਦਾਂ ਦੇ ਦਰਦੀ, ਉਹ ਦਰਦ ਮੰਦਾਂ ਦੇ ਦਰਦੀ, ਕੋਮਲ ਦਿਲ ਵਾਲੇ, ਉਹ ਚੁਗਦੇ ਵਾਂਗ ਸਰਾਹੀ ਪਰਨ ਲਈ ਪਿਆਲੇ। ਜਿਉਂਦਾ ਰਹੇ ਸੁਰਿੰਦਰਪਾਲ ਸਿੰਘ, ਜਿਉਂਦਾ ਰਹੇ ਸੁਰਿੰਦਰਪਾਲ ਸਿੰਘ ਦੁਬਈ ਵਾਲਾ, ਜਿਸ ਨੂੰ ਮੈਂ ਤੱਕਿਆ ਪਰਉਪਕਾਰੀ ਵਾਲਾ। ਮਾਤਾ ਅੰਮ੍ਰਿਤ ਕੌਰ ਨੇ, ਮਾਤਾ ਅੰਮ੍ਰਿਤ ਕੌਰ ਨੇ, ਮਾਤਾ ਅੰਮ੍ਰਿਤ ਕੌਰ ਨੇ ਜਿਸ ਨੂੰ ਸੀਰ ਚੰਗਾਇਆ, ਪਿਤਾ ਪ੍ਰੀਤਮ ਸਿੰਘ ਨੇ ਸੀ ਲਾਡ ਲਡਾਇਆ। ਐਸੀ ਗੁਰਤੀ ਦਿੱਤੀ ਮਾਪਿਆਂ, ਐਸੀ ਗੁਰਤੀ ਦਿੱਤੀ ਮਾਪਿਆਂ, ਐਸੀ ਗੁਰਤੀ ਦਿੱਤੀ ਮਾਪਿਆਂ, ਚੰਗਾ ਸਬਕ ਸਿਖਾਇਆ। ਤਾਈਆਂ ਦਰਦ ਮੰਦਾਂ ਦਾ ਦਰਦੀ ਉਹ ਬਣ ਕੇ ਆਇਆ, ਤਾਈਆਂ ਦਰਦ ਮੰਦਾਂ ਦਾ ਦਰਦੀ ਉਹ ਬਣ ਕੇ ਆਇਆ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਚਲੋ ਜੀ, ਫਿਰ ਤੁਹਾਡੇ ਤੇ ਤਾਂ ਗੀਤ ਵੀ ਲਿਖੇ ਗਏ ਆ ਜੀ। ਹਾਂਜੀ, ਐਸਪੀ ਓਬਰਾਏ ਜੀ। ਤੇ ਕੀ ਮਹਿਸੂਸ ਕਰ ਰਹੇ ਹੋ? ਬਸ ਦੱਸਿਆ ਕਿ ਬਾਕੀ ਖੁਸ਼ੀ ਤਾਂ ਹੁੰਦੀ ਹੈ ਜੀ। ਦੇਖੋ ਮਲੀ ਸਾਹਿਬ, ਕੁਝ ਕਹਿਣਾ ਚਾਹੁੰਦੇ ਹੋ ਇਸ ਗੀਤ ਬਾਰੇ? ਨਹੀਂ, ਬਹੁਤ ਵਧੀਆ। ਆਪਣਾ ਘਮਾਨ ਸਾਹਿਬ ਨੇ ਆਪਣਾ ਜਿਹੜਾ ਲਿਖਿਆ, ਬਹੁਤ ਮਿਹਨਤ ਕੀਤੀ ਮੈਂ ਸਮਝਦਾ, ਤੇ ਬੜਾ ਵਧੀਆ ਤਰੀਕੇ ਦੇ ਨਾਲ ਉਹਨੂੰ ਫਰਮਾਇਆ। ਠੀਕ ਹੈ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਲੋ ਜੀ, ਇਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਹੈ ਜੋ ਇਸ ਨੇ ਕੈਨੇਡਾ ਦੇ ਵਿੱਚ ਵੀ ਕੰਮ ਕਰਨਾ ਹੈ। ਤੇ ਕੀ ਸੋਚਦੇ ਹੋ ਓਬਰਾਏ ਸਾਹਿਬ ਕਿ ਕੈਨੇਡਾ ਦੇ ਵਿੱਚ ਇਹ ਟਰਸਟ ਕਿਵੇਂ ਕੰਮ ਕਰੇਗਾ? ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਮੈਂ ਦੱਸਦੇ ਹਾਂ ਕਿ ਦੁਬਈ ਤੋਂ ਸ਼ੁਰੂ ਹੋਇਆ ਸੀ, ਫਿਰ ਨੇਪਾਲ 'ਚ ਟਰਸਟ ਰਜਿਸਟਰਡ ਕਰਾਇਆ ਗਿਆ। ਹਾਂਜੀ। ਉਸ ਤੋਂ ਬਾਅਦ ਇੰਡੀਆ 'ਚ, ਪੰਜਾਬ 'ਚ ਪਟਿਆਲੇ ਹੋ ਗਿਆ ਸੀਗਾ। ਹੁਣ ਅਸੀਂ 22 ਡਿਸਟ੍ਰਿਕਟ ਹੈਗੇ, 22 ਡਿਸਟ੍ਰਿਕਟ ਦੇ ਵਿੱਚ ਜਿਹੜਾ ਇਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਅਸੀਂ ਆਫਿਸ ਖੋਲ੍ਹ ਰਹੇ ਹਾਂ। ਸੋ ਉੱਥੋਂ ਸਾਰਾ ਆਪਰੇਟ ਹੋਏਗਾ, ਕਿਉਂਕਿ ਜਿਹੜਾ ਅਸੀਂ ਸਾਰਾ ਪੰਜਾਬ ਹੁਣ ਤੱਕ ਜਿੰਨੇ ਅਸੀਂ ਕੰਮ ਕੀਤੇ ਆ, ਚਾਹੇ ਉਹ ਮੈਂਟਲੀ ਰਿਟਾਰਡਡ ਬੱਚਿਆਂ ਦੇ, ਚਾਹੇ ਡੈਫ ਐਂਡ ਬਲਾਈਂਡ ਬੱਚਿਆਂ ਦੇ ਹੈਗੇ, ਚਾਹੇ ਓਲਡ ਏਜ ਹੋਮ ਹੋ ਗਿਆ, ਚਾਹੇ ਵਿਧਵਾਵਾਂ ਦੀਆਂ ਪੈਨਸ਼ਨਸ ਹੋ ਗਈਆਂ, ਬੱਚਿਆਂ ਨੂੰ ਅਸੀਂ ਸਪਾਂਸਰ ਕਰ ਰਹੇ ਹਾਂ ਜਿਹੜੇ ਕਿ ਹਾਇਰ ਐਜੂਕੇਸ਼ਨ ਦੇ। ਉਹ ਅਸੀਂ ਬੜਾ ਔਖਾ ਜਿਹਾ ਹੋ ਗਿਆ ਸੀ ਸਾਡੇ ਕੋਲੋਂ ਪੂਰਾ ਪੰਜਾਬ ਸੰਭਾਲਣਾ। ਹੁਣ ਅਸੀਂ 22 ਡਿਸਟ੍ਰਿਕਟ ਵਾਈਜ਼ ਅਸੀਂ ਜਿਹੜੇ ਆਫਿਸ ਖੋਲ੍ਹਤੇ ਨੇ, ਹਰ ਡਿਸਟ੍ਰਿਕਟ ਜਿਹੜਾ ਆਪਣਾ ਆਪਣੇ ਡਿਸਟ੍ਰਿਕਟ ਨੂੰ ਕਵਰ ਕਰੇਗਾ। ਅੱਛਾ ਜੀ। ਤੇ ਉਹਨੂੰ ਸਾਰੀ ਜਿਹੜਾ ਅਸੀਂ ਇਸ ਤਰੀਕੇ ਨਾਲ ਚਲਾਵਾਂਗੇ। ਇਸ ਤੋਂ ਬਾਅਦ ਸਾਡੇ ਵਿਚਾਰ ਆਇਆ ਸੀ ਕਿ ਅਸੀਂ ਇੰਡੀਆ ਕਵਰ ਹੋ ਗਿਆ, ਸਾਡਾ ਪੰਜਾਬ ਕਵਰ ਹੋ ਗਿਆ, ਤੇ ਅਸੀਂ ਬਾਹਰ ਨਿਕਲੀਏ। ਸਭ ਤੋਂ ਪਹਿਲਾਂ ਅਸੀਂ ਸਿਆਟਲ ਆਏ ਸੀ, ਬੜਾ ਅੱਛਾ ਰਿਸਪੌਂਸ ਮਿਲਿਆ ਸਾਨੂੰ ਉੱਥੋਂ ਦੀ। ਤੇ ਉੱਥੇ ਦਲਜੀਤ ਸਿੰਘ ਵਿਰਕ ਹੈਗੇ ਨੇ ਜਿਹੜਾ ਕਿ ਉਹਨਾਂ ਨੇ ਸਾਰਾ ਕਰਿਆ। ਉਹ ਤੋਂ ਬਾਅਦ ਧਾਲੀਵਾਲ ਸਾਹਿਬ ਆ ਉੱਥੇ,
ਉਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਕਰਿਆ ਕਿ ਇਹ ਹੁਣ ਅਸੀਂ ਰਜਿਸਟਰਡ ਕਰਾ ਕੇ ਤੇ ਇਸ ਟਰਸਟ ਨੂੰ ਅਸੀਂ ਪੂਰੇ ਇਮਾਨਦਾਰੀ ਨਾਲ ਚਲਾਵਾਂਗੇ। ਇਸ ਤੋਂ ਬਾਅਦ ਵੈਂਕੂਵਰ ਗਏ ਸੀ, ਵੈਂਕੂਵਰ ਵਿੱਚ ਬੜਾ ਅੱਛਾ ਰਿਸਪੌਂਸ ਮਿਲਿਆ। ਉੱਥੇ ਵੀ ਜਿਹੜਾ ਸੀ ਇਹ ਟਰਸਟ ਜਿਹੜਾ ਇਹ ਉਹਦਾ ਰਜਿਸਟਰਡ ਕਰਾਉਣ ਲਈ ਸ਼ੁਰੂ ਹੋ ਗਿਆ ਕੰਮ। ਇੰਡੀਆਨਾ ਗਏ ਸੀ, ਉੱਥੇ ਬੜਾ ਅੱਛਾ ਰਿਸਪੌਂਸ ਮਿਲਿਆ। ਉਸ ਤੋਂ ਬਾਅਦ ਹੁਣ ਅਸੀਂ ਵੈਂਕੂਵਰ ਆਏ ਹਾਂ, ਇੱਥੇ ਆਏ ਹਾਂ, ਸੌਰੀ ਟੋਰਾਂਟੋ ਆਏ ਹਾਂ। ਸੋ ਟੋਰਾਂਟੋ 'ਚ ਸਰ ਮੱਲੀ ਸਾਹਿਬ ਨਾਲ, ਜਿਨ੍ਹਾਂ ਨਾਲ ਮੇਰੇ ਕਾਫੀ 10-12 ਸਾਲ ਦੇ ਸਾਡੇ ਰਿਲੇਸ਼ਨ ਹੈ, ਮੈਂ ਹਮੇਸ਼ਾ ਇਹਨਾਂ ਕੋਲ ਹੀ ਆਉਂਦਾ। ਤੇ ਹੁਣ ਜਿਹੜੀ ਇਹ ਜ਼ਿੰਮੇਵਾਰੀ ਇੱਥੋਂ ਟਰਸਟ ਬਣਾਉਣ ਦੀ ਹੈ, ਉਹ ਸਾਰੀ ਅਸੀਂ ਮੱਲੀ ਸਾਹਿਬ ਨੂੰ ਦਿੱਤੀ ਹੈ। ਹੁਣ ਮੱਲੀ ਸਾਹਿਬ ਆਪਣੇ ਜਿਹੜੇ ਅਸੀਂ ਮੈਂਬਰ ਬਣਾਉਣੇ ਨੇ, 7 ਮੈਂਬਰ ਬਣਨੇ ਨੇ, ਟਰਸਟੀ ਜਿਹੜੇ ਹੋਣਗੇ, ਉਹ ਮੱਲੀ ਸਾਹਿਬ ਨੂੰ ਇਹੀ ਰਿਕੁਐਸਟ ਕੀਤੀ ਕਿ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਕਿ ਕਿਹੜੇ ਅੱਛੇ ਬੰਦੇ ਜਿਹੜੇ ਇਸ ਟਰਸਟ ਵਿੱਚ ਆ ਸਕਦੇ ਨੇ, ਉਹਨਾਂ ਨੂੰ ਟਰਸਟ ਵਿੱਚ ਲਿਆ ਜਾਵੇ, ਟਰਸਟ ਰਜਿਸਟਰਡ ਕਰਾਇਆ ਜਾਵੇ। ਤੇ ਫਿਰ ਅਸੀਂ ਉਸ ਨਾਲ ਜੋ ਸੇਵਾ ਸੰਭਾਲ ਜੋ ਅਸੀਂ ਉੱਥੇ ਕਰ ਰਹੇ ਹਾਂ, ਉਹ ਇੱਥੇ ਵੀ ਬੜੀ ਲੋੜ ਹੈ। ਠੀਕ ਹੈ। ਇਸੇ ਕਰਕੇ ਅਸੀਂ ਹਰ ਕੰਟਰੀ ਵਿੱਚ ਖੋਲ੍ਹ ਰਹੇ ਹਾਂ ਜੀ। ਮਨੀ ਸਾਹਿਬ, ਤੁਸੀਂ ਕੀ ਮਹਿਸੂਸ ਕਰਦੇ ਹੋ, ਕਿੰਨੀ ਕੁ ਲੋੜ ਹੈ ਇਸ ਟਰਸਟ ਦੀ ਇੱਥੇ? ਵੈਸੇ ਜਿਸ ਤਰ੍ਹਾਂ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਕਾਫੀ ਵੱਡੀ ਗਿਣਤੀ 'ਚ ਖਾਸ ਤੌਰ 'ਤੇ ontario ਦੇ ਵਿੱਚ ਤੇ ਗ੍ਰੇਟਰ ਟੋਰਾਂਟੋ ਏਰੀਆ 'ਚ ਵਸਦੀ ਹੈ, ਅਤੇ ਆਪਣੀਆਂ ਮੁਸ਼ਕਲਾਂ ਵੀ ਬਹੁਤ ਸਾਰੀਆਂ ਹਨ ਜਿਹੜੀਆਂ ਕਿ ਆਲਰੇਡੀ ਇਹਨਾਂ ਦਾ ਪਾਸ ਜੇ ਚੈੱਕ ਕੀਤਾ ਜਾਵੇ, SP ਸਿੰਘ ਵਰਾਏ ਸਾਹਿਬ ਦਾ ਜਿਹੜੀਆਂ ਮੁਸ਼ਕਲਾਂ ਇਹਨਾਂ ਨੇ ਹੱਲ ਕੀਤੀਆਂ ਉੱਥੇ ਵੀ, ਤੇ ਉਹਦੇ ਨਾਲੋਂ ਇੱਥੇ ਵੀ ਕੁਝ ਹੋਰ ਵੀ ਮੁਸ਼ਕਲਾਂ ਹਨ, ਉਹ ਹੱਲ ਕਰਨ ਦੇ ਵਿੱਚ ਕਾਫੀ ਸਹਾਇਤਾ ਹੋ ਸਕਦੀ ਹੈ। ਸੋ ਤੁਸੀਂ ਇਹ ਟਰਸਟ ਜੇ ਸਥਾਪਿਤ ਕਰੋਗੇ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਅਗਵਾਈ ਦੇ ਵਿੱਚ ਚੱਲੋਗੇ, ਜਾਂ ਕਿਵੇਂ ਸੋਚਦੇ ਹੋ ਕਿ ਕੈਨੇਡਾ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਤੁਹਾਨੂੰ ਵੀ ਅੱਛਾ ਗਿਆਨ ਹੈ? ਬਿਲਕੁਲ, ਇਹ ਜਿਹੜੀ ਐਕਚੁਅਲੀ ਇਹਨਾਂ ਦੀ ਅਗਵਾਈ ਤੇ ਦੇ ਥੱਲੇ ਇਹ ਟਰਸਟ ਜਿਹੜਾ ਹੈਗਾ, ਕਿਉਂਕਿ ਜਿਹੜਾ ਹੈਡ ਆਫਿਸ ਇਹਨਾਂ ਦਾ ਦੁਬਈ ਪਟਿਆਲੇ, ਤੇ ਉਸ ਤੋਂ ਬਾਅਦ ਦੁਬਈ, ਤੇ ਫਿਰ ਇੱਥੇ ਜਿਹੜੇ ਚੈਪਟਰ ਇੱਕ ਕਿਸਮ ਦੇ ਵੱਖਰੇ ਵੱਖਰੇ ਹੋਣਗੇ। ਤੇ ਉਹਦੇ ਨਾਲ ਕੀ ਹੈ ਕਿ ਇੱਥੇ ਜਿਹੜੇ ਮੈਂਬਰ ਲਏ ਜਾਣਗੇ, ਉਹ ਜੋ ਬਿਲਕੁਲ ਇਮਾਨਦਾਰ ਵਿਅਕਤੀ ਸਕਰੀਨ ਕਰਕੇ, ਜਿਹਦਾ ਕਿ ਅੱਗੇ ਪਿਛੋਕੜ ਜਿਹੜਾ ਹੈ ਬਹੁਤ ਵਧੀਆ ਪਿਛੋਕੜ ਹੋਵੇ, ਅਜਿਹੇ ਮੈਂਬਰ ਮੈਂ ਇਹਨਾਂ ਨੂੰ ਰਿਕਮੈਂਡ ਕਰਾਂਗਾ। ਉਹਨਾਂ ਦੀ ਸਕਰੀਨ ਕਰਕੇ ਇਹਨਾਂ ਨੂੰ ਨਾਂ ਪੇਸ਼ ਕਰਾਂਗੇ ਕਿ ਆਹ ਮੈਂਬਰ ਜਿਹੜੇ ਹੈਗੇ ਆ, ਇਹ ਫਿਰ ਆਪਣਾ ਡਿਸਾਈਡ ਕਰ ਸਕਦੇ ਆ। ਕਿਉਂਕਿ ਜੇ ਪਿਛੋਕੜ ਚੰਗੇ ਵਾਲੇ ਵਿਅਕਤੀ ਜਿਹੜੇ ਆਉਂਦੇ ਆ, ਤਾਂ ਜਿਹੜੀ ਸੰਸਥਾ ਹੈ, ਜਿਹੜੀ ਚੈਰੀਟੇਬਲ ਆਰਗੇਨਾਈਜੇਸ਼ਨ ਹੈ, ਸਰਬੱਤ ਦਾ ਭਲਾ, ਇਹਦਾ ਹੋਰ ਵੀ ਨਾਂ ਉੱਚਾ ਹੁੰਦਾ, ਹੋਰ ਵੀ ਕੰਮ ਜਿਹੜਾ ਵਧੀਆ ਹੁੰਦਾ, ਤੇ ਸੰਸਥਾ ਦੀ ਜਿਹੜੀ ਜਿਸ ਤਰ੍ਹਾਂ ਕਿ ਅੱਗੇ ਵੀ ਬਹੁਤ ਕੰਮ ਕੀਤੇ, ਹੋਰ ਵੀ ਵਧੀਆ ਕੰਮ ਕਰ ਸਕਦੇ। ਠੀਕ ਹੈ ਜੀ, ਚਲੋ ਜੀ, ਫਿਰ ਜਿੰਨੇ ਵੀ ਤੁਸੀਂ ਆਏ ਹੋ, ਸ਼ਲਾਘਾ ਕੀਤੀ ਹੈ SP ਸਿੰਘ ਓਬਰਾਏ ਦੀ, ਇਹਨਾਂ ਦੇ ਕੰਮਾਂ ਦੀ, ਪਰ ਮਸਲੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ। ਇਹ ਠੀਕ ਹੈ, ਚਲੋ ਅਸੀਂ ਪ੍ਰੋਗਰਾਮ ਨੂੰ ਤੁਹਾਡੀਆਂ ਭਾਵਨਾਵਾਂ ਦੇ ਅਨੁਸਾਰ ਹੀ ਚਲਾਵਾਂਗੇ। ਤੇ ਵੈਸੇ ਕੋਸ਼ਿਸ਼ ਕਰਨਾ ਚਾਹੁੰਦੇ ਸੀ ਕਿ ਜੇ ਜੇਲ੍ਹਾਂ 'ਚੋਂ ਇਹਨਾਂ ਨੇ ਛੁਡਾਇਆ ਤੇ ਜੇਲ੍ਹਾਂ ਤੱਕ ਅਸੀਂ ਪੁੱਜਦੇ ਹੀ ਕਿਉਂ ਆ, ਕਿਉਂਕਿ ਆਪਣੇ ਘਰੋਂ ਮਾਤਾ ਪਿਤਾ ਦੀ ਜੋ ਸਖਤ ਮਿਹਨਤ ਨਾਲ ਕਮਾਈ ਹੋਈ ਪੂੰਜੀ ਨੂੰ ਖਰਚ ਕੇ ਅਸੀਂ ਜੇਲ੍ਹਾਂ 'ਚ ਜਾਣ ਲਈ ਤੇ ਵਿਦੇਸ਼ਾਂ ਚਾਹੁੰਦੇ ਨਹੀਂ, ਪਰ ਪਹੁੰਚ ਕਿਵੇਂ ਜਾਂਦੇ ਆ। ਕਮਾਲ ਦੀ ਇਹ ਗੱਲ ਆ ਆਪਣੇ ਆਪ ਦੇ ਵਿੱਚ। ਕੋਈ ਦੇਸ਼ ਅਜਿਹਾ ਨਹੀਂ ਜਿੱਥੇ ਆਪਣੇ ਲੋਕ ਸਾਡੇ ਹਾਂਜੀ ਵੱਖ-ਵੱਖ ਕੁਕਰਮਾਂ ਕਰਕੇ ਜੇਲ੍ਹਾਂ ਦੇ ਵਿੱਚ ਗਏ ਨਾ ਹੋਣ। ਕੱਲ੍ਹ ਤੇ ਅਲਬਰਟਾ ਦੇ ਵਿੱਚ ਹੀ ਗਿਆ ਇੱਕ 30 ਸਾਲ ਦਾ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਕਾਰ ਦੇ ਵਿੱਚ ਬੈਠਿਆਂ ਦਾ ਹੀ ਇੰਨਾ ਜ਼ਿਆਦਾ ਝਗੜਾ ਹੋ ਗਿਆ ਕਿ ਉਹਨੇ ਔਰਤ ਨੇ ਚਲਦੀ ਕਾਰ 'ਚੋਂ ਛਾਲ ਮਾਰ ਤੇ ਆਪਣੇ ਆਪ ਨੂੰ ਪਤੀ ਤੋਂ ਬਚਾਉਣ ਲਈ ਮਾਰ ਤੇ, ਲੇਕਿਨ ਕਿ ਉਹ ਫਿਰ ਵੀ ਗਏ ਕਿਉਂਕਿ ਸੀਟ ਬੈਲਟ ਠੀਕ ਤਰੀਕੇ ਨਾਲ ਅਜੇ ਲੱਥੀ ਨਹੀਂ ਸੀ ਉਸ ਦੇ ਸਰੀਰ ਦੇ ਨਾਲ, ਤੇ ਚਲਦੀ ਕਾਰ ਦੇ ਨਾਲ ਉਹ ਘੜੀਸੀ ਗਈ। ਆਦਮੀ ਚਲਾ ਗਿਆ ਜੇਲ੍ਹ 'ਚ ਤੇ ਔਰਤ ਹੋ ਗਈ ਹੈ ਸਵਰਗਵਾਸ। ਸੋ ਇਸ ਕਿਸਮ ਦੀਆਂ ਘਟਨਾਵਾਂ ਤਕਰੀਬਨ ਨਿਤ ਦਿਨ ਕੈਨੇਡਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਾਪਰਨਾ ਹਨ ਜਾਰੀ। ਅਸੀਂ ਨੇਪਾਲ ਦੇ ਵਿੱਚ ਵੱਡਾ ਕਾਰਨਾਮਾ ਇਹਨਾਂ ਨੇ ਕੀਤਾ, ਉਹ ਵੀ ਗੱਲ ਕਰਾਂਗੇ, ਲੇਕਿਨ ਕਿ ਦੇਖਦੇ ਹਾਂ ਹੁਣ ਸਾਡੇ ਨਾਲ ਕੌਣ ਨੇ। ਸੁਰ ਸਾਗਰ ਜੀ, ਹੈਲੋ, ਅੱਗੇ ਚੱਲੀਏ ਜੀ। ਸੁਰ ਸਾਗਰ, ਹੈਲੋ, ਸਤਿ ਸ੍ਰੀ ਅਕਾਲ ਭਾਜੀ। ਜੀ ਭੈਣ ਜੀ, ਕੀ ਹਾਲ ਹੈ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਐਂਡ ਭਾਜੀ ਉਹਨਾਂ ਨੂੰ ਦੋਨਾਂ ਨੂੰ, ਤੁਹਾਨੂੰ ਸਾਰਿਆਂ ਨੂੰ ਭਾਜੀ ਉਹਨਾਂ ਨੂੰ ਸਪੈਸ਼ਲੀ ਕਿ ਕੈਨੇਡਾ ਦੇ ਵਿੱਚ ਜੇ ਆਏ ਔਰ ਜੋ ਇਹਨਾਂ ਨੇ ਪਰਉਪਕਾਰ ਕੀਤੇ ਔਰ ਕਰ ਰਹੇ ਆ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਔਰ ਜਿਹੜਾ ਜੇਲ੍ਹਾਂ ਦੇ ਵਿੱਚ ਬੱਚੇ ਗਏ ਹੋਏ ਔਰ ਜਾਣੇ ਵਾਲੇ ਆ, ਜੇ ਬਹੁਤ ਹੋਣਗੇ ਲਾਈਨ 'ਚ ਲੱਗੇ ਹੋਏ, ਉਹਨਾਂ ਨੂੰ ਇਹਨਾਂ ਦੇ ਵਿਚਾਰ ਸੁਣਨੇ ਚਾਹੀਦੇ, ਇਹਨਾਂ ਨੂੰ ਦਰਸ਼ਨ ਕਰਨੇ ਚਾਹੀਦੇ। ਸ਼ਾਇਦ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਆਪਣੀ ਕਮਿਊਨਿਟੀ ਤੇ ਆਪਣੀ ਕੌਮ ਤੇ। ਇੱਦਾਂ ਦੇ ਮੈਂ ਤਾਂ ਇਹਨੂੰ ਕਿਹੜਾ ਨਾਂ ਦੇਵਾਂ, ਮੈਨੂੰ ਤਾਂ ਪਤਾ ਨਹੀਂ ਲੱਗਦਾ। ਮੈਂ ਤਾਂ ਕਹਿੰਦੀ ਗੁਰੂ ਨਾਨਕ ਦੇਵ ਜੀ ਦੇ ਰੂਪ ਹੋਣਗੇ ਜਿਨ੍ਹਾਂ ਨੇ ਆ ਕੇ ਮੋਦੀ ਕਰਨਾ ਸ਼ੁਰੂ ਕਰ ਦਿੱਤਾ। ਹਾਂਜੀ, ਤਾਂ ਦੁਬਾਰਾ ਦੇਖ ਲਓ। ਹੋਰ ਬਾਕੀ ਭਾਜੀ ਮੱਲੀ ਹੁਣਾਂ ਨੂੰ ਹੈ ਕਿ ਮੈਂ ਰਿਕੁਐਸਟ ਕਰੂੰਗੀ ਕਿ ਜਦੋਂ ਇਹਨਾਂ ਨੇ ਬੰਦੇ ਇਹਨਾਂ ਨੇ ਲੈਣੇ ਆ, ਉਹਨਾਂ ਦੇ ਵਿੱਚ ਭਾਜੀ ਰਵਿੰਦਰ ਸਿੰਘ ਪੰਨੂ ਔਰ ਤੁਹਾਡੇ ਵਾਰੀਆਂ ਸ਼ਖਸੀਅਤਾਂ ਨੂੰ ਜ਼ਰੂਰ ਲੈਣ। ਤਾਂ ਬਾਕੀ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਰਦਾਰ ਮੱਲੀ ਨੂੰ ਬਹੁਤ ਸਮਝ ਹੈ ਜੀ ਸਾਰੀਆਂ ਸ਼ਖਸੀਅਤਾਂ ਬਾਰੇ,
ਕਿਸੇ ਇੱਕ ਵਿਅਕਤੀ ਬਾਰੇ ਇਹਨਾਂ ਦੇ ਨਾਲ ਕਦੀ ਬੈਠ ਕੇ ਗੱਲਬਾਤ ਕਰੀਏ ਨਾ, ਤੇ ਫਿਰ ਪਤਾ ਲੱਗਦਾ ਕਿ ਇੱਕ ਵਿਅਕਤੀ ਦੇ ਪੂਰੇ ਇਤਿਹਾਸ ਦਾ ਗਿਆਨ ਸਰਦਾਰ ਗੁਰਬਖਸ਼ ਸਿੰਘ ਮੱਲੀ ਹੋਣਾ ਨੂੰ ਕਿਸ ਕਦਰ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਕਦਾਚਿਤ ਕੋਈ ਉਕਤਾਈ ਕਰਨਗੇ, ਤੇ ਨਾ ਮੈਨੂੰ ਇਹ ਹੀ ਲੱਗਦਾ ਕਿ ਐਸਪੀ ਸਿੰਘ ਓਬਰਾਏ ਹੋਣਾ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਜ਼ਿੰਮੇਵਾਰੀ ਸਰਦਾਰ ਮੱਲੀ ਨੂੰ ਇੱਥੇ GTA ਦੇ ਵਿੱਚ ਸੌਂਪ ਕੇ ਕੋਈ ਗਲਤੀ ਕੀਤੀ ਹੈ। ਸੋ ਬਹੁਤ ਸਮਝ ਸੂਝ, ਸਖਤ ਮਿਹਨਤ, ਇਮਾਨਦਾਰੀ ਦੇ ਨਾਲ ਕਰਨਗੇ ਸਰਦਾਰ ਮੱਲੀ, ਅਜਿਹਾ ਤੁਹਾਨੂੰ ਸਾਰਿਆਂ ਨੂੰ ਯਕੀਨ ਹੈ। ਐਵੇਂ ਹੀ ਤਾਂ ਨਹੀਂ ਨਾ ਕਿਸੇ ਨੂੰ ਤੁਸੀਂ 17 ਸਾਲ ਆਪਣੇ ਅੱਗੇ ਲਗਾ ਕੇ ਵਾਰ-ਵਾਰ 6 ਵਾਰ ਚੋਣਾਂ ਦੇ ਵਿੱਚ ਜਿਤਾ ਕੇ ਤੁਸੀਂ ਪਾਰਲੀਮੈਂਟ 'ਚ ਭੇਜ ਸਕਦੇ, ਜੇ ਤੁਹਾਨੂੰ ਉਸ ਵਿਅਕਤੀ ਤੇ ਭਰੋਸਾ ਨਹੀਂ। ਸੋ ਅਜਿਹੇ ਤੁਹਾਡੇ ਵੱਲੋਂ ਪਰਖੇ ਹੋਏ ਵਿਅਕਤੀ ਤੇ ਭਰੋਸਾ ਜੇ ਐਸਪੀ ਸਿੰਘ ਓਬਰਾਏ ਹੋਣਾ ਨੇ ਕੀਤਾ, ਤੇ ਇਸ ਦੇ ਵਿੱਚ ਕੋਈ ਗਲਤੀ ਨਹੀਂ ਕੀਤੀ ਲੱਗਦੀ। ਸੁਰ ਸਾਗਰ ਜੀ, ਹੈਲੋ। ਲਓ ਜੀ, ਲੇਕਿਨ ਕਿ ਤੁਸੀਂ ਜਦੋਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਤੇ ਹੋ ਸਕਦਾ ਤੁਹਾਨੂੰ ਥੋੜਾ ਹੋਲਡ ਕਰਨਾ ਪਵੇ। 647 776 2620 ਹੈ ਸਟੂਡੀਓ ਦਾ ਟੈਲੀਫੋਨ ਨੰਬਰ। ਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਅਪਾਰ ਹੀ ਕਿਰਪਾ ਕੀਤੀ ਕਿ ਨੇਪਾਲ ਦੀ ਧਰਤੀ ਜਿਹੜੀ ਅਣਗੌਲੀ ਸੀ, ਜਿੱਥੇ ਕਿ ਉਹਨਾਂ ਦਾ ਅਸਥਾਨ ਇਸ ਤਰੀਕੇ ਦੇ ਨਾਲ ਅਣਗੌਲਿਆ ਗਿਆ ਸੀਗਾ ਕਿ ਵੱਡਾ ਉਸ ਦਾ ਰਕਬਾ ਸੀ, ਹੌਲੀ ਹੌਲੀ ਉਹ ਘਟਦਾ ਗਿਆ। ਫਿਰ ਕੋਈ ਅਜਿਹੀ ਕਿਰਪਾ ਹੋਈ ਕਿ ਐਸਪੀ ਸਿੰਘ ਓਬਰਾਏ ਉੱਥੇ ਚਲੇ ਗਏ। ਇਹਨਾਂ ਨੇ ਫਿਰ ਉੱਥੇ ਜਾ ਕੇ ਦੇਖਿਆ ਕਿ ਉਹਨਾਂ ਦਾ ਅਸਥਾਨ ਕਿਸ ਤਰੀਕੇ ਦੇ ਨਾਲ ਉਸ ਦੀ ਬੇਕਦਰੀ ਹੋ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਵੀ ਹੋ ਰਹੀ ਹੈ। ਸੋ ਦੱਸੋ ਜੀ ਉਸ ਘਟਨਾਕ੍ਰਮ ਬਾਰੇ। ਤਕਰੀਬਨ 1 ਸਾਲ ਪਹਿਲਾਂ ਦੀ ਗੱਲ ਹੈ ਜੀ। ਹਾਂਜੀ, ਪਿਛਲੇ ਸਾਲ ਹੀ ਗੱਤਕਾ ਦੇ ਟੂਰਨਾਮੈਂਟ ਕਰਾਏ ਸੀ ਉੱਥੇ ਆਪਾਂ, ਨੈਸ਼ਨਲ ਟੂਰਨਾਮੈਂਟ ਗੱਤਕੇ ਦੇ ਕਰਾਏ ਸੀ ਨੇਪਾਲ ਦੇ ਵਿੱਚ। ਹਾਂਜੀ, ਉੱਥੇ ਜਦੋਂ ਗਿਆ ਮੈਂ ਉੱਥੇ ਜੀ ਜਦੋਂ ਤੁਸੀਂ ਨੇਪਾਲ ਦੇ ਵਿੱਚ ਪਹੁੰਚੇ, ਲੋ ਜੀ ਅਸੀਂ ਐਸਪੀ ਸਿੰਘ ਓਬਰਾਏ ਹੁਣੇ ਜੋ ਨੇਪਾਲ ਦੇ ਵਿੱਚ ਜਾ ਕੇ ਕੀਤਾ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਕੋਲੋਂ ਉਸ ਦੇ ਬਾਰੇ ਸਾਰੀ ਗੱਲਬਾਤ ਪੁੱਛਣ ਦੀ, ਤੇ ਦੱਸਣਗੇ ਵੀ ਜ਼ਰੂਰ। ਲੇਕਿਨ ਕਿ ਸਭ ਤੋਂ ਪਹਿਲਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਨ ਕੋਈ ਸੁਰ ਸਾਗਰ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਬੋਲੋ। ਮੈਂ ਬਾਬਾ ਸਿੰਘ ਢਿੱਲੋਂ ਬੋਲਦਾ ਜੀ। ਹਾਂਜੀ ਢਿੱਲੋਂ ਸਾਹਿਬ, ਦੱਸੋ ਜੀ। ਹਾਂਜੀ ਜੀ, ਓਬਰਾਏ ਸਾਹਿਬ ਦਾ ਬਹੁਤ ਮਤਲਬ ਧੰਨਵਾਦ ਕੀਤਾ ਜਾਂਦਾ ਇਹਨਾਂ ਦੀ ਕੰਟਰੀਬਿਊਸ਼ਨ ਦਾ। ਮੈਨੂੰ ਵੀ ਦੁਬਈ ਵਿਜ਼ਿਟ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ, ਤੇ ਇਹਨਾਂ ਦੇ ਨਾਲ ਹੋਰ ਵੀ ਅੱਗੇ ਡਿਸਕਸ ਕਰਾਂਗੇ, ਜੋ ਕਿ ਖਾਸ ਕਰਕੇ ਜਿਸ ਤਰ੍ਹਾਂ ਇਹ ਇੱਕ ਇੰਡੀਅਨ ਚੈਂਬਰ ਆਫ ਕਮਰਸ ਜਿਹੜਾ ਹੈ ਉਹ ਸਟੈਬਲਿਸ਼ ਕਰ ਸਕਦੇ। ਉੱਥੇ ਗਲਫ ਕੰਟਰੀਆਂ 'ਚ ਜਿੰਨੇ ਵੀ ਸਾਡੇ ਵਪਾਰੀ ਲੋਕ ਆ ਚਾਹੇ ਦੂਸਰੇ ਆ, ਉਹਨਾਂ ਦੀ ਕਾਫੀ ਹੈਲਪ ਕਰ ਸਕਦੇ ਆ। ਔਰ ਦੂਸਰਾ ਇੱਕ ਹੋਰ ਚੈਪਟਰ 'ਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਬਗਦਾਦ ਦੇ ਵਿੱਚ ਅਸਥਾਨ ਆ, ਉਹਨਾਂ ਦਾ ਵੀ ਇਹਨਾਂ ਦਾ ਧਿਆਨ ਉਸ ਪਾਸੇ ਲਿਆਂਦਾ ਜਾਵੇਗਾ, ਕਿਉਂਕਿ ਅਸੀਂ ਉਸ ਗੁਰੂ ਮਹਾਰਾਜ ਦੇ ਸਥਾਨ ਨੂੰ ਪ੍ਰਗਟ ਕਰ ਸਕੀਏ। ਠੀਕ ਹੈ ਜੀ, ਠੀਕ ਹੈ ਜੀ ਢਿੱਲੋਂ ਸਾਹਿਬ, ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਅੱਜ ਪ੍ਰੋਗਰਾਮ 'ਚ ਗਏ ਸੀ? ਹਾਂਜੀ, ਮੈਂ ਦੇਖ ਰਿਹਾ ਪ੍ਰੋਗਰਾਮ। ਠੀਕ ਹੈ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਸਰਦਾਰ ਢਿੱਲੋਂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਸੋ ਅਸੀਂ ਦੱਸ ਦਈਏ ਕਿ ਨੇਪਾਲ ਦੇ ਵਿੱਚ ਇਹਨਾਂ ਨੇ ਜੋ ਕੁਝ ਜਾ ਕੇ ਕੀਤਾ, ਜਿਸ ਤਰੀਕੇ ਦੇ ਨਾਲ ਅਣਗੌਲਿਆ ਅਸਥਾਨ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਉਸ 'ਤੇ ਇਹਨਾਂ ਨੇ ਕੰਮ ਕੀਤਾ। ਅਸੀਂ ਗੱਲਬਾਤ ਜਾਰੀ ਰੱਖਾਂਗੇ ਇਹਨਾਂ ਦੇ ਨਾਲ ਕੁਝ ਇਹਨਾਂ ਸੰਦੇਸ਼ਾਂ ਤੋਂ ਬਾਅਦ ਇਸ ਪ੍ਰੋਗਰਾਮ 'ਚ। ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਭਖਤ ਦੇ ਮਸਲੇ ਪ੍ਰੋਗਰਾਮ ਦੇ ਵਿੱਚ। ਅਸੀਂ ਐਸਪੀ ਸਿੰਘ ਓਬਰਾਏ ਤੇ ਸਰਦਾਰ ਗੁਰਬਖਸ਼ ਸਿੰਘ ਮੱਲੀ ਹੋਣਾ ਦੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹਾਂ, ਜੋ ਕਿ ਇਹ ਦੋਨੇ ਸ਼ਖਸੀਅਤਾਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੋਂ ਹਨ ਤੇ ਵੱਖ-ਵੱਖ ਪ੍ਰੋਗਰਾਮਾਂ ਦੇ ਬਾਰੇ ਜਾਣਕਾਰੀ ਤਾਂ ਦੇ ਹੀ ਰਹੇ ਹਨ। ਐਸਪੀ ਸਿੰਘ ਓਬਰਾਏ 17 ਭਾਰਤੀ ਹੀ ਨਹੀਂ, ਹੋਰ ਜ਼ਿਆਦਾ ਗਿਣਤੀ ਦੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰ ਚੁੱਕੇ ਹਨ। ਫਾਂਸੀ ਦੀਆਂ ਸਜ਼ਾਵਾਂ ਦੀ ਮੁਆਫੀ ਮਿਲ ਚੁੱਕੀ ਹੈ। 54 ਲੋਕ 53 ਤੇ ਆਪੋ ਆਪਣੇ ਘਰਾਂ ਨੂੰ ਪਹੁੰਚ ਚੁੱਕੇ ਨੇ, ਤੇ ਉਹ ਸਿਰਫ ਭਾਰਤ ਦੇ ਹੀ ਨਹੀਂ ਸਗੋਂ ਭਾਰਤ ਦੇ ਹੋਰ ਗੁਆਂਢੀ ਦੇਸ਼ਾਂ ਦੇ ਵੀ ਹਨ। ਸੋ ਇੱਕ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਕਰਨ ਲੱਗਿਆਂ ਸੋ ਸ਼ਾਇਦ ਇਹ ਉਸ ਦੀ ਜਾਤ, ਨਸਲ ਜਾਂ ਉਸ ਦੀ ਨਾਗਰਿਕਤਾ ਨਹੀਂ ਦੇਖਦੇ, ਸਗੋਂ ਕਿ ਜੇ ਕੋਈ ਬਲਦੀ ਦੇ ਬੂਥੇ ਆਇਆ ਤੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਕੋਲ ਤੁਸੀਂ ਜਿਹੜੇ ਹੋਲਡ ਤੇ ਹੋ, ਥੋੜ੍ਹਾ ਜਿਹਾ ਹੋਰ ਹੋਲਡ ਕਰਨਾ, ਅਸੀਂ ਇਹਨਾਂ ਦੇ ਕੋਲੋਂ ਥੋੜ੍ਹੀ ਜਿਹੀ ਜਾਣਕਾਰੀ ਲੈ ਕੇ ਤੇ ਫਿਰ ਤੁਹਾਡੇ ਨਾਲ ਹੋਰ ਗੱਲਬਾਤ ਕਰਾਉਂਦੇ ਹਾਂ। ਇਹਨਾਂ ਦੀ 647 776 2620 ਹੈ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਲਈ ਟੈਲੀਫੋਨ ਨੰਬਰ। ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਦੋਸਤੀ ਕਰਕੇ ਮਦਦ ਮਿਲੀ ਤੁਹਾਨੂੰ, ਲੇਕਿਨ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 6 ਸਾਲ ਪੂਰੇ ਹੋ ਗਏ ਉਹਨਾਂ ਨੂੰ ਪੰਜਾਬ ਦੇ ਵਿੱਚ ਰਾਜ ਕਰਦੇ ਆ। ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਹੈ। ਸੋ ਇਸ ਮਸਲੇ ਦੇ ਵਿੱਚ ਉਸ ਸਰਕਾਰ ਨੇ ਸਰਦਾਰ ਬਾਦਲ ਹੋਣਾ ਨੇ ਵੀ ਮਦਦ ਕੀਤੀ ਕੋਈ ਤੁਹਾਡੀ? ਜਿਨ੍ਹਾਂ ਦਿਨਾਂ 'ਚ ਇਹ ਕੇਸ ਚੱਲ ਰਿਹਾ ਸੀ ਨਾ ਜੀ। ਹਾਂਜੀ, ਕਿਉਂਕਿ ਸੈਂਟਰਲ ਗਵਰਨਮੈਂਟ ਨੇ ਜਿੰਨੇ ਵਕੀਲ 5 ਹਾਇਰ ਕਰਨੇ ਸੀ ਕਰ ਦਿੱਤੇ ਸੀਗੇ। ਅੱਛਾ ਜੀ। ਸੈਂਟਰ ਵਾਲੋਂ ਮਹਾਰਾਣੀ ਪ੍ਰੀਤ ਕੌਰ ਜੀ ਕਰ ਰਹੇ ਸੀਗੇ। ਹਾਂਜੀ। ਸੋ ਇੰਡੀਅਨ ਕੌਂਸੂਲੇਟ ਕਰ ਰਹੇ ਸੀ। ਤਾਂ ਉਸ ਟਾਈਮ ਦੇ ਵਿੱਚ
ਸਰਦਾਰ ਸੁਖਦੇਵ ਸਿੰਘ ਢੀਂਡਸਾ ਸੀ ਜਿਹੜੇ, ਉਹ ਮੇਰੇ ਕੋਲ ਆਏ ਉੱਥੇ, ਔਰ ਉਹਨਾਂ ਨੂੰ ਮੈਂ ਜੇਲ੍ਹ 'ਚ ਲੈ ਕੇ ਗਿਆ। ਅਸੀਂ 4-5 ਘੰਟੇ ਉੱਥੇ ਜੇਲ੍ਹ 'ਚ ਰਹੇ, ਬੱਚਿਆਂ ਨੂੰ ਮਿਲੇ ਸਾਰੇ। ਉਸ ਤੋਂ ਬਾਅਦ ਵਾਪਸ ਆ ਕੇ ਫਿਰ ਉਹਨਾਂ ਨੇ ਰਿਕਮੈਂਡੇਸ਼ਨ ਕੀਤੀ ਸੀ ਮੇਰੀ। ਸੋ ਸਰਦਾਰ ਬਾਦਲ ਸਿੰਘ ਜੀ ਨੇ, ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੋ ਕੰਮ ਕੀਤਾ ਉਹ ਵੀ ਬਹੁਤ ਜ਼ਰੂਰੀ ਸੀ। ਜਿਸ ਤਰ੍ਹਾਂ ਆਪਣੇ ਕੋਈ ਬੱਚਾ ਹੁੰਦਾ ਨਾ, ਜਾਂ ਆਪਣੇ ਗੇਮਾਂ ਖੇਡਦਾ ਜਾਂ ਪੜ੍ਹਦਾ, ਅਤੇ ਜਦੋਂ ਗੇਮਾਂ 'ਚ ਮੈਡਲ ਲੈ ਕੇ ਆਉਂਦਾ, ਉਹਨੂੰ ਕਾਂਸੀ ਦਾ ਮੈਡਲ ਮਿਲਦਾ, ਅਤੇ ਅਸੀਂ ਉਹਨੂੰ ਸ਼ਾਬਾਸ਼ ਦਿੰਦੇ ਹਾਂ ਕਿ ਨਹੀਂ ਬੇਟਾ ਬਹੁਤ ਸੋਹਣਾ ਕੀਤਾ, ਚੱਲ ਹੁਣ ਅਗਲੀ ਵਾਰ ਗੋਲਡ ਮੈਡਲ ਆਉਣਾ ਚਾਹੀਦਾ। ਠੀਕ ਹੈ ਜੀ। ਸੋ ਗੋਲਡ ਮੈਡਲ ਆ ਗਿਆ। ਇਸੇ ਤਰ੍ਹਾਂ 15 ਅਗਸਤ 2011 ਦੀ ਗੱਲ ਹੈ, ਜਦੋਂ ਕਿ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅੰਮ੍ਰਿਤਸਰ ਵਿੱਚ ਸਟੇਟ ਅਵਾਰਡ ਦਿੱਤਾ। ਅੱਛਾ ਜੀ। ਸੋ ਸਟੇਟ ਅਵਾਰਡ ਜਿਹੜਾ ਸੀ ਉਹਦੇ ਨਾਲ ਮੇਰਾ ਥੋੜਾ ਹੌਸਲਾ ਹੋਰ ਵਧਿਆ। ਇੱਕ ਕਿਸਮ ਦੇ ਮੈਨੂੰ ਸ਼ਾਬਾਸ਼ ਦਾ ਕੰਮ ਕੀਤਾ ਉਹਨਾਂ ਨੇ, ਇੱਕ ਹੱਲਾਸ਼ੇਰੀ ਹੁੰਦੀ ਹੈ। ਸੋ ਇਹ ਵੀ ਮੈਂ ਸੋਚਦਾ ਕਿ ਇਹ ਜੋ ਕੰਮ ਹੋਏ ਨੇ ਸਾਰੇ, ਇਹ ਵੀ ਇਹ 'ਚ ਬੜਾ ਵੱਡਾ ਉਹਨਾਂ ਦਾ ਕੰਮ ਸੀਗਾ ਜੀ। ਠੀਕ ਹੈ ਜੀ। ਤੇ ਲਓ ਜੀ, ਫਿਰ ਸਾਰੇ ਹੀ ਰਾਜਨੀਤਿਕਾਂ ਨੇ ਇੱਕ ਤਰੀਕੇ ਦੇ ਨਾਲ ਆਪਣੀਆਂ ਰਾਜਨੀਤਿਕ ਹੱਦ ਬੰਨਿਆਂ ਨੂੰ ਇੱਕ ਪਾਸੇ ਰੱਖ ਕੇ ਸਰਦਾਰ SP ਸਿੰਘ ਓਬਰਾਏ ਇਹਨਾਂ ਨੂੰ ਸਨਮਾਨਿਤ ਵੀ ਕੀਤਾ, ਹੋਰ ਹੱਲਾਸ਼ੇਰੀ ਵੀ ਦਿੱਤੀ ਕਿ ਤੁਸੀਂ ਅੱਛੇ ਕੰਮ ਕਰਦੇ ਜਾਓ। ਸਾਡੇ ਕੋਲ ਤੁਸੀਂ ਲਾਈਨ ਤੇ ਹੋ, ਤੇ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਅਗਲਾ ਵਿਸ਼ਾ ਵਿਚਾਰਦੇ ਹਾਂ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਨੂੰ ਤਿੰਨਾਂ ਵੀਰਾਂ ਨੂੰ ਮੇਰੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਵੀਰ ਜੀ, ਮੈਂ ਇਹ ਸੋਚ ਰਹੀ ਆ ਕਿ ਓਬਰਾਏ ਵੀਰ ਜੀ ਦਾ ਕਿਹੜੇ ਮੂੰਹ ਨਾਲ ਧੰਨਵਾਦ ਕਰਾਂ ਕਿ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ, ਪਰ ਮੈਂ ਆਪਣੇ ਬਾਕੀ ਵੀਰਾਂ ਨੂੰ ਨਸੀਹਤ ਦੇਣਾ ਚਾਹੁੰਦੀ ਕਿ ਇਹੋ ਜਿਹਾ ਕੋਈ ਕੰਮ ਨਾ ਕਰੋ ਕਿ ਕੱਲ ਨੂੰ ਓਬਰਾਏ ਜੀ ਦੀ ਹੱਥ ਖੜੇ ਕਰ ਜਾਣ। ਬਿਲਕੁਲ ਠੀਕ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਜੀ, ਪ੍ਰੋਗਰਾਮ 'ਚ ਆਉਣ ਲਈ ਬਹੁਤ ਸ਼ੁਕਰੀਆ। ਇਹੋ ਜਿਹੇ ਸੰਦੇਸ਼ਾਂ ਦੀ, ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹੋ ਜਿਹੇ ਸੰਦੇਸ਼ਾਂ ਦੀ ਬੜੀ ਲੋੜ ਹੈ। ਜਿਸ ਵੇਲੇ ਕੋਈ ਅੱਛਾ ਕੰਮ ਕਰਦਾ ਵਿਅਕਤੀ, ਉਸ ਦਾ ਹੋਰ ਉਤਸ਼ਾਹ ਵਧਾਏ ਜਾਣ ਦੀ ਵੀ ਲੋੜ ਹੈ। ਸੋ ਇਹ ਵੀ ਬਹੁਤ ਜ਼ਰੂਰੀ ਹੈ। ਸੁਰ ਸਾਗਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ। ਪਾਲ ਸਿੰਘ ਸੁਲੱਖਣ ਸਿੰਘ ਹੁੰਦਲ ਬੋਲਦਾ ਵਾਂ ਜੀ। ਅੱਜ ਓਬਰਾਏ ਸਾਹਿਬ ਨੂੰ ਗੁਰਦੁਆਰੇ ਸੁਣਿਆ ਤੇ ਬਹੁਤ ਖੁਸ਼ੀ ਹੋਈ। ਬਹੁਤ ਮਿਹਰਬਾਨੀ, ਧੰਨਵਾਦ। ਹੋਰ ਕੁਝ ਕਹਿਣਾ ਚਾਹੁੰਦੇ ਹੋ ਹੁੰਦਲ ਸਾਹਿਬ? ਨਹੀਂ, ਮੈਂ ਵਿੱਚ ਤੁਹਾਡੇ ਕੋਲ ਬੋਲਦਾ ਸੀ, ਮੈਂ ਤਾਂ ਚੁੱਪ ਕਰ ਗਿਆ। ਮੈਂ ਰੀਜ਼ਨ ਇਹ ਆ ਕਿ ਮੈਂ ਪਿਛਲੇ ਹਫਤੇ ਪੜ੍ਹਿਆ ਸੀਗਾ ਕਿ ਜਿਹੜੇ ਸਾਡੇ ਇੱਥੋਂ ਦੇ ਜਿਹੜੇ ਬੱਚੇ ਆ ਨਾ, ਇੱਥੋਂ ਸਾਡੇ ਜੰਮੇ ਪਲੇ ਇੱਥੋਂ ਦੇ, ਉਹਨਾਂ ਨੂੰ ਸਾਡੇ ਪੁਰਾਣੇ ਪੰਜਾਬ ਦਾ ਕਲਚਰ, ਪੰਜਾਬ ਦੀ ਸੱਭਿਆਚਾਰ, ਪੰਜਾਬ ਦੇ ਪਿੰਡਾਂ 'ਚ ਖਾਣ ਪੀਣ, ਸਾਡੇ ਜਿਹੜੇ ਚੰਗੇ ਚੰਗੇ ਉੱਥੇ ਗੁਰਦੁਆਰਾ ਸਾਹਿਬ ਜਾਂ ਸਾਡੀ ਹਿਸਟਰੀ ਆ, ਉਹ ਇੱਥੋਂ ਪੜ੍ਹ ਕੇ ਜਾਂ ਉਹਨਾਂ ਨੂੰ ਪ੍ਰੈਕਟੀਕਲ ਹੈ ਨਹੀਂ। ਅਮਰੀਕਾ ਦੇ 2 ਬਿਲੀਅਨਰ ਨੇ ਜਿਹੜੇ ਹਰ ਸਾਲ ਆਪਣੇ ਸੁਣਦਾ ਇੱਧਰ ਨਹੀਂ ਹੁੰਦਾ। ਠੀਕ ਹੈ ਜੀ, ਬਹੁਤ ਮਿਹਰਬਾਨੀ, ਸਮਝ ਗਿਆ ਤੁਹਾਡੀ ਗੱਲ। ਸੁਣਦਾ ਨਹੀਂ ਤੁਸੀਂ, ਮੈਂ ਵੇਖਦਾ ਨਾ, ਮੈਂ ਟੀਵੀ ਤੇ ਬੈਠਾ। ਮੈਂ ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ। ਰਾਏ ਸਾਹਿਬ ਨੂੰ ਸਵਾਲ ਪੁੱਛਣਾ ਸੀ, ਚਲੋ ਜੇ ਨਹੀਂ ਤਾਂ ਕੋਈ ਗੱਲ ਨਹੀਂ। ਹਾਂ, ਜੇ ਸਵਾਲ ਹੈ ਤਾਂ ਦੱਸੋ, ਕਰੋ ਸਵਾਲ। ਸਵਾਲ ਇਹ ਆ ਕਿ ਜਦੋਂ ਆਪਾਂ ਇੱਥੇ ਇੱਕ ਟਰਸਟ ਖੋਲਦੇ ਆ ਕੋਈ ਵੀ ਚੀਜ਼ ਦੇ, ਆਪਾਂ ਵੇਖਦੇ ਆ ਵੀ ਆਹ ਚੈਲੰਜਸ ਆ ਇੱਥੇ ਕੈਨੇਡਾ ਦੇ ਵਿੱਚ, ਕਿਹੜੇ ਚੈਲੰਜ ਆ, ਠੀਕ ਹੈ ਜੀ, ਉਹਨਾਂ ਨੂੰ ਅਸੀਂ ਕਿੱਦਾਂ ਟੈਕਲ ਕਰਨਾ, ਫਿਰ ਉਹ ਅਸੀਂ ਇੰਸਟੀਟਿਊਸ਼ਨ ਖੋਲਦੇ ਆ। ਸਾਡਾ ਜਿਹੜਾ ਇੱਥੇ ਚੈਲੰਜ ਆ ਉਹ ਪੰਜਾਬ ਨਾਲੋਂ, ਇੰਡੀਆ ਨਾਲੋਂ ਵੱਖਰਾ। ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਖਤਮ ਹੋ ਰਹੀ ਆ, ਕਿਉਂਕਿ ਉਹਨਾਂ ਨੂੰ ਉਹ ਵੈਲਿਊ ਹੈ ਨਹੀਂ ਗੀ। ਯੂ ਗਾਈ, ਮੀ ਗਾਈ, ਮਾਮੀ ਡੈਡੀ ਨੂੰ ਬਾਹਰ ਕਰਨਾ ਤੁਰਨਾ, ਨੋ ਬੋਡੀ ਕੇਅਰ। ਮੈਂ ਆਪਣੇ ਜਿਊਜ਼ ਨੇ ਬੜੀ ਵੱਡੀ ਸਕੀਮ ਕੱਢੀ ਆ, 2 ਬਿਲੀਅਨਰ ਨੇ ਜਿਊਜ਼ ਦੇ, ਜਿਹੜੇ ਹਰ ਸਾਲ ਬੱਚੇ ਆਪਣੇ ਉੱਥੇ ਭੇਜਦੇ ਨੇ ਇਜ਼ਰਾਈਲ। ਪ੍ਰੈਕਟੀਕਲੀ ਪਤਾ ਕਰਦਾ, ਘਰਾਂ 'ਚ ਰਹਿੰਦੇ ਸਿਸਟਮ ਦਾ। ਜੇ ਇਹੋ ਜਿਹੀ ਕੋਈ ਸਕੀਮ ਹੋਵੇ ਤੇ ਬੜੀ ਚੰਗੀ ਆ ਸਾਡੇ ਬੱਚਿਆਂ ਲਈ। ਜ਼ਰੂਰ ਜੀ, ਬਹੁਤ ਮਿਹਰਬਾਨੀ। ਇਹ ਸਕੀਮ ਪੰਜਾਬ ਸਰਕਾਰ ਨੇ ਵੈਸੇ ਸ਼ੁਰੂ ਕੀਤੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਐਲਾਨ ਵੀ ਕੀਤਾ ਸੀਗਾ ਕਿ ਹਾਂਜੀ ਇੱਧਰਲੇ ਬੱਚੇ ਉੱਧਰ ਜਾਇਆ ਕਰਨਗੇ। ਪਰ ਕਮਾਲ ਦੀ ਗੱਲ ਤੇ ਇਹ ਹੈ ਕਿ ਸਰਦਾਰ SP ਸਿੰਘ ਓਬਰਾਏ ਵੀ ਪੰਜਾਬ ਜਾਂਦੇ ਆ, ਸਰਦਾਰ ਗੁਰਬਖਸ਼ ਸਿੰਘ ਜੀ ਮੱਲੀ ਵੀ ਜਾਂਦੇ ਆ, ਤੇ ਆਪਾਂ ਦੇਖਦੇ ਹਾਂ ਸਾਰੇ ਜਾਣੇ ਜਾ ਕੇ ਕਿ ਕੈਨੇਡਾ ਦੇ ਵਿੱਚ ਹੀ ਨਹੀਂ, ਸਾਡੇ ਉੱਥੇ ਵਿਰਾਸਤ ਨੂੰ ਭੁਲਾਇਆ ਜਾ ਰਿਹਾ ਹੈ, ਤੇ ਉੱਥੇ ਦੇ ਪੰਜਾਬ ਦੇ ਵਿੱਚ ਬੈਠੇ ਲੋਕ, ਉੱਥੇ ਜਨਮੇ ਲੋਕ ਭੁਲਾਈ ਬੈਠੇ ਆ ਸਾਰਾ ਕੁਝ। ਸਾਨੂੰ ਇੱਧਰੋਂ ਜਾ ਕੇ ਲੱਗਦਾ ਕਿ ਹਾਂਜੀ ਅਸੀਂ ਕੈਨੇਡਾ ਤੋਂ ਆਏ ਹਾਂ, ਤੇ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਾਨੂੰ ਲੱਗਦਾ ਕਿ ਸ਼ਾਇਦ ਇਹ ਕੈਨੇਡਾ ਦੇ ਵਿੱਚ ਜਨਮੇ ਆ, ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ। ਹਾਂਜੀ, ਇਸ ਕਦਰ ਪੰਜਾਬ ਦੀਆਂ ਕਦਰਾਂ ਕੀਮਤਾਂ ਨੂੰ ਉੱਥੇ ਵੀ ਲੋਕ ਵਿਸਾਰੀ ਬੈਠੇ ਨੇ। ਸੋ ਉਸ ਪ੍ਰਤੀ ਵੀ ਜਾਗਰੂਕ ਕਰਨ ਦੀ ਹੋਵੇਗੀ ਲੋਕਾਂ ਨੂੰ ਲੋੜ। ਕੁਝ ਕਹਿਣਾ ਚਾਹੁੰਦੇ ਹੋ? ਦੱਸੋ। ਭਾਈ ਸਾਹਿਬ, ਇਹਦੇ ਬਾਰੇ ਦੱਸਾਂਗਾ। ਜਿਹੜਾ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇੱਥੇ ਬਣ ਰਿਹਾ ਨਾ ਜੀ, ਇਹਦੇ 'ਚ ਜਿਹੜੀ ਅਸੀਂ ਪ੍ਰੋਬਲਮ ਦੀ ਗੱਲ ਕੀਤੀ, ਪ੍ਰੋਬਲਮ ਤਕਰੀਬਨ ਸੇਮ ਹੀ ਹੈ ਜੀ। ਜੋ ਉੱਥੇ ਹੈ ਉਹ ਵੀ ਇੱਥੇ ਵੀ ਹੈਗੀਆਂ ਨੇ। ਬਾਕੀ ਜਿਹੜੇ ਬੱਚਿਆਂ ਨੂੰ ਜਿਹੜਾ ਕਰਾਉਣਾ, ਉਹ ਹੁਣ ਦੁਬਈ ਵਿੱਚ ਜਿਹੜੀ ਸਾਡੀ ਸਰਬੱਤ ਦਾ ਭਲਾ ਟਰਸਟ ਹੈਗਾ, ਉੱਥੇ ਤੁਸੀਂ ਹੈਰਾਨ ਹੋਵੋਗੇ, ਉੱਥੇ ਵੀ ਬੱਚਿਆਂ ਨੂੰ ਪੰਜਾਬੀ ਲਿਖਣੀ, ਬੋਲਣੀ ਤੇ ਜਿਹੜੀ ਪੜ੍ਹਨੀ ਆ ਉਹ ਵਿਸਰਦੀ ਜਾ ਰਹੀ ਸੀ। ਅੱਜ ਉੱਥੇ 150 ਬੱਚਾ ਜਿਹੜਾ ਉੱਥੇ ਸਰਬੱਤ ਦੇ ਭਲਾ ਦੇ ਅੰਡਰ ਜਿਹੜਾ ਉਹ ਪੰਜਾਬੀ ਲਿਖ ਬੋਲ ਰਿਹਾ, ਪੜ੍ਹ ਰਿਹਾ। ਇਸ ਤੋਂ ਇਲਾਵਾ ਜਿਹੜੀ ਗੁਰਮਤਿ ਸੰਗੀਤ ਅਕੈਡਮੀ ਹੈ ਜਾਂ ਕੀਰਤਨ ਚੱਲ ਰਿਹਾ ਉੱਥੇ ਤਕਰੀਬਨ 150 ਬੱਚੇ
ਬੱਚੇ ਬੱਚੀਆਂ ਇਹੋ ਜਿਹੇ ਨੇ ਜਿਹੜੇ ਕਿ ਉੱਥੇ ਕੀਰਤਨ ਸਿੱਖ ਰਹੀਆਂ। ਇੱਕ ਅਰਬ ਕੰਟਰੀ ਵਿੱਚ ਅਸੀਂ ਸ਼ੁਰੂ ਕੀਤਾ ਸਾਰਾ। ਸੋ ਇਹੀ ਜਿਹੜੇ ਕੰਮ ਨੇ ਸਾਰੇ, ਕਾਫੀ ਲੰਮੀ ਲਿਸਟ ਹੈ। ਜਿਸ ਲਈ ਸਰਬਾ ਦਾ ਭਲਾ ਚੈਰੀਟੇਬਲ ਟਰਸਟ ਇੱਥੇ ਸਟਾਰਟ ਹੋ ਜਾਏਗਾ ਨਾ ਜੀ, ਤੇ ਇਹ ਸਾਰੀਆਂ ਸੇਵਾਵਾਂ, ਸਾਰੇ ਕੰਮ ਜਿਹੜੇ ਉਹ ਇੱਥੇ ਵੀ ਇਸ ਤਰ੍ਹਾਂ ਹੀ ਲਾਗੂ ਹੋਣਗੇ ਜੀ। ਬਿਲਕੁਲ ਜੀ। ਸੋ ਕਮਾਲ ਦੀ ਗੱਲ ਹੈ ਜੀ ਕਿ ਚਲੋ ਇਹ ਕੈਨੇਡਾ ਦੇ ਵਿੱਚ ਆ ਕੇ ਸਾਡੇ ਭਾਰਤੀਆਂ ਲਈ ਇੰਨਾ ਔਖਾ ਨਹੀਂ ਕਿ ਸਾਨੂੰ ਮੁੱਢਲੀ ਅੰਗਰੇਜ਼ੀ ਦੀ ਜਾਣਕਾਰੀ ਹੁੰਦੀ ਹੈ, ਪਰ ਅਰਬ ਮੁਲਕ ਦੇ ਵਿੱਚ ਜਾ ਕੇ ਐਸਪੀ ਸਿੰਘ ਓਬਰਾਏ ਵਰਗੇ ਵਿਅਕਤੀ ਦਾ ਸਥਾਪਿਤ ਹੋਣਾ, ਉੱਥੇ ਜਾ ਕੇ ਪੰਜਾਬੀਆਂ ਲਈ, ਭਾਰਤੀਆਂ ਲਈ ਪੰਜਾਬੀ ਸਿੱਖਣ ਦਾ ਪ੍ਰਬੰਧ ਕਰਨਾ ਤੇ ਉੱਥੋਂ ਦੀ ਭਾਸ਼ਾ ਦੇ ਵਿੱਚ ਲਿਖੇ ਅਦਾਲਤ ਦੇ ਫੈਸਲਿਆਂ ਨੂੰ ਸਮਝ ਕੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਪਲਟਾਉਣ ਦੇ ਲਈ ਯਤਨ ਕਰਨਾ ਦੇਸ਼ ਵਿਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ, ਇਹ ਕੋਈ ਛੋਟਾ ਉਪਰਾਲਾ ਨਹੀਂ। ਪਰ ਫਿਰ ਵੀ ਸਰਦਾਰ ਮਲਿਕ ਜੀ, ਜਿਸ ਤਰ੍ਹਾਂ ਸਰਦਾਰ ਹੁੰਦਲ ਨੇ ਕਿਹਾ ਕਿ ਇੱਥੋਂ ਦੀਆਂ ਮੁਸ਼ਕਲਾਂ ਨੂੰ ਪਛਾਣ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜੇ ਫਿਰ ਉਸ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰੇ ਤਾਂ ਉਹ ਜ਼ਿਆਦਾ ਲਾਹੇਵੰਦ ਹੋਏਗਾ। ਬਿਲਕੁਲ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੁੰਦਲ ਸਾਹਿਬ ਨੇ, ਸਾਡੀ ਕੋਸ਼ਿਸ਼ ਹੋਵੇਗੀ ਕਿ ਜਿਹੜੇ ਮੈਂਬਰ ਲੈਣੇ ਆ ਉਹਨਾਂ ਦੇ ਵਿੱਚ ਯੂਥ ਵੀ ਜਿਹੜੇ ਲੈ ਜਾਣ, ਤਾਂ ਕਿ ਜਿਹੜੇ ਯੂਥ ਆ ਹੋਰ ਦੂਸਰੇ ਯੂਥ ਜਿਹੜੇ ਯੰਗ ਵਿਅਕਤੀ ਹੈ ਜਾਂ ਲੜਕੇ ਜਾਂ ਲੜਕੀਆਂ ਉਹਨਾਂ ਨੂੰ ਉਤਸ਼ਾਹਿਤ ਕਰ ਸਕਣ, ਇਸ ਪਾਰਟਿਸਿਪੇਸ਼ਨ ਹੋਰ ਵੀ ਵੱਧ ਸਕੇ। ਬਿਲਕੁਲ ਜੀ। ਔਰ ਟਰਸਟ ਦੇ ਮੈਂਬਰਾਂ ਦੇ ਨਾਲ ਨਾਲ ਸਬ ਕਮੇਟੀਆਂ ਵੀ ਬਣ ਸਕਦੀਆਂ ਹਨ, ਉਸ ਦੇ ਵਿੱਚ ਹੋਰ ਜ਼ਿਆਦਾ ਯੂਥ ਆ ਸਕਦਾ। ਸੋ ਪੂਰੀ ਪਲੈਨਿੰਗ ਦੇ ਨਾਲ ਕੰਮ ਹੋਏਗਾ, ਐਸੀ ਗੱਲ ਨਹੀਂ ਹੈ। ਤੇ ਸਾਡੇ ਨਾਲ ਤੁਸੀਂ ਲਾਈਨ ਤੇ ਹੋ। ਇਸ ਤੋਂ ਪਹਿਲਾਂ ਕਿ ਲਾਈਨ ਤੇ ਚੱਲੀਏ ਸਰਦਾਰ ਓਬਰਾਏ ਜੀ, ਮੈਂ ਇੱਥੇ ਦੱਸਣਾ ਚਾਹ ਰਿਹਾ ਸੀ ਕਿ ਇਹ ਜਿਹੜਾ ਅਸੀਂ ਟਰਸਟ ਬਣਾ ਰਹੇ ਹਾਂ, ਇਹ ਤਾਂ ਸਿਰਫ 7 ਜਿਹੜੇ ਉਹ ਟਰਸਟੀ ਹੋਣਗੇ। ਇਸ ਤੋਂ ਬਾਅਦ ਇੱਕ ਕੋਰ ਕਮੇਟੀ ਬਣੇਗੀ ਜਿਸ 'ਚ 10 ਮੈਂਬਰ ਹੋਣਗੇ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਕਮਾਂਡ ਸੈਂਟਰ ਬਣਨਗੇ, ਜਿਨ੍ਹਾਂ ਦੇ ਵਿੱਚ 20 ਕਮਾਂਡ ਸੈਂਟਰ ਹੋਣਗੇ। ਸੋ ਇਸ ਤਰ੍ਹਾਂ ਜਿਹੜਾ ਇਹਦਾ ਫੈਲਾਅ ਕਾਫੀ ਹੈਗਾ। ਠੀਕ ਹੈ ਜੀ। ਸੋ ਕਾਫੀ ਸਾਰੇ ਲੋਕ ਜੋ ਹਨ ਜੁੜ ਸਕਦੇ ਨੇ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਜੋ ਪਲੈਨਿੰਗ ਹੈ ਇਹ ਦੱਸੀ ਜਾਵੇਗੀ। ਦੇਖਦੇ ਹਾਂ ਹੁਣ ਸਾਡੇ ਨਾਲ ਕੌਣ ਨੇ। ਸੁਰਸਾਗਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਇਹ ਕਿਸੇ ਤਰ੍ਹਾਂ ਪੰਜਾਬ 'ਚ ਸੁਧਾਰ ਲਿਆ ਸਕਦੇ ਆ ਤੇ ਪੰਜਾਬ ਦਾ ਕਰਨ ਕੁਝ ਉਪਰਾਲਾ ਤਾਂ ਭੈਣ ਜੀ ਕਰ ਰਹੇ ਆ। ਚਲੋ ਪੰਜਾਬ ਦੇ ਵਿੱਚ ਬਹੁਤ ਸਾਰੇ ਅੱਛੇ ਲੋਕ ਵੀ ਆ ਜੀ, ਸਾਰੇ ਮਾੜੇ ਨਹੀਂ, ਚੰਗਿਆਈ ਕਦੀ ਮਰਦੀ ਨਹੀਂ, ਇਸੇ ਕਰਕੇ ਸੰਸਾਰ ਚੱਲਦਾ ਰਹਿੰਦਾ ਹੈ। ਇਹ ਸਿਆਣੇ ਕਹਿੰਦੇ ਆ ਕਿ ਧਰਤੀ ਚੱਲਦੀ ਇਸ ਕਰਕੇ ਆ ਕਿ ਸਿਆਣੇ ਅੱਛੇ ਲੋਕਾਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਰਹਿੰਦੀ ਹੈ, ਪਰ ਕਿਉਂਕਿ ਬੁਰੇ ਲੋਕਾਂ ਦੀ ਖਬਰਾਂ ਦੇ ਵਿੱਚ ਚਰਚਾ ਜ਼ਿਆਦਾ ਰਹਿੰਦੀ ਹੈ, ਇਸ ਕਰਕੇ ਆਪਾਂ ਨੂੰ ਲੱਗਦਾ ਰਹਿੰਦਾ ਖਰੇ ਸਾਰਾ ਕੁਝ ਬੁਰਾ ਹੀ ਹੋਈ ਜਾ ਰਿਹਾ ਹੈ। ਸੋ ਇਹ ਕਹਿੰਦੇ ਆ ਜੀ ਕਿ ਪੰਜਾਬ ਦੀ ਗੰਦਗੀ ਸਾਫ਼ ਕਰੋ। ਬਿਲਕੁਲ ਦੱਸਿਆ ਜਿਸ ਤਰ੍ਹਾਂ ਮੈਂ ਕਿ ਅਸੀਂ 22 ਡਿਸਟ੍ਰਿਕਟ ਵਿੱਚ ਜਿਹੜੇ ਅਸੀਂ ਸਰਬੱਤ ਦਾ ਭਲਾ ਦੇ ਆਫਿਸ ਖੋਲ੍ਹ ਰਹੇ ਹਾਂ। ਆਹਿਸਤਾ ਆਹਿਸਤਾ ਅਸੀਂ ਕੰਮ ਸਟਾਰਟ ਕਰ ਦਿੱਤਾ ਜੀ। ਇੱਕ ਟਾਈਮ ਤੇ ਲੱਗਦਾ ਇਹਨਾਂ ਗੱਲਾਂ ਨੂੰ, ਔਰ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਅਸੀਂ ਸਟਾਰਟ ਕੀਤਾ ਹੈ, ਆਉਣ ਵਾਲੇ 2-3 ਸਾਲ ਦੇ ਵਿੱਚ ਜਿਹੜਾ ਜੀ ਕਾਫੀ ਸਾਡਾ ਸੁਧਾਰ ਹੋ ਜਾਏਗਾ ਜੀ। ਠੀਕ ਹੈ ਜੀ, ਬਹੁਤ ਮਿਹਰਬਾਨੀ। ਸੁਰਸਾਗਰ ਜੀ, ਹੈਲੋ। ਲੋ ਜੀ ਅੱਗੇ ਚੱਲਦੇ ਹਾਂ। ਸੁਰਸਾਗਰ ਜੀ, ਹੈਲੋ। ਹਾਂਜੀ ਜੀ, ਬੋਲੋ। ਹੈਲੋ, ਬੋਲੋ ਜੀ ਭੈਣ ਜੀ। ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਦੱਸੋ। ਹੈਲੋ। ਤੁਸੀਂ ਟੈਲੀਵਿਜ਼ਨ ਨਾ ਸੁਣੋ, ਸਿੱਧੀ ਗੱਲ ਕਰੋ। ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਲੋ ਜੀ, ਤੁਸੀਂ ਜਰਾ ਟੈਲੀਵਿਜ਼ਨ ਦੀ ਆਵਾਜ਼ ਬੰਦ ਕਰ ਲਓ, ਉਹਨਾਂ ਚਿਰ ਅਸੀਂ ਇਹਨਾਂ ਦੇ ਨਾਲ ਹੋਰ ਗੱਲ ਕਰਦੇ ਹਾਂ। ਗੱਲਾਂ ਬਹੁਤ ਨੇ, ਸਮਾਂ ਥੋੜਾ ਹੈ। ਦੱਸੋ ਜੀ ਕਿ ਤੁਸੀਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਦੇ ਨਾਲ ਕੈਦਾਂ ਭੁਗਤਣ ਲਈ ਮਜਬੂਰ ਨੇ, ਬੱਚੇ ਬੇਕਸੂਰੇ ਜੇਲ੍ਹਾਂ 'ਚ ਨੇ, ਉਹਨਾਂ ਦੀ ਭਲਾਈ ਦੇ ਲਈ ਕਾਫੀ ਕੁਝ ਕੀਤਾ। ਕੀ ਕੀਤਾ ਜੀ? ਉਹ ਇਸ ਤਰ੍ਹਾਂ ਅਸੀਂ ਜਦੋਂ ਨਾ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਦੁਬਈ ਦੀਆਂ ਜੇਲ੍ਹਾਂ ਵਿੱਚ ਜੋ ਕੰਮ ਕੀਤੇ ਆ, ਜੇਲ੍ਹਾਂ 'ਚ ਘੱਟੋ ਘੱਟ ਮੈਂ ਹਜ਼ਾਰਾਂ ਬੰਦਿਆਂ ਨੂੰ ਮਿਲਿਆ। ਸੋ ਦਿਮਾਗ ਤੇ ਹਰ ਟਾਈਮ ਸਵੇਰੇ ਸ਼ਾਮ ਜਿਹੜਾ ਉਹ ਜੇਲ੍ਹਾਂ ਹੀ ਚੱਲਦੀਆਂ ਸੀਗੀਆਂ। ਪੰਜਾਬ ਵਿੱਚ ਜੂਨ ਮਹੀਨੇ ਦੀ ਗੱਲ ਹੈ ਕਿ ਇੰਗਲਿਸ਼ ਟ੍ਰਿਬਿਊਨ 'ਚ ਇੱਕ ਨਿਊਜ਼ ਆਈ ਸੀ। ਅੱਛਾ ਜੀ। ਜਿਸ 'ਚ ਉਹਨਾਂ ਨੇ ਲਿਖਿਆ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ 122 ਬੱਚੇ ਆਪਣੀ ਮਾਵਾਂ ਦੇ ਨਾਲ ਸਜ਼ਾ ਭੁਗਤ ਰਹੇ ਨੇ। ਉਹ ਨਿਊਜ਼ ਪੜ੍ਹਨ ਤੋਂ ਬਾਅਦ ਸੇਮ ਉਹੀ ਮੇਰੇ ਤੇ ਹੋਇਆ, ਤੇ ਫਿਰ ਪ੍ਰੋਗਰਾਮ ਬਣਾਇਆ ਕਿ ਅਸੀਂ ਜਾ ਕੇ ਉਹਨੂੰ ਦੇਖਿਆ ਜਾਏ। ਫਿਰ ਉੱਥੇ ਡਾਕਟਰ NS ਸੋਢੀ ਨੇ, ਬਲਤੇਜ ਪੰਨੂ ਔਰ ਯੋਗੀ ਇੱਥੇ ਵੀ ਸੀਗੇ। ਇਹ ਸੀ ਇਸ ਤਰ੍ਹਾਂ ਸਾਡੀ ਟੀਮ ਸੀ। ਅਸੀਂ ਜਾ ਕੇ ਫਿਰ ਗੱਲਬਾਤ ਕੀਤੀ, ਦੌਰਾ ਕੀਤਾ ਉੱਥੇ, ਉੱਥੋਂ ਦੇ DC ਸਾਹਿਬ, ਸੈਸ਼ਨ ਜੱਜ ਸਾਹਿਬ, SSP ਸਾਹਿਬ। ਸੋ ਇਹ ਜਾ ਕੇ ਜਿਹੜੇ ਦੇਖਿਆ, ਉੱਥੇ 12x12 ਦੇ ਰੂਮ ਦੇ ਵਿੱਚ 13-14 ਬੱਚੇ ਜਿਹੜੇ ਸੀ ਉਹ ਰੱਖੇ ਹੋਏ ਸੀ ਉਹਨਾਂ ਨੇ, ਜਿੱਥੇ ਇੱਕ ਪੱਖਾ ਚੱਲ ਰਿਹਾ ਸੀ ਔਰ ਇੱਕ ਲੇਡੀ ਬਾਹਰ ਬੈਠੀ ਸੀ ਜਿਹੜੀ ਕੇਅਰ ਟੇਕਰ ਸੀ ਉਹਨਾਂ ਦੀ। ਉਦੋਂ ਮੈਂ ਸਵਾਲ ਪੁੱਛਿਆ ਉਹਨਾਂ ਨੂੰ, ਮੈਂ ਕਿਹਾ ਜੀ ਇਹ ਸਾਲ 6 ਮਹੀਨੇ, ਸਾਲ 1.5 ਸਾਲ ਦੇ ਬੱਚੇ ਹੈ, ਕਿ ਇਹਨਾਂ ਦਾ ਕਸੂਰ ਕੀ ਹੈ? ਅੱਛਾ ਜੀ। ਇਹ ਤਾਂ ਫਿਰ ਦੱਸਿਆ ਉਹਨਾਂ ਨੇ, ਕਹਿੰਦੇ ਜੀ ਇੱਥੇ ਕਾਨੂੰਨ ਮੁਤਾਬਕ ਜਿਹੜਾ ਹੈ ਸਾਨੂੰ ਜਿਹੜੀ ਉਹ ਬੱਚੇ ਜਿਹੜੇ ਉਹ 6 ਸਾਲ ਤੱਕ ਮਾਵਾਂ ਦੇ ਨਾਲ ਰਹਿਣਗੇ। ਇਸ ਚੀਜ਼ ਨੂੰ ਦੇਖਦੇ ਹੋਇਆ ਅਸੀਂ, ਮੈਂ ਕਿਹਾ ਜੀ ਇਹ ਤਾਂ ਫਿਰ ਤੁਸੀਂ ਕ੍ਰਿਮੀਨਲ ਬਣਾਤੇ ਬੱਚੇ ਸਾਰੇ ਹੁਣ ਤੋਂ ਹੀ। ਅਗਰ ਬੱਚੇ ਹੁਣ ਤੋਂ ਜੇਲ੍ਹ 'ਚ 6 ਸਾਲ ਕੱਟਣਗੇ, 6 ਸਾਲ ਬਾਅਦ ਬੱਚਾ ਬਾਹਰ ਜਾਏਗਾ ਵਿਦਆਊਟ ਐਜੂਕੇਸ਼ਨ, ਤੇ ਇਹਨੂੰ ਕੌਣ ਦੇਖੇਗਾ? ਨਾ ਤਾਂ ਇਹਨੂੰ ਕੋਈ ਫੈਮਿਲੀ ਮੈਂਬਰ ਸੰਭਾਲੇਗਾ ਇਹਨੂੰ, ਨਾ ਇਹਨੂੰ ਕੋਈ ਸੁਸਾਇਟੀ ਸੰਭਾਲੇਗੀ। ਹਰ ਕਿਸੇ ਨੇ ਇਹ ਕਹਿਣਾ ਕਿ 6 ਸਾਲ ਬੱਚਾ ਜੇਲ੍ਹ 'ਚ ਕੱਟ ਕੇ ਆਇਆ, ਇਹ ਤਾਂ ਕ੍ਰਿਮੀਨਲ ਹੈ। ਉਹਨਾਂ ਨੂੰ ਦੂਰ ਕਰਨ ਲਈ ਫਿਰ ਅਸੀਂ ਉੱਥੇ ਇੱਕ ਕਰਚ ਬਣਾਇਆ, ਕਰਚ ਕਮ ਸਕੂਲ ਬਣਾਇਆ, ਜਿਹਦੇ ਵਿੱਚ ਅਸੀਂ ਹੁਣ ਪੂਰਾ ਇਹਨਾਂ ਦਾ ਇੰਤਜ਼ਾਮ ਕੀਤਾ। ਐਜੂਕੇਸ਼ਨ ਦਾ ਪੂਰਾ ਪ੍ਰੋਗਰਾਮ ਇੰਤਜ਼ਾਮ ਕਰਤਾ ਸਾਰਾ ਉਹਨਾਂ ਦਾ। ਉਹ 'ਚ ਮੈਡੀਕਲ ਫੈਸਿਲਿਟੀ ਦੇ
ਦਿੱਤੀ, ਖਾਣ ਪੀਣ ਦਾ ਦੇਤਾ ਸਾਰਾ। ਇਸ ਤਰ੍ਹਾਂ ਦਾ ਕਲਚ ਜਿਹੜਾ ਉਹ ਚਾਲੂ ਕਰਾਤਾ ਉੱਥੇ। ਹੁਣ ਇਸ ਤੋਂ ਬਾਅਦ ਕਿਉਂਕਿ 122 ਬੱਚੇ ਸੀਗੇ ਤੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਅਸੀਂ ਜਿਹੜਾ ਲੁਧਿਆਣੇ ਕਲਚ ਸਟਾਰਟ ਕਰ ਰਹੇ ਹਾਂ। ਇਸ ਤੋਂ ਬਾਅਦ 4 ਕਲਚ ਹੋਰ ਬਣਨਗੇ, ਜਿਹੜਾ ਕਿ ਕਪੂਰਥਲਾ, ਅੰਮ੍ਰਿਤਸਰ, ਬਠਿੰਡਾ ਐਂਡ ਫਿਰੋਜ਼ਪੁਰ। ਇਹ 6 ਕਲਚ ਬਣਨ ਤੋਂ ਬਾਅਦ ਪੰਜਾਬ 'ਚ ਫਿਰ 4 ਕਲਚ ਜਿਹੜੇ ਅਸੀਂ ਇਸ ਤਰ੍ਹਾਂ ਦੇ ਉਹ ਹਰਿਆਣਾ 'ਚ ਖੋਲ੍ਹ ਰਹੇ ਹਾਂ, ਜਿਹਦਾ ਸਟਾਰਟ ਪਹਿਲਾਂ ਅੰਬਾਲੇ ਤੋਂ ਹੋ ਰਿਹਾ, ਬਾਕੀ ਹਰਿਆਣੇ 'ਚ ਦੇਖਾਂਗੇ, ਇੱਕ ਚੰਡੀਗੜ੍ਹ ਬਣਾਵਾਂਗੇ। ਸੋ ਇਸ ਨਾਲ ਸਾਡਾ ਤਕਰੀਬਨ 250 ਬੱਚਾ ਜਿਹੜਾ ਉਹ ਸਾਰਾ ਕਵਰ ਹੋ ਜਾਏਗਾ, ਜਿੰਨੇ ਬੱਚੇ ਜੇਲ੍ਹਾਂ 'ਚ ਹੈਗੇ ਆ। ਠੀਕ ਹੈ ਜੀ, ਦੇਖਦੇ ਹਾਂ ਸਾਡੇ ਨਾਲ ਕੌਣ ਨੇ। ਸੁਰਸਾਗਰ ਜੀ, ਤੁਸੀਂ ਭੈਣ ਜੀ ਆਵਾਜ਼ ਘੱਟ ਕਰ ਲਈ ਟੈਲੀਵਿਜ਼ਨ ਦੀ। ਲਓ ਜੀ ਅੱਗੇ ਚੱਲਦੇ ਹਾਂ ਫਿਰ। ਸੁਰਸਾਗਰ ਜੀ ਹੈਲੋ, ਅੱਗੇ ਚੱਲੀਏ ਜੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੀ ਹਾਲ ਹੈ ਜੀ? ਸਭ ਠੀਕ ਠਾਕ ਜੀ। ਤੁਸੀਂ ਬਹੁਤ ਅੱਛਾ ਕੀਤਾ, ਇਹੋ ਜਿਹੇ ਬੰਦੇ ਨੂੰ ਤੁਸੀਂ ਟੀਵੀ ਤੇ ਲੈ ਕੇ ਆਏ ਹੋ ਜਿਨ੍ਹਾਂ ਨੇ ਬਹੁਤ ਹੀ ਭਲੇ ਦੇ ਕੰਮ ਕੀਤੇ ਨੇ। ਤੇ ਮੇਰੇ ਖਿਆਲ ਤੇ ਇਹਦੀ ਮਿਸਾਲ ਨਹੀਂ ਮਿਲਦੀ ਕਿ ਜਿਸ ਬੰਦੇ ਨੇ ਆਪਣੇ ਲੈਵਲ ਤੇ ਇੰਨਾ ਵੱਡਾ ਕੰਮ ਕੀਤਾ ਹੋਵੇ ਕਿ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ, ਉਹਨਾਂ ਨੂੰ ਸਾਰੇ ਵਰਲਡ ਦੇ ਸਾਹਮਣੇ ਲਿਆਂਦਾ ਕਿ ਕਿੰਨਾਂ ਨੂੰ ਜਿਨ੍ਹਾਂ ਨੂੰ ਹੈਲਪ ਦੀ ਲੋੜ ਸੀ। ਮੈਂ ਇੱਕ ਇਹੀ ਗੱਲ ਕਹਾਂਗਾ ਇਹਨਾਂ ਨੂੰ ਕਿ ਕੋਸ਼ਿਸ਼ ਕੀਤਾ ਜਾਏ, ਦੁਨੀਆ ਦੇ ਵਿੱਚ ਅਸੀਂ ਸਿੱਖ ਬੜੇ ਵੱਡੇ ਵੱਡੇ ਬੈਠੇ ਹਾਂ, ਸਾਡੇ ਕੋਲ ਬਹੁਤ ਪੈਸਾ ਹੈ, ਜੇ ਉਹ ਪੈਸਾ ਕਿਤੇ ਪੰਜਾਬ ਦੇ ਵਿੱਚ ਲਗਾਇਆ ਜਾਵੇ, ਕੋਈ ਇੰਡਸਟਰੀ ਲਗਾਈ ਜਾਵੇ, ਜਿਵੇਂ ਕਿ ਪਹਿਲਾਂ ਪੰਜਾਬ ਐਂਡ ਸਿੰਧ ਬੈਂਕ ਹੁੰਦਾ ਸੀ, ਲੇਕਿਨ ਹੌਲੀ ਹੌਲੀ ਉਹ ਬੈਂਕ ਗਵਰਨਮੈਂਟ ਦਾ ਹੋ ਗਿਆ। ਉਸ ਤੋਂ ਬਾਅਦ ਕਿਸੇ ਨੇ ਕੋਈ ਏਡਾ ਵੱਡਾ ਉਦਮ ਨਹੀਂ ਕੀਤਾ ਕਿ ਜਿਹਦੇ ਨਾਲ ਕਿ ਅਸੀਂ ਆਪਣੇ ਬੱਚਿਆਂ ਦੀ ਸੰਭਾਲ ਕਰ ਸਕੀਏ, ਜਿਨ੍ਹਾਂ ਨੂੰ ਜਦੋਂ ਕਿ ਜਿਨ੍ਹਾਂ ਨੂੰ ਇੰਪਲਾਇਮੈਂਟ ਮਿਲੇਗੀ ਤੇ ਮੇਰੇ ਖਿਆਲ ਬੱਚੇ ਬਾਹਰ ਵੀ ਨਹੀਂ ਜਾਣਗੇ ਤੇ ਸਿੱਖੀ ਦੇ ਵਿੱਚ ਵੀ ਵਾਪਸ ਆਣਗੇ, ਕਿਉਂਕਿ ਪੰਜਾਬ ਦੇ ਵਿੱਚ ਉਹ ਸਿੱਖੀ ਤੋਂ ਵੀ ਪਰੇ ਹੁੰਦੇ ਜਾ ਰਹੇ ਨੇ। ਤੇ ਮੇਰੇ ਖਿਆਲ ਕਿ ਵਿਸਾਖੀ ਦਾ ਦਿਨ ਆ ਰਿਹਾ ਹੈ ਤੇ ਅਗਰ ਸਾਰੇ ਸੰਸਾਰ ਦੇ ਵੱਡੇ ਵੱਡੇ ਸਿੱਖਾਂ ਨੂੰ ਅਪੀਲ ਕੀਤੀ ਜਾਏ ਕਿ ਆਓ ਰਲ ਕੇ ਹਮਲਾ ਮਾਰੀਏ ਤੇ ਪੰਜਾਬ ਦੇ ਵਿੱਚ ਫਿਰ ਕੋਈ ਉਹੋ ਜਿਹਾ ਬੈਂਕ ਜਾਂ ਉਹੋ ਜਿਹੀ ਸੰਸਥਾ ਸ਼ੁਰੂ ਕਰੀਏ ਜਿੱਥੇ ਕਿ ਅਸੀਂ ਆਪਣੇ ਬੱਚਿਆਂ ਨੂੰ ਫਿਰ ਇੰਪਲਾਇਮੈਂਟ ਦੇ ਸਕੀਏ। ਤੇ ਮੈਂ ਇੱਕ ਵਾਰੀ ਫਿਰ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਅਸੀਂ ਵਾਹਿਗੁਰੂ ਨੂੰ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਬੰਦਿਆਂ ਨੂੰ ਲੰਬੀ ਉਮਰ ਬਖਸ਼ੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਚੰਗੇ ਤੋਂ ਚੰਗੇ ਕੰਮ ਕਰਦੇ ਰਹਿਣ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੈਸੇ ਕਮਾਲ ਦੀ ਗੱਲ ਹੈ ਜੀ ਕਿ ਧਨਾੜ ਬੰਦਿਆਂ ਦੀ ਤੇ ਪੰਜਾਬ ਵਿੱਚ ਵੀ ਕੋਈ ਕਮੀ ਨਹੀਂ, ਪਰ ਹੈਰਾਨੀ ਦੀ ਗੱਲ ਹੈ ਕਿ ਉੱਥੇ ਧਨਾੜ ਬੰਦਾ ਜੋ ਹੈ ਗਰੀਬ ਵਿਅਕਤੀ ਦੀ ਸਾਰ ਲੈਣ ਨੂੰ ਤਿਆਰ ਨਹੀਂ। ਸੋ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਚਲੋ ਸਰਗਰਮ ਹੁੰਦੇ ਨੇ, ਪਰ ਕਮਾਲ ਦੀ ਗੱਲ ਹੈ ਕਿ ਉੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਲੋੜਵੰਦਾਂ ਦੀ, ਗਰੀਬਾਂ ਦੀ ਸਾਰ ਲੈਣੀ ਆ। ਬਹੁਤ ਘੱਟ ਅੱਗੇ ਆਉਂਦੇ ਜੀ, ਜਿਹੜੇ ਅਮੀਰ ਨੇ ਉਹ ਹੋਰ ਅਮੀਰ ਹੋਣਾ ਚਾਹੁੰਦੇ ਨੇ, ਗਰੀਬ ਵਿਚਾਰਾ ਹੋਰ ਲਤਾੜਿਆ ਜਾ ਰਿਹਾ। ਭਾਈ ਸਾਹਿਬ ਇੱਥੇ ਇੱਕ ਮੈਂ ਗੱਲ ਕਹਿਣੀ ਚਾਹਾਂਗਾ ਕਿ ਜਿਸ ਤਰ੍ਹਾਂ ਦੱਸਿਆ ਭਾਈ ਸਾਹਿਬ ਨੇ ਕਿ ਇੰਡਸਟਰੀ ਲੱਗੇ, ਇਸ ਤਰ੍ਹਾਂ ਲੱਗੇ, ਇਹ ਸੈਕੰਡ ਸਟੈਪ ਜਾਂ ਥਰਡ ਸਟੈਪ 'ਚ ਆ ਜਾਂਦਾ ਜੀ। ਜੋ ਅਸੀਂ ਹੁਣ ਸ਼ੁਰੂਆਤ ਕੀਤੀ ਹੈ, ਅਸੀਂ ਬਾਅਦ 'ਚ ਜ਼ਰੂਰ ਉੱਥੇ ਪਹੁੰਚਾਂਗੇ, ਲੇਕਿਨ ਅਜੇ ਫਿਲਹਾਲ ਜਿਹੜੀ ਲੋੜ ਕੀ ਹੈ ਕਿ ਪਿੰਡਾਂ ਵਿੱਚ ਸਾਡੇ ਜਿਹੜੇ ਨੇ ਤਕਰੀਬਨ 86% ਲੋਕ ਐਸੇ ਬੱਚੇ ਇਹੋ ਜਿਹੇ ਨੇ ਜਿਹੜੇ ਕਿ ਹਾਇਰ ਐਜੂਕੇਸ਼ਨ ਨਹੀਂ ਪੈਦਾ ਕਰ ਰਹੇ, ਨਹੀਂ ਲੈ ਰਹੇ। ਸਿਰਫ 14% ਬੱਚੇ ਜਿਹੜੇ ਨੇ ਉਹ 11ਵੀਂ 12ਵੀਂ ਕਰਨ ਤੋਂ ਬਾਅਦ ਜਿਹੜੇ ਉਹ ਹਾਇਰ ਸਟੱਡੀ ਜਾ ਰਹੇ ਨੇ। ਉਹਨਾਂ ਜਿਹੜੇ ਬੱਚੇ 86% ਹੈ, ਸਾਨੂੰ ਹੁਣ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ, ਕਿਉਂਕਿ ਉਹ ਬੱਚੇ ਜਦ ਪੜ੍ਹਨਗੇ ਨਹੀਂ ਤਾਂ ਉਹਨਾਂ ਨੂੰ ਨੌਕਰੀਆਂ ਕੀ ਮਿਲਣਗੀਆਂ ਉਹਨਾਂ ਨੂੰ। ਠੀਕ ਹੈ ਜੀ। ਇਸ ਲਈ ਫਿਰ ਬੱਚੇ ਨਸ਼ਿਆਂ 'ਚ ਪੈ ਰਹੇ ਨੇ, ਨਸ਼ਿਆਂ ਤੋਂ ਬਾਅਦ ਫਿਰ ਜੋ ਕੰਮ ਨਹੀਂ ਕਰਨੇ ਉਹ ਵੀ ਕੰਮ ਕਰ ਰਹੇ ਆ। ਸੋ ਇੱਥੇ ਮੈਂ ਇਹੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਰੇ ਸੋਚ ਰਹੇ ਹੋ ਕਿ ਪੰਜਾਬੀ ਜਿੰਨੇ ਬਾਹਰ ਬੈਠੇ ਔਰ ਸਾਰੇ ਸੈੱਟ ਨੇ, ਬਜਾਏ ਕਿ ਆਪਾਂ ਇੰਡਸਟਰੀ ਬਾਰੇ ਹੁਣ ਤੋਂ ਸੋਚਣਾ ਸ਼ੁਰੂ ਕਰੀਏ, ਇਹ ਦੋ ਬੱਚੇ ਸਪਾਂਸਰ ਕਰੋ ਤਾਂ ਜੋ ਸਾਲ 2 ਸਾਲ ਬਾਅਦ ਦੇਖੋ ਤੇ ਸਾਡੇ ਸਾਰੇ ਪੰਜਾਬ ਸਾਨੂੰ ਕੋਈ ਅਨਪੜ੍ਹ ਬੰਦਾ ਨਜ਼ਰ ਨਹੀਂ ਆਏਗਾ। ਜਿਨ੍ਹਾਂ ਨੇ ਹਾਇਰ ਸਟੱਡੀ ਲੈਣੀ ਉਹ ਜੋਬਸ ਆਪੇ ਉਹਨਾਂ ਨੂੰ ਮਿਲ ਜਾਣਗੀਆਂ, ਲੇਕਿਨ ਅਸੀਂ ਸ਼ੁਰੂਆਤ ਇੱਥੋਂ ਐਜੂਕੇਸ਼ਨ ਤੋਂ ਕਰੀਏ। ਠੀਕ ਹੈ ਜੀ। ਐਜੂਕੇਸ਼ਨ ਵੀ ਵੈਸੇ ਉੱਥੇ ਅੱਜ ਕੱਲ੍ਹ ਬੜੀ ਰਾਹ ਤੋਂ ਭਟਕ ਗਈ ਲੱਗਦੀ ਹੈ ਸਰਦਾਰ ਓਬਰਾਏ ਜੀ, ਕਿ 8ਵੀਂ 'ਚ ਪੜ੍ਹਦੀ ਇੱਕ ਲੜਕੀ ਨੇ ਪੇਪਰ ਦਿੱਤਾ ਹੈ ਤੇ ਆਉਂਦਾ ਜਾਂਦਾ ਤੇ ਉਹਨੂੰ ਕੱਖ ਵੀ ਨਹੀਂ, ਉਹਨੇ ਪਤਾ ਨਹੀਂ ਕੀ ਊਲ ਜਲੂਲ ਪੇਪਰ ਦੇ ਵਿੱਚ ਲਿਖਿਆ, ਉਹਦੇ ਵੱਲੋਂ ਦਿੱਤੇ ਗਏ ਪੇਪਰ ਦੀ ਫੋਟੋ ਵੀ ਅਖਬਾਰ ਦੇ ਵਿੱਚ ਛਪੀ ਹੈ ਕਿ ਉਹ ਸਮਝ ਹੀ ਨਹੀਂ ਆਉਂਦੀ ਕਿ ਉਹਨੇ ਲਿਖਿਆ ਕੀ ਹੈ, ਨਾ ਵੀ ਉਹਨੂੰ ਆਪਣਾ ਲਿਖਣਾ ਨਹੀਂ ਆਉਂਦਾ। 8ਵੀਂ 'ਚ ਪੜ੍ਹਦੀ ਲੜਕੀ ਨੂੰ 90 ਦੇ ਵਿੱਚੋਂ ਉਹਨੂੰ 0 ਨੰਬਰ ਆਇਆ ਹੈ ਤੇ ਉਹਨੂੰ ਫਿਰ ਵੀ ਪਾਸ ਕਰਨਾ ਸਰਵ ਸਿੱਖਿਆ ਅਭਿਆਨ ਦੇ ਤਹਿਤ। ਕੀ ਆਪਾਂ ਇਸ ਤਰੀਕੇ ਨਾਲ ਪੜ੍ਹੇ ਲਿਖੇ ਅਨਪੜ੍ਹ ਨਹੀਂ ਪੰਜਾਬ ਦੇ ਵਿੱਚ ਗਵਾਰ ਨਹੀਂ ਪੈਦਾ ਕਰ ਰਹੇ ਕਿ ਉਹਨਾਂ ਦੀ ਜੇਬ 'ਚ ਸਰਟੀਫਿਕੇਟ ਤੇ ਹੈਗਾ ਪਰ ਆਉਂਦਾ ਜਾਂਦਾ ਉਹਨਾਂ ਨੂੰ ਕੱਖ ਵੀ ਨਹੀਂ, ਨਾਮ ਵੀ ਨਹੀਂ ਲਿਖਣਾ ਆਉਂਦਾ। ਸੋ ਇਸ ਤਰ੍ਹਾਂ ਦੀ ਵਿੱਦਿਆ ਦੀ ਸਾਨੂੰ ਕੀ ਲੋੜ ਹੈ? ਨਹੀਂ ਉਹ ਗੱਲ ਠੀਕ ਹੈ, ਲੇਕਿਨ ਬਹੁਤ ਪਰਸੈਂਟੇਜ ਘੱਟ ਹੀ ਹੋਏਗੀ ਨਾ, ਕਿਤੇ ਤੁਹਾਨੂੰ ਹਜ਼ਾਰਾਂ ਲੱਖਾਂ 'ਚੋਂ ਸਰਕਾਰੀ ਸਕੂਲ ਇੱਕ ਦੋ ਹੀ ਮਿਲਣਗੇ ਪਰਸੈਂਟ ਇਹੋ ਜਿਹੇ ਬੱਚੇ ਨੂੰ। ਠੀਕ ਹੈ ਜੀ। ਤੇ ਲਓ ਜੀ, ਫਿਰ ਇਹ ਹਨ ਸਾਡੇ ਕੋਲ SP ਸਿੰਘ ਓਬਰਾਏ, ਉੱਘੇ ਸਮਾਜ ਸੇਵਕ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਨੇਪਾਲ ਵਾਲੀ ਗੱਲ ਕਿਤੇ ਰਹਿ ਨਾ ਜਾਏ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਸਨ ਨੇਪਾਲ ਦੇ ਵਿੱਚ ਤੇ ਉੱਥੇ ਉਹਨਾਂ ਦਾ ਇੱਕ ਹਾਂਜੀ ਬੜਾ ਮੁਕੱਦਸ ਅਸਥਾਨ ਹੈ ਜੋ ਕਿ ਅਣਦੇਖਿਆ ਰਿਹਾ। ਇਹਨਾਂ ਦੇ ਜਾਣ ਤੋਂ ਬਾਅਦ ਉਹ ਜਗਜਾਰ ਹੋਇਆ। ਦੱਸੋ ਜੀ। ਜੀ ਨੇਪਾਲ 'ਚ ਜਦੋਂ ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਸਰਦਾਰ ਪ੍ਰੀਤਮ ਸਿੰਘ ਜੀ ਜੋ ਕਿ JNK ਦੇ ਹੈਗੇ ਨੇ ਸਰਦਾਰ ਜੀ, ਪਿਛਲੇ 60 ਸਾਲ ਤੋਂ ਉੱਥੇ ਰਹਿ ਰਹੇ ਨੇ। ਸੋ ਉਦੋਂ ਗੱਤਕੇ ਦੇ ਕੰਪੀਟੀਸ਼ਨ ਜਿਹੜੇ ਸੀ ਨੈਸ਼ਨਲ ਕਰਾਏ ਸੀ, ਉਦੋਂ ਮੈਨੂੰ ਉਹਨਾਂ ਨੇ ਕਿਹਾ ਕਿ ਓਬਰਾਏ ਸਾਹਿਬ ਇੱਥੇ
ਕੁਝ ਹੋਰ ਵੀ ਹੋਣ ਵਾਲਾ ਹੈ। ਤੁਹਾਨੂੰ ਗੁਰਦੁਆਰੇ ਦਿਖਾਉਂਦੇ ਹਾਂ ਕਿ ਇਹਨਾਂ ਦੀ ਸੇਵਾ ਸੰਭਾਲ ਬਾਰੇ ਕੁਝ ਕੀਤਾ ਜਾਏ। ਫਿਰ ਮੈਂ ਗੁਰਦੁਆਰੇ ਜਾ ਕੇ ਦੇਖਿਆ, ਜਾ ਕੇ ਬੜਾ ਮਨ ਦੁਖੀ ਹੋਇਆ ਉੱਥੇ। ਗੁਰੂ ਨਾਨਕ ਦੇਵ ਜੀ 1516 ਵਿੱਚ ਜਦੋਂ ਉਹਨਾਂ ਦੀ ਤੀਸਰੀ ਉਦਾਸੀ ਸੀਗੀ, ਤਿੱਬਤ ਤੋਂ ਵਾਪਸ ਆਉਂਦੇ ਹੋਏ ਉਹ ਨੇਪਾਲ ਕਾਠਮੰਡੂ ਰੁਕੇ ਸੀ। ਅੱਛਾ ਜੀ। ਉਹ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਮੱਠ, ਉੱਥੇ ਉਹਨਾਂ ਦੀ ਜਿਹੜੀ ਸਭ ਪੜ੍ਹਦੇ ਨੇ ਹਿਸਟਰੀ, ਜਿਹੜੀ ਉਹ ਸਿੱਧਾ ਨਾਲ ਪਾਲਾ ਜਿਹੜਾ ਪਿਆ ਸੀ ਉਹ ਉੱਥੇ ਹੀ ਪਿਆ ਸੀ ਪਹਿਲਾਂ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ 1.5 ਮਹੀਨਾ ਜਿਹੜਾ ਉਹ ਨੇਪਾਲ 'ਚ ਰਹੇ ਨੇ। ਉਸ ਗੁਰਦੁਆਰੇ ਸਾਹਿਬ ਦੇ ਵਿੱਚ ਮਹਾਰਾਜ ਦੇ ਸਰੂਪ ਜਿਹੜੇ ਕਿ 16ਵੀਂ ਸਦੀ ਦੇ ਆ, ਔਰ ਹੱਥ ਲਿਖਤ ਨੇ ਉਹਨਾਂ ਦੇ ਜਿਹੜੇ ਪੰਨੇ ਹੈਗੇ ਨੇ ਉਹ 1553 ਪੰਨੇ ਨੇ ਉਹਨਾਂ ਦੇ। ਸੋ ਉਹ, ਲੇਕਿਨ ਦੁੱਖ ਦੀ ਗੱਲ ਇਹ ਸੀ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਰੁਮਾਲੇ 'ਚ ਇਸ ਤਰ੍ਹਾਂ ਲਪੇਟ ਕੇ ਉਹਨਾਂ ਨੇ ਰੱਖਿਆ ਹੋਇਆ, ਉਹਨਾਂ ਦੇ ਪ੍ਰਕਾਸ਼ ਨਹੀਂ ਹੋ ਰਹੇ। ਸੋ ਇਹ ਇਸ ਕਰਕੇ ਅਸੀਂ ਥੋੜਾ ਸਟੈਪ ਚੱਕਿਆ ਇਹ। ਦੂਸਰਾ ਜਿਹੜਾ ਸੀ ਕਿ ਉਸ ਟਾਈਮ ਜਿਹੜਾ ਰਾਜਾ ਸੀਗਾ, ਜੋ ਹਿਸਟਰੀ ਦੱਸਦੀ ਹੈ ਉਹਨਾਂ ਦੀ ਕਿ ਬਹੁਤ ਪਹਿਲਾਂ ਦੀ ਗੱਲ ਹੈ, ਉੱਥੋਂ ਦਾ ਰਾਜਾ ਜਿਹੜਾ ਸੀ ਉਹ ਮੈਂਟਲੀ ਥੋੜਾ ਜਿਹਾ ਅਪਸੈਟ ਹੋ ਗਿਆ ਸੀ। ਅੱਛਾ ਜੀ। ਤਾਂ ਉਹਨੂੰ ਫਿਰ ਸਾਰੀ ਜਗ੍ਹਾ ਉਹਦੀ ਫੈਮਿਲੀ ਲੈ ਕੇ ਜਾ ਰਹੀ ਸੀ, ਤਾਂ ਉਹ ਬਨਾਰਸ ਪਹੁੰਚੇ। ਗੁਰੂ ਨਾਨਕ ਦੇਵ ਜੀ ਬਨਾਰਸ ਸੀ ਉਦੋਂ। ਸੋ ਉਹਨਾਂ ਨੇ, ਕਿਸੇ ਨੇ ਕਿਹਾ ਕਿ ਉਹ ਇੱਕ ਸੰਤ ਬੈਠੇ ਵੀ ਉਹਨਾਂ ਕੋਲੋਂ ਜਾ ਕੇ ਆਸ਼ੀਰਵਾਦ ਲਓ। ਸੋ ਉਹਨਾਂ ਕੋਲ ਗਏ, ਦੱਸਿਆ ਕਿ ਇਸ ਤਰ੍ਹਾਂ ਜੀ ਇਹ ਸਾਡੇ ਰਾਜਾ ਹੈ ਉੱਥੋਂ ਨੇਪਾਲ ਦਾ, ਲੇਕਿਨ ਥੋੜੀ ਇਸ ਤਰ੍ਹਾਂ ਮੈਂਟਲੀ ਪ੍ਰੋਬਲਮ ਚੱਲ ਰਹੀ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਦੱਸਦੇ ਉਹਨਾਂ ਨੂੰ ਥਾਪੀ ਦੇ ਕੇ ਕਿਹਾ ਕਿ ਇਹ ਤਾਂ ਬਿਲਕੁਲ ਸਿਆਣਾ ਹੈ, ਤਾਂ ਇਹਨੂੰ ਤਾਂ ਕੁਛ ਨਹੀਂ ਹੋਇਆ, ਇਹਨੂੰ ਕਈ ਸਾਲ ਰਾਜ ਕਰਨਾ ਹੈ ਜੇ। ਸੋ ਜਿਸ ਤਰ੍ਹਾਂ ਹੀ ਉਹ ਆਦਮੀ ਉਹ ਚਲੇ ਗਏ ਤੇ ਨੇਪਾਲ ਪਹੁੰਚਿਆ ਇਸ ਲਈ ਕਾਠਮੰਡੂ, ਤਾਂ ਉਹ ਕੁਝ ਦਿਨਾਂ ਵਿੱਚ ਉਹ ਬਿਲਕੁਲ ਨਾਰਮਲ ਹੋ ਗਿਆ। ਉਹਨਾਂ ਨੇ ਕਈ ਸਾਲ ਰਾਜ ਕੀਤਾ। ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਗਏ ਹੋਏ ਸੀ 1516 'ਚ, ਉਦੋਂ ਫਿਰ ਕਿਸੇ ਨੇ ਦੱਸਿਆ ਉਸ ਰਾਜੇ ਨੂੰ ਕਿ ਇਹ ਉਹੀ ਸੰਤ ਨੇ ਜਿਨ੍ਹਾਂ ਨੇ ਤੈਨੂੰ ਠੀਕ ਕੀਤਾ ਸੀ। ਉਹ ਫਿਰ ਆਪਣੇ ਕੋਲ ਆਪਣੇ ਮਹਿਲ 'ਚ ਲੈ ਗਿਆ, ਉੱਥੇ ਲਿਜਾ ਕੇ ਉਹਨੂੰ ਰੱਖਿਆ। ਔਰ ਉਸ ਟਾਈਮ ਦੇ ਵਿੱਚ ਉਹਨਾਂ ਨੇ 200 ਏਕੜ 1600 ਕਨਾਲ ਜਗ੍ਹਾ ਜਿਹੜੀ ਸੀ, ਜ਼ਮੀਨ ਜਿਹੜੀ ਸੀ, ਉਹ ਗੁਰੂ ਨਾਨਕ ਦੇਵ ਜੀ ਦੇ ਨਾਮ ਲਗਾਈ। ਅੱਛਾ ਜੀ। ਔਰ ਇਹ ਲਿਖਿਆ ਉਹਦੇ ਉੱਤੇ, ਉਹਦੀ ਲਿਖਤ ਮੇਰੇ ਕੋਲ ਪਈ ਹੋਈ ਹੈ, ਜਿਹੜੀ ਉਹਦੇ ਉਸ ਟਾਈਮ ਦੇ ਰਾਜੇ ਦੇ ਹੱਥ ਲਿਖੀ ਹੋਈ। ਉਹ 'ਚ ਲਿਖਿਆ ਕਿ ਇਹ ਮੈਂ ਆਪਣੀ ਬੜੀ ਖੁਸ਼ੀ ਦੇ ਨਾਲ 200 ਏਕੜ ਜਗ੍ਹਾ ਜਿਹੜੀ ਗੁਰੂ ਨਾਨਕ ਦੇਵ ਜੀ ਨੂੰ ਭਜਨ ਮੰਡਲੀ ਕਰਨ ਲਈ ਜਾਂ ਹਰਿਆਲੀ ਕਰਨ ਲਈ ਮੈਂ ਖੁਸ਼ੀ ਨਾਲ ਦਾਨ ਵਜੋਂ ਦੇ ਰਿਹਾ। ਤਾਂ ਥੱਲੇ ਜਿਹੜਾ ਉਹਦਾ ਕਰਾਊਨ ਪ੍ਰਿੰਸ ਸੀ ਉਹਦੀ ਵਿਟਨੈਸ ਪਾਈ ਹੋਈ ਹੈ। ਉਹ ਜਗ੍ਹਾ ਜਿਹੜੀ ਸੀ 200 ਏਕੜ, ਉਹ ਹੁਣ 597 ਸਾਲ ਹੋ ਗਏ ਇਸ ਗੱਲ ਨੂੰ। ਘਟਦੀ ਹੁਣ ਸਿਰਫ 5 ਏਕੜ ਜਗ੍ਹਾ ਰਹਿ ਗਈ ਸੀ। 5 ਏਕੜ ਜਗ੍ਹਾ ਵਿੱਚੋਂ ਵੀ ਤਕਰੀਬਨ ਉੱਥੋਂ ਦੀ ਗਵਰਨਮੈਂਟ ਨੇ ਪਿਛਲੇ 6-7 ਮਹੀਨੇ ਪੁਰਾਣੀ ਗੱਲ ਹੈ ਕਿ ਉਹਨਾਂ ਨੇ ਉੱਤੇ ਲੀਜ਼ ਤੇ ਲਾਉਣ ਲਈ ਟੈਂਡਰ ਕੱਢ ਦਿੱਤੇ। ਉਹ 'ਚੋਂ 4 ਏਕੜ ਜਗ੍ਹਾ ਜਿਹੜੀ ਉਹ ਲੀਜ਼ ਤੇ ਦੇਣ ਦੀ ਕੀਤੀ। ਜਦੋਂ ਪਤਾ ਲੱਗਿਆ, ਪ੍ਰੀਤਮ ਸਿੰਘ ਜੀ ਨੇ ਦੱਸਿਆ ਮੈਨੂੰ, ਫਿਰ ਉੱਥੋਂ ਵਕੀਲ ਕੀਤਾ, ਕੇਸ ਕੀਤਾ, ਸਾਡਾ ਕੇਸ ਚੱਲ ਰਿਹਾ ਉੱਥੇ। ਲੇਕਿਨ ਉਸ ਤੋਂ ਪਹਿਲਾਂ ਜਿਹੜਾ ਸੀ, ਮੈਂ ਫਿਰ ਸੇਮ ਉੱਥੇ ਆਈ, ਮੈਂ ਸੈਂਟਰ 'ਚ ਮਹਾਰਾਣੀ ਪੁਨੀਤ ਕੌਰ ਜੀ ਨੂੰ ਮਿਲਿਆ। ਉਹਨਾਂ ਨੇ ਅੰਬੈਸਡਰ ਸਾਹਿਬ ਜਿਹੜੇ ਨੇਪਾਲ 'ਚ ਨੇ ਆਪਣੇ ਇੰਡੀਅਨ ਅੰਬੈਸਡਰ, ਉਹਨਾਂ ਨਾਲ ਮੈਨੂੰ ਮਿਲਾਇਆ, ਮੁਲਾਕਾਤ ਹੋਈ। ਫਿਰ ਮੈਂ ਉੱਥੇ ਗਿਆ। ਉਸ ਤੋਂ ਬਾਅਦ ਸਾਡੀ 3 ਵਾਰੀ ਤਕਰੀਬਨ ਸਾਡੀ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਹੋਈ ਉੱਥੇ, ਜਿਹੜੀ ਨੇਪਾਲ ਦੇ ਪ੍ਰਾਈਮ ਮਿਨਿਸਟਰ ਨਾਲ। ਮੁੱਕਦੀ ਗੱਲ ਹੈ ਕਿ ਅਸੀਂ ਉਹ ਜਿਹੜੀ ਜਗ੍ਹਾ ਲੈਣ 'ਚ ਅਸੀਂ ਹੁਣ ਕਾਮਯਾਬ ਹੋ ਗਏ ਹਾਂ। ਪ੍ਰਾਈਮ ਮਿਨਿਸਟਰ ਸਾਹਿਬ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਇਸ 'ਚੋਂ ਅੱਧਾ ਇੰਚ ਜਿਹੜੀ ਜਗ੍ਹਾ ਨਾ ਉਹ ਵੀ ਕਿਤੇ ਬਾਹਰ ਨਹੀਂ ਵਿਕੇਗੀ। 5 ਏਕੜ ਜਿਹੜੀ ਜਗ੍ਹਾ ਰਹਿ ਗਈ ਉਹ ਗੁਰਦੁਆਰਾ ਸਾਹਿਬ ਕੋਲ ਹੋਏਗੀ। ਜਿਹੜੀ ਹੁਣ ਰਜਿਸਟਰੀ ਹੈ ਇਸ ਲਈ ਉਹ ਮੇਰੇ ਕੋਲ ਪਈ ਹੋਈ ਹੈ, ਜਿਹਨੂੰ ਲਾਲ ਚਿੱਠਾ ਕਹਿੰਦੇ ਆ। ਉਹ ਹੁਣ ਵੀ ਅੱਜ ਵੀ ਜ਼ਮੀਨ ਜਿਹੜੀ 5 ਏਕੜ ਆ ਉਹ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਆ। ਠੀਕ ਹੈ ਜੀ। ਤੇ ਲਓ ਜੀ, ਜੇ ਤੁਸੀਂ ਥੋੜਾ ਜਿਹਾ, ਸਾਡੇ ਕੋਲ ਸਮਾਂ ਹੋਰ ਬਾਕੀ, ਅਸੀਂ ਚਾਹਾਂਗੇ ਕਿ ਤੁਸੀਂ ਇਹਨਾਂ ਨਾਲ ਹੋਰ ਗੱਲਬਾਤ ਕਰ ਸਕੋ। ਸਾਡੇ ਕੋਲ ਜਿਹੜੀਆਂ ਲਾਈਨਾਂ ਹੋਲਡ ਤੇ ਹਨ, ਤੇ ਜੇ ਤੁਸੀਂ ਅਜੇ ਨਹੀਂ ਇਹਨਾਂ ਨਾਲ ਗੱਲ ਕੀਤੀ, ਆਪਣਾ ਮਨ ਦਾ ਹਾਵ ਨਹੀਂ ਪ੍ਰਗਟਾਇਆ, ਤਾਂ 647 776 2620 ਟੈਲੀਫੋਨ ਨੰਬਰ। ਨੇਪਾਲ ਜੋ ਹੈ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਖੇਤਰਫਲ ਹੈ, ਪਹਾੜੀ ਇਲਾਕਾ ਹੈ ਸਾਰਾ। ਤੁਹਾਨੂੰ ਪਤਾ ਸੀ ਕਿ ਕਿਹੜੀ ਜਗ੍ਹਾ ਤੇ ਇਹ ਸਥਾਨ ਹੈ, ਕਿ ਜਾਂ ਅਚਾਨਕ ਤੁਹਾਡਾ ਉਸ ਸਥਾਨ ਦੇ ਨਾਲ ਸਾਹਮਣਾ ਹੋਇਆ? ਨਹੀਂ, ਮੈਂ ਦੱਸਿਆ ਨਾ ਜੀ, ਮੈਂ ਗੱਤਕੇ ਲਈ ਗਿਆ ਸੀ ਉੱਥੇ। ਪ੍ਰੀਤਮ ਸਿੰਘ ਜੀ ਜੋ ਉੱਥੇ ਰਹਿ ਰਹੇ, ਉਹਨਾਂ ਨੂੰ ਪਤਾ ਸੀ ਇਸ ਗੱਲ ਦਾ। ਅੱਛਾ ਜੀ। ਉਹਨਾਂ ਨੇ ਦੱਸਿਆ। ਉਦੋਂ ਹੀ ਫਿਰ ਆਪਾਂ ਜਿਹੜਾ ਇੱਕ ਹੋਰ ਗੁਰਦੁਆਰਾ ਸਾਹਿਬ, ਉੱਥੇ ਖੂਹ ਹੈ ਇੱਕ, ਤੇ ਉਹਦੇ ਖੂਹ ਤੇ ਨਾ ਪਾਥੀਆਂ ਸੀਗੀਆਂ ਤੇ ਘਾਹ ਬੂਟਾ ਸਾਰਾ ਹੋ ਗਿਆ ਪਿਆ ਸੀਗਾ, ਮੱਝਾਂ ਗਾਵਾਂ ਬੰਨੀਆਂ ਸੀ ਉੱਥੇ। ਅੱਛਾ ਜੀ। ਉਦੋਂ ਮਹੰਤ ਨੂੰ ਪੁੱਛਿਆ, ਮੈਂ ਕਿਹਾ ਮਹੰਤ ਜੀ ਇਹ ਖੂਹ ਜਿਹੜਾ ਨਜ਼ਰ ਆ ਰਿਹਾ ਇਹ ਕੀ ਚੀਜ਼ ਹੈ? ਤੇ ਉਹ ਕਹਿੰਦਾ ਜੀ ਇਹ ਗੁਰੂ ਸਾਹਿਬ ਦੇ ਟਾਈਮ ਦਾ ਹੈ, ਪੁਰਾਤਨ ਖੂਹ ਹੈ। ਜਿਸ ਵੇਲੇ ਲਾਗੇ ਜਾ ਕੇ ਮੈਂ ਘਾਹ ਵਗੈਰਾ ਪਾਸੇ ਕਰਕੇ ਦੱਸਿਆ, ਉਹਨੇ ਦੱਸਿਆ ਸੀ ਮੈਨੂੰ ਕਿ ਲਿਖਿਆ ਹੋਇਆ ਕੁਝ। ਜਿਹੜੇ ਸਾਰਾ ਪਾਸੇ ਕੀਤਾ ਤੇ ਅੰਦਰ ਏਕ ਓਮਕਾਰ ਸਤਨਾਮ ਕਰਤਾ ਪੁਰਖ ਪਾਠ ਉਕਰਿਆ ਹੋਇਆ ਸੀਗਾ। ਅੱਛਾ। ਉਸੇ ਵੇਲੇ ਫਿਰ ਮੈਂ ਕਰਕੇ ਸਾਰਾ ਬਾਹਰੋਂ ਟੀਮਾਂ ਬੁਲਾਈਆਂ, ਕਰਕੇ ਉਸ ਖੂਹ ਦੀ ਪੂਰੀ ਸੇਵਾ ਕਰਾ ਕੇ ਅੱਜ ਉਹ ਖੂਹ ਨੂੰ ਬਿਲਕੁਲ ਨਵਾਂ ਰੂਪ ਦੇ ਦਿੱਤਾ ਗਿਆ। ਜੋ ਵੀ ਅੰਦਰੋਂ ਇੱਟ ਨਿਕਲੀ ਉਹਦਾ ਥੜਾ ਬਣਾ ਦਿੱਤਾ ਗਿਆ। ਅੱਛਾ ਜੀ। ਕੰਕਰੀਟ ਦੇ ਰਿੰਗ ਪਾ ਕੇ ਅਸੀਂ ਕਰਕੇ, ਤੇ 10 ਫੁੱਟ ਬਾਅਦ ਪਾਣੀ ਨਿਕਲ ਗਿਆ। ਅੱਜ ਉੱਥੋਂ ਦੇ ਜਿੰਨੇ ਲੋਕ ਨੇ ਉਹ ਸਾਰੇ ਉਸ ਪਾਣੀ ਦਾ ਮਜ਼ਾ ਲੈ ਰਹੇ ਨੇ। ਬਿਲਕੁਲ ਸਾਫ਼ ਪਾਣੀ ਔਰ ਮਿੱਠਾ ਪਾਣੀ ਨਿਕਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਹੈ? ਨਹੀਂ, ਅਜੇ ਨਹੀਂ ਹੈ। ਹੁਣ ਸਾਨੂੰ ਜਦੋਂ ਸੇਵਾ ਸੰਭਾਲ ਮਿਲ ਜਾਏਗੀ, ਇਸੇ ਲਈ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਟਰਸਟ ਬਣਾਓ। ਇਸੇ ਕਰਕੇ ਅਸੀਂ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਉੱਥੇ ਵੀ ਨਿਯੁਕਤ ਕੀਤਾ। ਉਹਦੇ ਵਿੱਚੋਂ ਅਸੀਂ ਇੱਕ ਜਿਹੜਾ ਬੰਦਾ ਜਿਹੜਾ ਲਵਾਂਗੇ ਉਹ ਨੇਪਾਲ ਗਵਰਨਮੈਂਟ ਚੋਂ ਲਵਾਂਗੇ। ਅੱਛਾ ਜੀ। ਇੱਕ ਜਿਹੜਾ ਬੰਦਾ ਅਸੀਂ ਲੈ ਰਹੇ ਉਹ ਅਸੀਂ ਇੰਡੀਅਨ ਐਮਬੈਸੀ ਚੋਂ ਲਵਾਂਗੇ, ਤੇ ਬਾਕੀ ਜਿਹੜੇ 3-4 ਬੰਦੇ ਅਸੀਂ ਉੱਥੋਂ ਲੈ ਕੇ ਤੇ ਉੱਥੇ ਟਰਸਟ ਬਣਾ ਕੇ ਫਿਰ ਇਹ ਸੇਵਾ ਸੰਭਾਲ ਸਾਡੇ ਕੋਲ ਆਏਗੀ। ਠੀਕ ਹੈ ਜੀ। ਦੇਖਦੇ ਹਾਂ ਸਾਡੇ ਨਾਲ ਕੌਣ ਨੇ। ਸੁਰਸਾਗਰ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਨੂੰ ਤਿੰਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਔਰ ਇਸ ਭਾਈ ਸਾਹਿਬ ਨੇ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੀਤਾ, ਤੇ ਇਹਨਾਂ ਨੂੰ ਤਾਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਬੇਨਤੀ ਇਹ ਆ ਕਿ ਜਿਹੜੀ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਆ, ਉਹ ਐਜੂਕੇਸ਼ਨ ਦਾ ਤਾਂ ਆਪਣੀ
ਗਵਰਨਮੈਂਟ ਨੇ ਬੇੜਾ ਗਰਕ ਕਰ ਦਿੱਤਾ। ਤੁਸੀਂ ਪ੍ਰਾਈਵੇਟ ਸਕੂਲ ਇੰਨੇ ਖੁੱਲ ਗਏ ਆ, ਨਰਸਰੀ ਵਿੱਚ ਬੱਚਾ ਪਾਉਣਾ ਇਹਦੀ ਜੀ 15,000 ਹੈਗੀ ਆ ਆਪਣੇ ਐਡਮਿਸ਼ਨ ਫੀ, 900 ਹੈਗੀ ਇਹਦੀ ਮਹੀਨੇ ਦੀ ਫੀਸ, ਵਰਦੀਆਂ ਇਹ ਉਹ ਕਰ ਕਰਾ ਕੇ ਬੱਚਾ ਇੱਕ ਜਿਹੜਾ ਪਹਿਲੀ ਅਜੇ 3 ਸਾਲ ਦਾ ਬੱਚਾ ਜਿਹੜਾ ਉਹ 1.5-2 ਲੱਖ 'ਚ ਜਾ ਕੇ ਪੈਂਦਾ ਸਾਲ ਵਿੱਚ। ਠੀਕ ਹੈ ਜੀ। ਇੰਨਾ ਭੈੜਾ ਹਾਲ ਕਰ ਦਿੱਤਾ, ਜਦ ਕਿ 10ਵੀਂ ਤੱਕ ਹਾਈ ਸਕੂਲ ਐਜੂਕੇਸ਼ਨ ਫ੍ਰੀ ਹੋਣੀ ਚਾਹੀਦੀ ਹੈ ਹਰ ਕੰਟਰੀ ਦੀ, ਔਰ ਉੱਥੇ ਰੋਜ਼ ਅਸੀਂ ਸੁਣਦੇ ਹਾਂ ਤੇ ਇੰਨੇ ਸਕੂਲ ਖੋਲ ਦੇਣੇ ਆ, ਇੰਨੇ ਟੀਚਰ ਆ ਰਹੇ ਆ। ਠੀਕ ਹੈ ਜੀ। ਟੀਚਰ ਨਹੀਂ ਰੱਖਿਆ, ਕੋਈ ਸਕੂਲ ਨਹੀਂ ਖੋਲਿਆ, ਕਈ 4 ਕਲਾਸਾਂ ਦੇ ਉੱਤੇ ਇੱਕ ਟੀਚਰ ਆ। ਬਹੁਤ ਮਿਹਰਬਾਨੀ, ਆਪਾਂ ਗੱਲ ਕੋਈ ਹੋਰ ਕਰ ਰਹੇ ਹਾਂ, ਫਿਰ ਵੀ ਤੁਹਾਡਾ ਧੰਨਵਾਦ ਹੈ ਜੀ। ਨਹੀਂ, ਐਜੂਕੇਸ਼ਨ ਦੀ ਕੀਤੀ ਸੀ ਗੱਲ ਪਿੱਛੇ 2 ਸਾਲਾਂ ਪਹਿਲਾਂ ਹੋਈ ਹੈ ਤਾਂ ਫਿਰ ਐਜੂਕੇਸ਼ਨ ਤੋਂ ਮਤਲਬ ਜਿਹੜਾ ਐਜੂਕੇਸ਼ਨ ਦਾ ਬੇੜਾ ਗਰਕ ਹੋਇਆ ਉਹ ਇਸ ਤੋਂ ਜਿਹੜਾ ਨਸ਼ੇ 'ਚ ਪੈ ਗਿਆ ਜਾਂ ਹੋਰ ਕੰਮਾਂ 'ਚ ਪੈ ਗਿਆ, ਉਹ ਬੱਚਿਆਂ ਨੂੰ ਜੇ ਕੰਮ ਹੋਵੇਗਾ ਤਾਂ ਉਹ ਕੀ ਕਰਨਗੇ। ਠੀਕ ਹੈ ਜੀ, ਬਹੁਤ ਮਿਹਰਬਾਨੀ, ਤੁਹਾਡੀ ਗੱਲ ਸਮਝ ਆ ਗਵਰਨਮੈਂਟ ਨੂੰ ਗਈ। ਜਿਹੜਾ ਕੰਮ ਕਰਨਾ ਚਾਹੀਦਾ ਉਹ ਤਾਂ ਕਰਦੀ ਨਹੀਂ, ਫੈਕਟਰੀਆਂ ਲਗਾਉਣ ਜਾਂ ਲੋਕਾਂ ਨੂੰ ਸਬਸਿਡੀ ਦੇਣ। ਕਾਲਜ ਤੇ ਕਾਲਜ ਖੋਲੇ ਜਵਾਕ ਖੁਲਵਾਈ ਜਾ ਰਹੇ ਆ, ਉਹਦਾ ਫਾਇਦਾ ਕੀ ਉਹਦਾ ਜੇ ਬੱਚੇ ਪੜ੍ਹ ਲਿਖ ਕੇ ਬਾਹਰ ਨੂੰ ਭੱਜਦੇ ਕਿਉਂ ਭੱਜਦੇ ਆ। ਬਿਲਕੁਲ ਠੀਕ ਹੈ, ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ। ਵੈਸੇ ਤੇ ਸਰਟੀਫਿਕੇਟ ਜੇਬਾਂ ਦੇ ਵਿੱਚ ਹਨ ਤੇ ਜੇ ਗਿਆਨ ਦਾ ਦੀਵਾ ਦਿਮਾਗ ਵਿੱਚ ਨਹੀਂ ਜਗਦਾ ਤੇ ਕੁਦਰਤੀਆਂ ਕਿ ਨੌਕਰੀ ਦੇ ਉਹ ਕਾਬਲ ਹੀ ਨਹੀਂ ਹੋਏਗਾ ਵਿਅਕਤੀ, ਤੇ ਉਹਨੂੰ ਨੌਕਰੀ ਤੇ ਰੱਖੇਗਾ ਕੌਣ। ਕਿਸੇ ਨੂੰ ਤੁਸੀਂ ਨੌਕਰੀ ਤੇ ਰੱਖਣਾ ਪਹਿਲਾਂ 50 ਵਾਰ ਦੇਖਦੇ ਹੋ ਕਿ ਤੁਹਾਡੇ ਕੰਮ ਕਰਨ ਦੇ ਉਹ ਕਾਬਲ ਵੀ ਬੰਦਾ ਹੈ, ਤਾਂ ਹੀ ਉਹਨੂੰ ਤੁਸੀਂ ਤਨਖਾਹ ਦੇਣੀ ਸ਼ੁਰੂ ਕਰਦੇ ਹੋ। ਤੇ ਜੇ ਹੁਣ ਬੰਦੇ ਨੇ ਜਮਾਤਾਂ ਤੇ ਪੜ੍ਹੀਆਂ ਹੋਈਆਂ ਨੇ, ਸਰਟੀਫਿਕੇਟ ਜੇਬ ਦੇ ਵਿੱਚ ਹੈ, ਪਰ ਉਹਨੂੰ ਆਉਂਦਾ ਜਾਂਦਾ ਹੀ ਕੱਖ ਨਹੀਂਗਾ, ਤੇ ਉਹਨੂੰ ਨੌਕਰੀ ਤੇ ਰੱਖੇਗਾ ਕੌਣ। ਨੌਕਰੀ ਦੀ ਉਹਨੂੰ ਭਾਲ ਜ਼ਰੂਰ ਹੈ, ਪਰ ਉਸ ਵਿਅਕਤੀ ਨੂੰ ਪਤਾ ਨਹੀਂ ਕਿ ਉਹ ਕਿਹੜੀ ਨੌਕਰੀ ਕਰਨ ਦੇ ਆਪਣੇ ਆਪ ਨੂੰ ਉਸਨੇ ਕਾਬਲ ਬਣਾਇਆ। ਸੁਰ ਸਾਗਰ ਜੀ। ਹਾਂਜੀ ਵੀਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ। ਸਰਦਾਰ ਹਜ਼ਾਰਾ ਸਿੰਘ ਜੀ, ਐਸਪੀ ਸਿੰਘ ਓਬਰਾਏ ਹੋਣਾ ਨਾਲ ਕਰੋ ਗੱਲ। ਨਹੀਂ ਜੀ, ਮੈਂ ਹਜ਼ਾਰਾ ਸਿੰਘ ਨਹੀਂ ਜੀ, ਮੈਂ ਅੱਛਾ ਜੀ, ਮਾਫੀ ਚਾਹੁੰਦੇ ਜੀ, ਠੀਕ ਹੈ, ਬੋਲੋ ਜੀ ਸਰਦਾਰ ਸਾਹਿਬ, ਦੱਸੋ। ਮੈਂ ਇਹ ਕਹਿਣਾ ਚਾਹੁੰਦਾ ਕਿ ਸਰਦਾਰ ਓਬਰਾਏ ਵਧਾਈ ਦਾ ਪਾਤਰ ਹੈ। ਇਹਨਾਂ ਨੇ ਜਦੋਂ ਚਾਹ ਕੀਤੀ ਉੱਥੇ ਉਹ ਹਰ ਇੱਥੇ ਦੀਆਂ ਅਖਬਾਰਾਂ ਦੇ ਵਿੱਚ ਕੰਟੀਨਿਊ ਛਪਦਾ ਰਿਹਾ ਤੇ ਆਖਰ ਉਹਦੇ ਉੱਤੇ ਇਹਨਾਂ ਨੇ ਜਿੱਤ ਹਾਸਲ ਕੀਤੀ ਤੇ ਪੂਰੀ ਕਮੇਟੀ ਦੀ ਵਾਹਵਾ ਕੱਟੀ। ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਸੀਗਾ ਜਿਹੜਾ ਤਬੰਦੀ ਵਿੱਚ ਕਰ ਵਿਖਾਇਆ ਜੀ। ਇਹਦੇ ਲਈ ਇਹਨਾਂ ਦਾ ਬਹੁਤ ਬਹੁਤ ਮਿਹਰਬਾਨੀ। ਮੈਂ ਓਬਰਾਏ ਜੀ ਤੁਹਾਨੂੰ ਇੱਕ ਗੱਲ ਕਹਿਣੀ ਹੈ ਮੈਂ ਕਿ ਜਿਹੜਾ ਤੁਸੀਂ ਉੱਥੇ ਟਰਸਟ ਬਣਾਇਆ ਸਰਬੱਤ ਦਾ ਭਲਾ, ਉਹ ਜਿੱਦਾਂ ਹੁਣ ਤੁਸੀਂ ਥੋੜੀ ਜਿਹੀ ਐਗਜ਼ਾਮਪਲ ਦਿੱਤੀ ਨੇਪਾਲ ਦੇ ਵਿੱਚ ਇੱਦਾਂ ਦੀ ਪ੍ਰੋਬਲਮ ਮੇਰੇ ਖਿਆਲ ਵੱਖ-ਵੱਖ ਇੰਡੀਆ ਦੇ ਨਾਲ ਲੱਗਦੀਆਂ ਕੰਟਰੀਆਂ ਦੇ ਵਿੱਚ ਵੀ ਹੈਗੀ ਹੈ, ਸ਼੍ਰੀਲੰਕਾ 'ਚ ਵੀ ਹੈ, ਬੰਗਲਾਦੇਸ਼ 'ਚ ਵੀ ਹੈਗੀ ਹੈ, ਈਵਨ ਕਿ ਪਾਕਿਸਤਾਨ 'ਚ ਬਹੁਤ ਵੱਡੇ ਲੈਵਲ ਤੇ ਹੈ ਕਿ ਗੁਰਦੁਆਰੇ ਦੀ ਜ਼ਮੀਨਾਂ ਜਿਹੜੀਆਂ ਉਹ ਖੋਲੀਆਂ ਜਾ ਰਹੀਆਂ ਜਾਂ ਅੰਦਰ ਖਾਤੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਉਹਨਾਂ ਦੀ ਮਿਲਕੀਅਤ। ਤੇ ਇਹ ਤਾਂ ਪੂਰੀ ਇੱਕ ਗੁਰਦੁਆਰੇ ਦੀ ਸਾਂਭ ਸੰਭਾਲ ਵਾਲੀ ਗੱਲ। ਵੈਸੇ ਵੀ ਜਿਹੜੀ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਇੱਕ ਰਿਲੀਜੀਅਸ ਲੈਵਲ ਦੀ ਜਾਂ ਉਹਨਾਂ ਦੀ ਸੱਭਿਆਚਾਰਕ ਲੈਵਲ ਦੀ ਬਹੁਤ ਵੱਡੀ ਪ੍ਰੋਬਲਮ ਆਈ ਹੋਈ ਹੈ। ਇਕੱਲੇ ਇੰਡੀਆ 'ਚ ਨਹੀਂ, ਇੱਥੇ ਵੀ ਹੈ, ਅਮਰੀਕਾ 'ਚ, ਇੰਗਲੈਂਡ 'ਚ ਬਹੁਤ ਜ਼ਿਆਦਾ ਹੈਗੀ ਹੈ। ਨਵੀਂ ਪੀੜ੍ਹੀ ਬਾਰੇ ਵੀ ਜਿੱਦਾਂ ਤੁਸੀਂ ਪਹਿਲਾਂ ਡਿਸਕਸ ਕੀਤਾ ਸੀਗਾ। ਵੈਸੇ ਹੁਣ ਮੈਂ ਚਾਹੁੰਦਾ ਕਿ ਜਿੱਦਾਂ ਤੁਹਾਡਾ ਸਰਬੱਤ ਦਾ ਭਲਾ ਜਿਹੜਾ ਹੈਗਾ ਉਹ ਇੱਕ ਤੁਸੀਂ ਗਲੋਬਲ ਲੈਵਲ ਤੇ ਇਹਨੂੰ ਸ਼ੁਰੂ ਕਰੋ, ਕਿਉਂਕਿ ਲੋਕਾਂ ਦਾ ਟਰਸਟ ਬੈਠ ਚੁੱਕਾ ਹੈ ਔਰ ਲੋਕੀ ਸਿੰਗਤ ਜਿਹੜੀ ਹੈਗੀ ਹੈ ਵਰਲਡ ਲੈਵਲ ਤੇ ਤੁਹਾਡੇ ਨਾਲ ਵੀ ਖੜ ਸਕਦੀ ਹੈ ਅਗਰ ਰਿਜ਼ਲਟ ਜਿੱਦਾਂ ਦੁਬਈ ਚਾਹੇ ਤਾਂ ਆਉਂਦੇ ਰਹਿਣ। ਬਹੁਤ ਮਿਹਰਬਾਨੀ, ਬਹੁਤ ਤੁਸੀਂ ਇਸ ਨੂੰ ਇੱਕ ਇੰਟਰਨੈਸ਼ਨਲ ਲੈਵਲ ਤੇ ਸੰਗਠਿਤ ਕਰਕੇ ਇੱਕ ਕਰਕੇ ਤੁਸੀਂ ਮਸਲੇ ਤਾਂ ਬਹੁਤ ਹੈਗੇ ਇਹਨਾਂ ਨੂੰ ਛੋੜਨਾ ਸ਼ੁਰੂ ਕਰੋ ਤੇ ਬੜੀ ਮਿਹਰਬਾਨੀ ਹੋਏਗੀ। ਸ਼ੁਕਰੀਆ ਜੀ ਤੁਹਾਡਾ, ਬਹੁਤ ਮਿਹਰਬਾਨੀ। ਅੱਛਾ, ਇਹਨਾਂ ਨੇ ਮਸ਼ਵਰਾ ਦਿੱਤਾ, ਕੁਝ ਕਹਿਣਾ ਚਾਹੁੰਦੇ ਹੋ? ਬਿਲਕੁਲ ਨਹੀਂ, ਠੀਕ ਹੋ ਤਾਂ ਅਸੀਂ ਸ਼ੁਰੂ ਕਰ ਚੁੱਕੇ ਹਾਂ ਆਲਰੇਡੀ ਨਾ ਜੀ। ਅਸੀਂ ਵਰਲਡ ਵਾਈਡ ਅਸੀਂ ਹੁਣ ਸ਼ੁਰੂ ਕਰਤਾ ਸਰਬੱਤ ਦਾ ਭਲਾ ਜਿਹੜੇ ਚੈਰੀਟੇਬਲ ਟਰਸਟ ਬਣ ਰਹੇ ਇਸੇ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਇਹ ਸੰਸਥਾਵਾਂ ਹੈ ਜੀ, ਵੱਖ-ਵੱਖ ਥਾਵਾਂ ਤੇ ਸਥਾਪਿਤ ਜ਼ਰੂਰ ਕਰ ਰਹੇ ਨੇ ਉਹਨਾਂ ਦੀਆਂ ਬ੍ਰਾਂਚਾਂ, ਪਰ ਫਿਰ ਵੀ ਜ਼ਿੰਮੇਵਾਰੀ ਸੌਂਪਣ ਤੋਂ ਪਹਿਲਾਂ ਇਹਨਾਂ ਨੂੰ ਉਸ ਕਿਸਮ ਦੇ ਵਿਅਕਤੀ ਦੀ ਵੀ ਲੋੜ ਹੈ ਜਿਹੜਾ ਕਿ ਉਸ ਕਾਰਜ ਨੂੰ ਜਿਸ ਮਨਸ਼ਾ ਦੇ ਨਾਲ ਇਹ ਚਾਹੁੰਦੇ ਨੇ ਉਹਨੂੰ ਸਿਰੇ ਚੜ੍ਹਾ ਵੀ ਸਕੇ ਜੀ। ਸੋ ਕਾਹਲੀ ਦੇ ਨਾਲ ਕੋਈ ਇਹ ਸੰਸਥਾ ਕਿਤੇ ਜਾ ਕੇ ਸਥਾਪਿਤ ਕਰ ਦੇਣ, ਬਾਅਦ ਦੇ ਵਿੱਚ ਵਿਅਕਤੀ ਉਸ ਨੂੰ ਹਾਈਜੈਕ ਕਰ ਲੈਣ ਜਾਂ ਮਨਮਰਜ਼ੀ ਦੇ ਤਰੀਕਿਆਂ ਦੇ ਨਾਲ ਜੀ ਹੋਰ ਆਪਣੀ ਰਾਜਨੀਤੀ ਦੇ ਵਿੱਚ ਲੈ ਕੇ ਚਲੇ ਜਾਣ, ਉਹ ਵੀ ਇਹ ਨਹੀਂ ਚਾਹੁੰਗੇ। ਤੇ ਫਿਰ ਵੀ ਲੇਕਿਨ ਕਿ ਕਾਫੀ ਸਾਰੇ ਪ੍ਰੋਜੈਕਟ ਇਸੇ ਸਿਲਸਿਲੇ ਦੇ ਵਿੱਚ ਜੀ ਤੁਸੀਂ ਭਵਿੱਖ ਦੇ ਵਿੱਚ ਵੀ ਅਜੇ ਲਿਖਣੇ ਨੇ, ਦੱਸਣਾ ਚਾਹੋਗੇ ਭਵਿੱਖ ਦੇ ਕਿਹੜੇ ਪ੍ਰੋਜੈਕਟ ਨੇ ਤੁਹਾਡੇ? ਸਾਡੇ ਪਟਿਆਲਾ 'ਚ ਕਾਫੀ ਪ੍ਰੋਜੈਕਟ ਆ ਰਹੇ ਨੇ ਜੀ। ਉੱਥੇ ਅਸੀਂ ਇੱਕ ਪਟਿਆਲੇ ਤੋਂ ਸਰੰਦ ਜਾਓ ਰਸਤੇ 'ਚ ਪਿੰਡ ਪੈਂਦਾ ਫੱਗੜ ਮਾਜਰਾ, ਮੇਨ ਰੋਡ ਦੇ ਉੱਤੇ ਆ। ਸੋ ਉੱਥੇ ਸਰਬੱਤ ਭਲਾ ਚੈਰੀਟੇਬਲ ਟਰਸਟ ਨੇ ਅਸੀਂ 20 ਏਕੜ ਜਗ੍ਹਾ ਪਰਚੇਜ਼ ਕੀਤੀ ਹੈ, 40 ਏਕੜ ਜਗ੍ਹਾ ਸਾਨੂੰ ਪਿੰਡ ਵਾਲੇ ਦੇ ਰਹੇ ਆ। ਸੋ ਅਸੀਂ ਉਸ 20 ਏਕੜ ਜਗ੍ਹਾ ਵਿੱਚ ਤਕਰੀਬਨ ਸਾਡੇ 7-8 ਪ੍ਰੋਜੈਕਟ ਆ ਰਹੇ ਨੇ, ਜਿਨ੍ਹਾਂ ਵਿੱਚੋਂ ਮੇਨ ਸਾਡੇ ਇੱਕ ਮੈਂਟਲੀ ਰਿਟਾਰਡਡ, ਇੱਕ ਡੈਫ ਐਂਡ ਬਲਾਈਂਡ ਐਂਡ ਇੱਕ ਨਾਰਮਲ ਸਕੂਲ ਔਰ ਤਿੰਨਾਂ ਲਈ ਹੋਸਟਲ, ਪਲੱਸ ਜਿਹੜੇ ਇੱਕ ਅਸੀਂ ਇੰਸਟੀਚਿਊਟ ਆ ਰਿਹਾ ਸਾਡਾ ਉੱਥੇ, ਜਿਹਦੇ 'ਚ ਅਸੀਂ
ਸਕਿਲਡ ਜਿਹੜੇ ਬੱਚੇ ਤਿਆਰ ਕਰਾਂਗੇ, ਜਿਹੜੇ ਬੱਚੇ 10ਵੀਂ 11ਵੀਂ 12ਵੀਂ ਪੜ੍ਹ ਚੁੱਕੇ ਆ, ਜਿਨ੍ਹਾਂ ਨੂੰ ਅੱਗੇ ਜੌਬ ਤਾਂ ਫਿਰ ਨਹੀਂ ਮਿਲ ਰਹੀ, ਅਜੇ ਉਹਨਾਂ ਨੂੰ ਅੱਗੇ ਸਟੱਡੀ ਵੀ ਨਹੀਂ ਕਰ ਪਾ ਰਹੇ। ਸੋ ਉਹਨਾਂ ਨੂੰ ਅਸੀਂ 1 ਸਾਲ ਦਾ ਵਿਚਾਰ ਬਣਾਇਆ ਕਿ 1 ਸਾਲ ਦੀ ਟ੍ਰੇਨਿੰਗ ਦਿੱਤੀ ਜਾਏਗੀ, ਡਿਪਲੋਮਾ ਦਿੱਤਾ ਜਾਏਗਾ, ਜਿਸ ਤਰ੍ਹਾਂ ਉਹ 'ਚ ਕਾਰਪੈਂਟਰ, ਮੈਸਨ, ਸਟੀਲ ਫਿਕਸਚਰ ਹੋ ਗਏ, ਪਲੰਬਰ ਹੋ ਗਏ, ਇਸ ਤਰ੍ਹਾਂ ਦੇ ਜਿਹੜੀਆਂ ਅਸੀਂ ਟ੍ਰੇਨਿੰਗ ਦੇ ਕੇ ਸਾਲ ਦਾ ਸਰਟੀਫਿਕੇਟ ਦੇ ਕੇ ਉਹਨਾਂ ਨੂੰ, ਤੇ ਉਹਨਾਂ ਨੂੰ ਇਸ ਲਾਇਕ ਬਣਾ ਦਿਆਂਗੇ ਕਿ ਉਹ ਪ੍ਰਾਈਵੇਟ ਜੌਬ ਕਰ ਸਕਣਗੇ ਜਾਂ ਸਰਕਾਰੀ ਜੌਬ ਕਰ ਸਕਣਗੇ ਜਾਂ ਬਾਹਰ ਵੀ ਜਾ ਸਕਣਗੇ, ਕਿਉਂਕਿ ਬਾਹਰ ਵੀ ਜਿਹੜੇ ਬੰਦੇ ਮਾਰ ਖਾਂਦੇ ਨੇ ਉਹ ਲੇਬਰ 'ਚ ਮਾਰ ਖਾ ਰਹੇ ਨੇ। ਅਗਰ ਉਹ ਕਿਸੇ ਸਕਿੱਲ ਵਿੱਚ ਜਾਣਗੇ ਤਾਂ ਉਹ ਕਦੀ ਮਾਰ ਨਹੀਂ ਖਾਣਗੇ। ਸੋ ਇਹ ਸਾਡਾ ਉਪਰਾਲਾ ਪਟਿਆਲੇ ਤੋਂ ਸ਼ੁਰੂ ਹੋ ਰਿਹਾ। ਉਸ ਤੋਂ ਬਾਅਦ ਡਿਸਟ੍ਰਿਕਟ ਵਾਈਜ਼ ਇਹੋ ਜਿਹੇ ਇੰਸਟੀਚਿਊਟ ਜਿਹੜੇ ਆਪਾਂ ਉਹ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਕੋਸ਼ਿਸ਼ ਕਰ ਰਹੇ ਹੋ ਅੰਗਹੀਣਾਂ ਦੀ, ਹਾਂਜੀ, ਬੱਚਿਆਂ ਦੀ, ਇਸੇ ਤਰੀਕੇ ਦੇ ਨਾਲ ਵਿਧਵਾਵਾਂ ਦੀ ਮਦਦ ਕਰਦੇ ਹੋ, ਤੇ ਜੇ ਫਰਜ਼ ਕਰੋ ਵਿਧਵਾਵਾਂ ਨੂੰ ਜਿਹੜੀ ਤੁਸੀਂ ਪੈਨਸ਼ਨ ਲਗਾਉਂਦੇ ਹੋ, ਪੰਜਾਬ ਸਰਕਾਰ ਤੇ ਮਸੀਂ 250 ਰੁਪਇਆ ਉਹ ਵੀ ਕਦੇ ਕਦੇ ਮਿਲਦਾ ਉਹਨਾਂ ਨੂੰ ਦਿੰਦੇ ਨੇ, ਤੁਸੀਂ 750 ਰੁਪਏ ਦੀ ਗੱਲ ਕਰਦੇ ਹੋ ਹਰੇਕ ਮਹੀਨੇ ਪੈਨਸ਼ਨ ਦੇਣ ਦੀ, ਪਰ ਜੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਵਿਧਵਾਵਾਂ ਦੀ ਜ਼ਿੰਮੇਵਾਰੀ ਤੁਸੀਂ ਚੱਕਣੀ ਹੋਵੇ ਤਾਂ ਕਾਫੀ ਵੱਡੀ ਰਕਮ ਬਣ ਜਾਂਦੀ ਹੈ। ਇਸ ਸਿਲਸਿਲੇ ਵਿੱਚ ਵੀ ਤੁਹਾਨੂੰ ਮਦਦ ਦੀ ਲੋੜ ਨਹੀਂ? ਮਦਦ ਦੀ ਲੋੜ ਹੈ। ਮੈਂ ਤਾਂ ਅਪੀਲ ਕਰ ਰਿਹਾ, ਮੈਂ ਇੱਥੇ ਵੀ ਜਿਹੜੇ ਕੱਲ੍ਹ ਵੀ ਪ੍ਰੋਗਰਾਮ ਹੋਏ ਨੇ, ਸਿਆਟਲ ਜੋ ਹੋਏ ਨੇ, ਸਾਰਿਆਂ ਪਾਸੇ ਮੈਂ ਇਹੀ ਅਪੀਲ ਕੀਤੀ ਹੈ ਕਿ ਆਪਣੇ ਇੰਨੇ ਕੁ ਪੰਜਾਬੀ ਜਿਹੜੇ ਬਾਹਰ ਅਸੀਂ ਬੈਠੇ ਹੋਏ ਹਾਂ, ਇੱਕ ਪੈਨਸ਼ਨ ਜਿਹੜੀ 750 ਤੋਂ ਜਿਹੜੀ 1000 ਰੁਪਏ ਦੀ ਪੈਨਸ਼ਨ ਲਾਣੀ ਕਿਸੇ ਲੇਡੀ ਦੀ, $20 ਦਾ ਕੰਮ ਹੈ ਸਾਰਾ ਇਹ। ਠੀਕ ਹੈ ਜੀ। ਜੇ ਹਰ ਬੰਦਾ $20 ਵੀ ਕੱਢੇ ਤੇ ਇਹ ਮਤਲਬ ਕਿ ਸਾਡੇ ਪੰਜਾਬ ਦੀ ਸਾਰੀ ਜਿਹੜੀ ਗਰੀਬੀ ਹੈ, ਜਿਹੜੀਆਂ ਇਹ ਸਾਡੀਆਂ ਵਿਧਵਾਵਾਂ ਹੈਗੀਆਂ, ਜਿਹੜੀਆਂ ਮਾਵਾਂ ਭੈਣਾਂ ਸਾਡੀਆਂ, ਉਹ ਸਭ ਆਪਣੇ ਆਪਣੇ ਘਰ ਸਹੀ ਖਾਣਾ ਖਾਣਗੀਆਂ। ਇਹੀ ਮੈਂ ਅਪੀਲ ਕਰ ਰਿਹਾ, ਕਿਉਂਕਿ ਮੈਂ ਇਕੱਲਾ ਜੋ ਕਰ ਰਿਹਾ, ਇਹ ਸਾਰੇ ਲੋਕ ਮਿਲ ਕੇ ਕਰੋ। ਹਰ ਬੰਦਾ ਪੁੱਛਦਾ ਅਸੀਂ ਡੋਨੇਸ਼ਨ ਦੇਣੀ ਚਾਹੁੰਦੇ ਹਾਂ, ਮੈਂ ਇਹੀ ਗੱਲ ਕਹਿੰਦਾ ਕਿ ਮੈਨੂੰ ਡੋਨੇਸ਼ਨ ਨਹੀਂ ਚਾਹੀਦੀ ਕਿਸੇ ਤੋਂ ਵੀ, ਤੁਸੀਂ ਡੋਨੇਸ਼ਨ ਨੂੰ ਇਸ ਤਰੀਕੇ ਨਾਲ ਦਿਓ। ਠੀਕ ਹੈ। ਹੁਣ ਅੱਜ ਜਿਹੜੇ ਸਾਡੇ ਜਿਹੜੀ ਅੱਜ ਮੀਟਿੰਗ ਸੀ, ਉਹਦੇ ਵਿੱਚ ਹਰਿਆਣੇ ਵਾਲੇ ਸਾਡੇ ਜਿਹੜੇ ਸਾਨੂੰ ਬੰਦੇ ਮਿਲੇ ਸੀ, ਉਹਨਾਂ ਨੇ ਕਮੇਟੀ ਨੇ ਬੜਾ ਸੋਹਣਾ ਸਟੈਪ ਚੱਕਿਆ। ਉਹ ਕਹਿੰਦੇ ਜਿਹੜਾ ਤੁਸੀਂ ਅੰਬਾਲੇ ਜਿਹੜਾ ਤੁਸੀਂ ਕ੍ਰਚ ਬਣਾ ਰਹੇ ਹੋ, ਸਕੂਲ ਬਣਾ ਰਹੇ ਹੋ, ਉਹਦੀ ਰਿਸਪੌਂਸਿਬਿਲਿਟੀ ਸਾਨੂੰ ਦਿਓ, ਅਸੀਂ ਬਣਾਉਂਦੇ ਹਾਂ। ਪਹਿਲਾਂ ਉਹ ਕਹਿ ਰਹੇ ਸੀ ਪੈਸੇ, ਮੈਂ ਕਿਹਾ ਪੈਸੇ ਤਾਂ ਅਸੀਂ ਲੈਣੇ ਨਹੀਂ, ਲੇਕਿਨ ਇਹ ਹੈ ਕਿ ਤੁਸੀਂ ਦਿਓ, ਤੁਹਾਡੀ ਸੰਸਥਾ ਦਾ ਉੱਥੇ ਅਸੀਂ ਪੱਥਰ ਲਾ ਦੇਵਾਂਗੇ। ਸਕੂਲ ਖੁੱਲ ਗਿਆ, ਠੀਕ ਹੈ, ਜੇਲ੍ਹ ਦੇ ਅੰਦਰ। ਸੋ ਇਸ ਤਰ੍ਹਾਂ ਦੀਆਂ ਅਸੀਂ ਸੇਵਾਵਾਂ ਤੁਸੀਂ ਇੱਥੇ ਬੈਠ ਕੇ ਵੀ ਕਰ ਸਕਦੇ ਹੋ ਉੱਥੇ। ਅੱਛਾ, ਇੱਥੇ ਬੈਠੇ ਹੁਣ ਲੋਕ ਸਮੇਂ ਦੇ ਚੱਲਦਿਆਂ ਥੋੜ੍ਹਾ ਜਿਹਾ SP ਸਿੰਘ ਓਬਰਾਏ ਜੀ ਇਹ ਵੀ ਸੋਚਣ ਲੱਗੇ ਆ ਕਿ ਇੱਥੇ ਵਸਦੇ ਬਹੁਤ ਸਾਰੇ ਲੋਕਾਂ ਨਾਲੋਂ ਵੱਡੇ ਧਨਾੜ ਤਾਂ ਪੰਜਾਬ ਦੇ ਵਿੱਚ ਹੀ ਬੈਠੇ ਆ, ਉਹਨਾਂ ਕੋਲੋਂ ਜੇ ਫਰਜ਼ ਕਰੋ ਤੁਸੀਂ ਜਾ ਕੇ ਮਦਦ ਕਹੋ ਤੇ ਫਿਰ ਉਹ ਕੀ ਹੁੰਗਾਰਾ ਦਿੰਦੇ ਤੁਹਾਨੂੰ? ਪੈਸਾ ਇਸ ਤਰ੍ਹਾਂ ਇਹ ਤਾਂ ਵਾਹਿਗੁਰੂ ਦੀ ਮਿਹਰ ਹੋਣੀ ਚਾਹੀਦੀ, ਪੈਸਾ ਤਾਂ ਹੀ ਨਿਕਲੇਗਾ, ਮੇਰੇ ਕਹਿਣ ਨਾਲ ਕੁਝ ਨਹੀਂ ਹੋਣਾ। ਜੇ ਮੈਂ ਕਿਸੇ ਨੂੰ ਕਹਾਂ ਕਰੋੜਪਤੀ ਨੂੰ ਕੋਈ ਲੈ ਤੂੰ ਦੇ ਵੀ ਪੈਸੇ ਦੇ, 50 ਲੱਖ ਦੇ ਜਾਂ 60 ਲੱਖ ਦੇ, ਤੇ ਉਹ ਬੁਰਾ ਮੰਨ ਜਾਏਗਾ ਇਸ ਗੱਲ ਦਾ। ਮੈਂ ਤਾਂ ਇੱਥੇ ਅਪੀਲ ਕਰ ਸਕਦਾ ਕਿ $20 $25 $30 ਕੋਈ ਵੱਡੀ ਗੱਲ ਨਹੀਂ ਹੈ। ਸੋ ਅਗਰ ਇਹੀ ਸਪਾਂਸਰ ਸ਼ੁਰੂ ਕਰਨ ਤਾਂ ਸਾਨੂੰ ਕੋਈ ਲੋੜ ਹੀ ਨਹੀਂ ਕਿਸੇ ਕੋਲ ਪੈਸਾ ਮੰਗਣ ਦੀ ਜਾ ਕੇ। ਠੀਕ ਹੈ ਜੀ। ਸੋ ਇਸੇ ਤਰੀਕੇ ਦੇ ਨਾਲ ਤੁਸੀਂ ਗਰੀਬਾਂ ਦੇ ਲਈ, ਲੋੜਵੰਦਾਂ ਦੇ ਲਈ ਮਕਾਨ ਵੀ ਬਣਾ ਕੇ ਉਹਨਾਂ ਨੂੰ ਦੇ ਰਹੇ ਹੋ? ਹਾਂਜੀ, ਕੁਝ ਪਿੰਡਾਂ ਵਿੱਚ ਜਿਹੜੇ ਮੈਂ ਦੌਰੇ ਕੀਤੇ, ਉੱਥੇ ਕੀ ਸੀ ਕਿ ਬਹੁਤ ਹੀ ਗਰੀਬ ਹੈ, ਜਿਨ੍ਹਾਂ ਦੇ ਥੱਲੇ ਫਰਸ਼ ਨਹੀਂ ਹੈ, ਛੱਤਾਂ ਉੱਤੇ ਹੈ ਨਹੀਂ, ਚੋਰੀਆਂ, ਸਾਈਡਾਂ ਨਹੀਂ ਹੈ, ਬਾਥਰੂਮ ਨਹੀਂ ਹੈ। ਸੋ ਅਸੀਂ ਤਕਰੀਬਨ 100 ਘਰ ਜਿਹੜਾ ਅਸੀਂ ਹੁਣ ਬਣਾ ਰਹੇ ਹਾਂ। ਠੀਕ ਹੈ। ਤੇ ਇਸ ਤਰ੍ਹਾਂ ਇਹ ਕੰਮ ਚੱਲੀ ਜਾ ਰਿਹਾ। ਜਿੱਦਾਂ ਹੁਣ ਪਿੱਛੇ ਇੱਕ ਕੁਸ਼ਟ ਆਸ਼ਰਮ ਹੈ, ਜਿੱਥੇ ਕੋਈ ਜਾਂਦਾ ਹੀ ਨਹੀਂ ਹੈ, ਕੋੜੀਆਂ ਦੇ ਆਸ਼ਰਮ ਦੇ ਵਿੱਚ। ਠੀਕ ਹੈ ਜੀ। ਅਸੀਂ ਉੱਥੇ ਗਏ ਹਾਂ, ਉਹਨਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਆ, ਉਹਨਾਂ ਦੀ ਜਿਹੜੀ 11ਵੀਂ ਤੱਕ ਦੀ ਐਜੂਕੇਸ਼ਨ ਉਹ ਗਵਰਨਮੈਂਟ ਫ੍ਰੀ ਕਰਾਉਂਦੀ ਹੈ, ਲੇਕਿਨ ਉਸ ਤੋਂ ਬਾਅਦ ਜਿਹੜੀ ਹਾਇਰ ਸਟੱਡੀ ਹੈ ਉਹ ਨਹੀਂ ਕਰ ਪਾ ਰਹੇ, ਉਹ ਫਿਰ ਉੱਥੇ ਆ ਕੇ ਬਹਿ ਜਾਂਦੇ ਨੇ। ਸੋ ਉਹਨਾਂ ਦੇ 60 ਬੱਚੇ ਸੀਗੇ ਪਟਿਆਲੇ ਵਿੱਚ, ਇੱਕੋ ਹੀ ਕੁਸ਼ਟ ਆਸ਼ਰਮ ਹੈ ਉੱਥੇ। ਸੋ ਉਹ 60 ਬੱਚਿਆਂ ਦੀ ਜਿਹੜੀ ਰਿਸਪੌਂਸਿਬਿਲਿਟੀ ਸੀ ਹਾਇਰ ਸਟੱਡੀ ਦੀ, ਉਹ ਅਸੀਂ ਸਰਬੱਤ ਦੇ ਭਲੇ ਟਰੱਸਟ ਨੇ ਲੈ ਲਈ ਹੈ ਕਿ ਤੁਸੀਂ ਪੜ੍ਹੋ ਬੇਟਾ, ਕੋਈ ਗੱਲ ਨਹੀਂ। ਉਹਨਾਂ ਦੇ ਤਕਰੀਬਨ 70 ਮਕਾਨ ਹੈਗੇ ਜਿਨ੍ਹਾਂ ਦੀ ਰਿਪੇਅਰਿੰਗ ਹੋਣ ਵਾਲੀ ਹੈ। ਅਸੀਂ ਪਿਛਲੇ ਹਫ਼ਤੇ ਉਹਨਾਂ ਦੀ ਰਿਪੇਅਰਿੰਗ ਵੀ ਸ਼ੁਰੂ ਕਰਾਈ ਹੈ। ਸੋ ਹਰ ਤਰ੍ਹਾਂ ਦੇ ਉੱਥੇ, ਕਿਉਂਕਿ ਪ੍ਰਦੂਸ਼ਣ ਵਧਣ ਦੇ ਨਾਲ ਪਾਣੀ ਤੇ ਹਵਾ, ਇਹ ਦੋ ਮੁੱਢਲੀਆਂ ਜੀਵਨ ਦੇ ਲਈ ਸਾਡੀਆਂ ਲੋੜਾਂ ਨੇ, ਦੋਨੋਂ ਹੀ ਉੱਥੇ ਪ੍ਰਦੂਸ਼ਿਤ ਹੋ ਚੁੱਕੇ ਨੇ। ਸਿੱਟੇ ਵਜੋਂ ਫਿਰ ਤਕਰੀਬਨ ਹਰ ਇੱਕ ਵਿਅਕਤੀ ਉੱਥੇ ਰੋਗੀ ਹੁੰਦਾ ਜਾ ਰਿਹਾ ਹੈ। ਸੋ ਰੋਗੀਆਂ ਦੀ ਸਾਂਭ ਸੰਭਾਲ ਲਈ, ਓਲਡ ਏਜ ਲੋਕਾਂ ਦੀ ਸਾਂਭ ਸੰਭਾਲ ਲਈ ਤੁਸੀਂ ਹਸਪਤਾਲ ਵੀ ਬਣਾ ਰਹੇ ਹੋ? ਇੱਕ ਉੱਥੇ ਹਸਪਤਾਲ ਬਣ ਰਿਹਾ ਜੀ, ਔਰ ਉਸ ਤੋਂ ਇਲਾਵਾ ਅਸੀਂ ਤਕਰੀਬਨ 500 ਬੰਦੇ ਦਾ ਜਿਹੜਾ ਓਲਡ ਏਜ ਹੋਮ ਖੋਲ੍ਹ ਰਹੇ ਹਾਂ ਉੱਥੇ। ਕਿਉਂਕਿ ਮੇਰਾ ਇਹ ਮੰਨਣਾ ਸੀ, ਜਿਸ ਤਰ੍ਹਾਂ ਆਪਾਂ ਸੋਚਿਆ ਹੈ ਕਿ ਇੱਕ ਪਾਸੇ ਡੈਫ ਐਂਡ ਬਲਾਈਂਡ ਬੱਚਿਆਂ ਦਾ ਸਕੂਲ ਹੋ ਗਿਆ, ਇੱਕ ਪਾਸੇ ਮੈਂਟਲੀ ਰਿਟਾਰਡਡ ਬੱਚਿਆਂ ਦਾ ਸਕੂਲ ਹੋ ਗਿਆ, ਇੱਕ ਪਾਸੇ ਓਲਡ ਏਜ ਹੋਮ ਹੋ ਗਿਆ, ਇੱਕੋ ਜਗ੍ਹਾ ਦੇ ਉੱਤੇ। ਸੋ ਉਹ ਆਪਸ ਤਿੰਨੋਂ ਜਿਹੜਾ ਮੇਲ ਖਾਂਦਾ ਹੈ, ਕਿਉਂਕਿ ਜਿਹੜੇ ਬਜ਼ੁਰਗ ਓਲਡ ਏਜ ਹੋਮ 'ਚ ਆ ਰਹੇ ਨੇ ਉਹ ਦੁਖੀ ਹੋ ਕੇ ਆ ਰਹੇ ਨੇ ਘਰੋਂ, ਕਿਉਂਕਿ ਉਹਨਾਂ ਦੇ ਬੱਚੇ ਕੋਲ ਬਹਿੰਦੇ ਨਹੀਂ ਹੈ, ਪੁੱਛਦੇ ਨਹੀਂ ਹੈ, ਕੋਈ ਹੈ ਨਹੀਂ ਹੈ, ਉਹੋ ਜਿਹੇ ਪੇਰੈਂਟਸ ਜਿਹੜੇ ਨੇ। ਸੋ ਉਹਨਾਂ ਪੇਰੈਂਟਸ ਨੂੰ ਇਹ ਬੱਚੇ ਮਿਲ ਜਾਣਗੇ ਤੇ ਬੱਚਿਆਂ ਨੂੰ ਪੇਰੈਂਟਸ ਮਿਲ ਜਾਣਗੇ, ਤੇ ਆਪਸ ਵਿੱਚ ਬੜਾ ਅੱਛਾ ਮੇਲ ਬਣ ਜਾਂਦਾ ਹੈ। ਇਸ ਕਰਕੇ ਮੈਂ ਇੱਕੋ ਜਗ੍ਹਾ ਦੇ ਉੱਤੇ ਇਹ ਸਾਰੇ ਸਕੂਲਸ, ਓਲਡ ਏਜ ਹੋਮ, ਸਾਰਾ ਉਹਨੂੰ ਇਕੱਠਾ ਬਣਾਉਣਾ ਚਾਹੁੰਦਾ। ਸਰਦਾਰ ਮੱਲੀ ਜੀ, ਸਾਡੇ ਇੱਥੇ ਹੁਣ ਸੀਨੀਅਰਸ ਵੱਡੀ ਤਾਦਾਦ ਦੇ ਵਿੱਚ ਪ੍ਰੋਗਰਾਮ ਦੇ ਨਾਲ ਜੁੜੇ ਹੁੰਦੇ ਆ, ਤੇ ਸੀਨੀਅਰਸ ਹੋਮ ਨਾ ਹੋਣ ਕਰਕੇ ਜਾਂ ਲੰਬੀ ਇੰਤਜ਼ਾਰ ਹੋਣ ਕਰਕੇ ਬਹੁਤ ਸਾਰੇ ਸਾਡੇ ਬਜ਼ੁਰਗ ਸੋਚਦੇ ਹੋਣਗੇ ਕਿ ਜੀ ਸ਼ਾਇਦ ਉਹ ਸਰਦਾਰ ਓਬਰਾਏ ਉਹਨਾਂ ਲਈ ਵੀ ਕੁਝ ਕਰ ਸਕਦੇ ਕੈਨੇਡਾ 'ਚ। ਫਿਲਹਾਲ ਤਾਂ ਨਹੀਂ, ਲੇਕਿਨ ਪੋਸੀਬਿਲਿਟੀ ਹੋ ਸਕਦੀ ਹੈ, ਜਿਸ ਤਰ੍ਹਾਂ ਕਿ ਸੀਨੀਅਰ ਹੋਮ ਬਣਾਏ ਜਾ ਸਕਦੇ ਤੇ ਆਪਣੇ ਕਮਿਊਨਿਟੀ ਵੱਲੋਂ, ਜਿੱਥੇ ਕਿ ਉਹਨਾਂ ਨੂੰ ਕੁਝ ਰੀਜ਼ਨੇਬਲ ਰੇਟਸ ਤੇ ਜਿਵੇਂ ਕਿ ਸਰਕਾਰ ਵੱਲੋਂ ਮਿਲਦੇ, ਇਸ ਤਰ੍ਹਾਂ ਮਿਲ ਸਕਦੇ। ਠੀਕ ਹੈ ਜੀ। ਸੋ ਇਹ ਜੇ UAE ਦੇ ਵਿੱਚੋਂ ਤੁਸੀਂ ਸ਼ੁਰੂ ਹੋਏ ਹੋ, ਉੱਥੇ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੀ ਤੁਸੀਂ ਮਦਦ ਕਰਦੇ ਹੋ?
ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਲੋਕਾਂ ਦੀ ਮਦਦ ਕਰਦੇ ਹੋ। ਦੱਸਣਾ ਚਾਹੋਗੇ ਕਿ ਕਿਵੇਂ ਤੁਹਾਨੂੰ ਸੁਭਾਗ ਪ੍ਰਾਪਤ ਹੋਇਆ ਕਿ ਤੁਸੀਂ 54 ਲੋਕਾਂ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ 'ਚ ਸਫਲ ਹੋ ਗਏ? ਉਹ ਇਸ ਤਰ੍ਹਾਂ ਸੀ ਕਿ ਜਿਸਲੇ ਆਪਾਂ ਸਾਰਾ ਦੇਖ ਲਿਆ, ਕੇਸ ਲੜ ਕੇ ਦੇਖ ਲਏ, ਲੇਕਿਨ ਇੱਕ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਜਿਹੜਾ ਇੱਕ ਉਹਨਾਂ ਨੇ ਪ੍ਰੋਵੀਜ਼ਨ ਰੱਖੀ ਹੋਈ ਆਪਣੇ ਇਸਲਾਮ ਧਰਮ ਵਿੱਚ, ਜਿਹੜਾ ਸ਼ਰੀਅਤ ਲਾਅ ਹੈਗਾ, ਉਹ 'ਚ ਉਹਨਾਂ ਨੇ ਰੱਖੀ ਹੈ ਕਿ ਅਗਰ ਕੋਈ ਮਰਡਰ ਹੋ ਜਾਂਦਾ ਤੇ 2 ਲੱਖ ਰੁਪਏ ਉਹਨਾਂ ਨੇ ਫਿਕਸ ਕੀਤਾ ਹੋਇਆ ਗਵਰਨਮੈਂਟ ਨੇ ਕਿ 2 ਲੱਖ ਦਰਾਮ ਇਹਨਾਂ ਨੂੰ ਦੇ ਦਿਓ ਤੇ ਉਹ 'ਚ ਕੰਪਰੋਮਾਈਜ਼ ਹੋ ਜਾਂਦਾ। ਲੇਕਿਨ ਦੂਸਰੇ ਬੰਨੇ ਇਹ ਵੀ ਹੈ ਕਿ ਅਗਰ ਜਿਹੜਾ ਮਰਨ ਵਾਲੀ ਪਾਰਟੀ ਉਹ ਨਹੀਂ ਮੰਨਦੀ, 2 ਲੱਖ ਨਹੀਂ ਮੰਗਦੀ, ਉਹ 20 ਲੱਖ ਮੰਗਦੀ ਹੈ ਜਾਂ $1 ਮਿਲੀਅਨ ਮੰਗਦੀ ਹੈ, ਤੇ ਉਹ ਫਿਰ ਕੋਰਟ ਇਹ ਕਹਿੰਦੀ ਕਿ ਤੁਸੀਂ ਆਊਟ ਆਫ ਦੀ ਕੋਰਟ ਜਾ ਕੇ ਫੈਸਲਾ ਕਰ ਲਓ ਤੇ ਪੇਪਰ ਇੱਥੇ ਲੈ ਦਿਓ। ਇਹ ਜਿੰਨੇ ਵੀ ਫੈਸਲੇ ਸਾਰੇ ਹੋਏ ਨੇ ਇਹ ਸਾਰੇ ਦੀਆ ਮਨੀ ਦੇ ਕਰ, ਬਲੱਡ ਮਨੀ ਦੇ ਕੇ ਹੋਏ ਨੇ। ਇਸ ਤੋਂ ਇਲਾਵਾ ਹੋਰ ਕੋਈ ਰਸਤਾ ਹੀ ਨਹੀਂ ਸੀਗਾ ਜੀ। ਸੋ ਬਲੱਡ ਮਨੀ ਦਿੰਦਿਆਂ ਤੁਹਾਨੂੰ ਕਈ ਵਾਰੀ ਇਹ ਵੀ ਲੱਗਦਾ ਹੈ ਕਿ ਕਈ ਵਾਰੀ ਲੋੜ ਤੋਂ ਜ਼ਿਆਦਾ ਵੱਡੀਆਂ ਰਕਮਾਂ ਮੰਗ ਲਈਆਂ ਜਾਂਦੀਆਂ? ਨਹੀਂ ਮੰਗੀਆਂ। ਹੁਣ ਇਹ 17 ਬੰਦਿਆਂ ਦੇ ਕੇਸ ਵਿੱਚ ਜਿਹੜਾ ਕੇਸ ਸਾਡਾ ਕਿ ਤਕਰੀਬਨ ਜ਼ਿਆਦਾ ਨਾ ਮਿਲੀਏ, ਆਪਾਂ 10 ਟਾਈਮ ਜ਼ਿਆਦਾ ਸਾਨੂੰ ਪੈਸਾ ਦੇਣਾ ਪਿਆ ਇਹਦੇ ਲਈ। ਅੱਛਾ ਜੀ। 10 ਟਾਈਮਸ ਦੇਣਾ ਪਿਆ। ਤੇ ਫਿਰ ਉਹ ਦੇਣਾ ਪਿਆ ਕਿਉਂਕਿ ਉਦੋਂ ਮਤਲਬ ਗੱਲ ਇੱਥੇ ਆ ਕੇ ਰੁਕ ਗਈ ਸੀ ਕਿ 17 ਬੰਦਿਆਂ ਦੀ ਜਾਨ ਦਾ ਸੀਗਾ ਕੰਮ ਇਹ। ਠੀਕ ਹੈ। ਔਰ ਉੱਥੇ ਮੈਂ ਇੱਕ ਨਿਰਣੇ ਕਰ ਲਿਆ ਸੀ ਕਿਉਂਕਿ ਪਤਾ ਨਹੀਂ ਕਿਉਂ ਜਦੋਂ ਮੈਂ ਪੰਜਾਬ 'ਚ ਮਿਲਿਆ ਸੀ ਉਹਦੇ ਪੇਰੈਂਟਸ ਨੂੰ, ਰੋਣਾ ਪਿੱਟਣਾ ਸਾਰਾ, ਉਹਨਾਂ ਨੂੰ ਮੇਰੇ ਮੂੰਹ 'ਚੋਂ ਇੱਕ ਭਾਵ ਨਿਕਲ ਗਿਆ ਸੀ ਇੱਦਾਂ ਹੀ, ਜਿਸ ਤਰ੍ਹਾਂ ਵਾਹਿਗੁਰੂ ਨੇ ਕਹਾਤਾ। ਮੈਂ ਕਿਹਾ ਜੀ ਫਿਕਰ ਨਾ ਕਰੋ, ਤੁਹਾਡੇ ਬੱਚੇ ਕਿਸੇ ਨੂੰ ਫਾਂਸੀ ਨਹੀਂ ਹੁੰਦੀ, ਸਾਰੇ ਘਰਾਂ 'ਚ ਪਹੁੰਚਣਗੇ। ਉਸ ਟਾਈਮ ਤੇ ਤਕਰੀਬਨ 38 ਫੈਮਲੀਆਂ ਮੇਰੇ ਕੋਲ ਬੈਠੀਆਂ ਸੀ ਜਲੰਧਰ ਦੇ ਵਿੱਚ, ਸਾਡੀ ਮੀਟਿੰਗ ਚੱਲ ਰਹੀ ਸੀ, ਸਾਰਿਆਂ ਦੇ ਬੱਚਿਆਂ ਨੂੰ ਫਾਂਸੀ ਸਜ਼ਾ ਸੀਗੀ। ਔਰ 38 ਨੂੰ ਮੈਂ ਕਿਹਾ ਜੀ ਜਿੰਨੀ ਦੇਰ ਮੈਂ ਬੈਠਾ ਮੈਂ ਕੋਸ਼ਿਸ਼ ਕਰਾਂਗਾ ਵਾਹਿਗੁਰੂ ਮਿਹਰ ਰੱਖੇ, ਔਰ ਤੁਸੀਂ ਅਰਦਾਸ ਕਰੋ ਕਿ ਜਿਹੜਾ ਮੈਂ ਸਟੈਪ ਚੱਕਿਆ ਮੈਨੂੰ ਕਾਮਯਾਬੀ ਮਿਲੇ। ਔਰ ਮੈਂ ਪੱਕਾ ਕਹਿ ਰਿਹਾ ਕਿ ਵਾਹਿਗੁਰੂ ਮਿਹਰ ਰੱਖੇਗਾ, ਇਹਨਾਂ 'ਚੋਂ ਇੱਕ ਵੀ ਬੱਚੇ ਨੂੰ ਫਾਂਸੀ ਨਹੀਂ ਹੋਏਗੀ। ਔਰ 38 ਦੇ 38 ਬੱਚੇ ਜਿਹੜੇ ਉਹ ਪੰਜਾਬ ਪਹੁੰਚ ਚੁੱਕੇ ਆ। ਅੱਛਾ, ਇਹ ਵੱਡੀ ਤਾਦਾਦ ਦੇ ਵਿੱਚ ਦੇਖੋ ਸਾਡੇ ਨੌਜਵਾਨ ਉੱਥੇ ਹਨ ਤੇ ਇਹ ਆਉਂਦੇ ਵੀ ਰਹਿਣੇ ਨੇ, ਕਿਉਂਕਿ ਜਿਹੋ ਜਿਹੇ ਹਾਲਾਤ ਅੱਗੇ ਭਾਰਤ ਵਿੱਚ, ਪੰਜਾਬ ਵਿੱਚ ਹਨ, ਉਹਨਾਂ ਤੋਂ ਲੱਗਦਾ ਨਹੀਂਗਾ ਕਿ ਭਾਰਤ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਨੌਜਵਾਨਾਂ ਨਿਕਲ ਕੇ ਬਾਹਰ ਨੌਕਰੀ ਦੀ ਭਾਲ ਵਿੱਚ ਆਉਣੋਂ ਹਟ ਜਾਣਗੇ। ਆਈ ਜਾਣੇ ਆ ਇਹ, ਸੋ ਆਈ ਜਾਣੇ ਆ ਉਹ, ਤੇ ਫਿਰ ਆਉਣ ਵਾਲੇ ਸਮੇਂ 'ਚ ਕਿਵੇਂ ਯਕੀਨੀ ਬਣਾਓਗੇ ਕਿ ਉਹ ਦੁਬਾਰਾ ਜੇਲ੍ਹ ਦੇ ਵਿੱਚ ਇਹੋ ਜਿਹੀਆਂ ਸਜ਼ਾਵਾਂ ਦਾ ਸਾਹਮਣਾ ਨਾ? ਦੇਖੋ ਤੁਹਾਡਾ ਪਹਿਲਾਂ ਵੀ ਕੁਐਸਚਨ ਇਹ ਸੀ ਜੋ ਸਾਡਾ ਅੱਜ ਦਾ ਪ੍ਰੋਗਰਾਮ ਹੈ, ਉਹਦੇ ਮੁਤਾਬਕ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੇ ਵਿੱਚ ਜਿਹੜੇ ਬੱਚੇ ਅੰਦਰ ਜੇਲ੍ਹਾਂ ਜਾ ਰਹੇ, ਕੁਝ ਵੀ ਹੋ ਰਿਹਾ ਨਾ ਜੀ, ਇਹ 'ਚ ਸਭ ਤੋਂ ਵੱਡੇ ਦੋਸ਼ੀ ਮੈਂ ਪੇਰੈਂਟਸ ਨੂੰ ਸਮਝਦਾ। ਪੇਰੈਂਟਸ ਨੂੰ? ਅੱਛਾ ਜੀ। ਸਭ ਤੋਂ ਦੋਸ਼ ਜਿਹੜਾ ਵੱਡਾ ਪੇਰੈਂਟਸ ਦਾ, ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਪਾਰਟ ਅਦਾ ਕਰ ਰਹੇ ਉਹ ਏਜੰਟਸ ਕਰ ਰਹੇ ਆ। ਅੱਛਾ ਜੀ। ਕਿਉਂਕਿ ਪੇਰੈਂਟਸ ਦਾ ਉਹੀ ਤੁਹਾਡੇ ਵਾਲੀ ਗੱਲ ਆ ਗਈ ਕਿ ਪੇਰੈਂਟਸ ਜਿਹੜੇ ਆ ਜਿਸਲੇ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ, ਉਹਨਾਂ ਨੂੰ ਬੱਚੇ ਨੂੰ ਭੇਜਣ ਲੱਗਿਆ, ਲੈਟਰ ਮਿਲ ਗਿਆ ਕਿ ਕੰਪਨੀ ਨੇ ਲੈਟਰ ਦੇ ਦਿੱਤਾ, ਉਹ ਕਿਸੇ ਕੋਲੋਂ ਵੈਰੀਫਾਈ ਨਹੀਂ ਕਰਾਉਣਗੇ। ਏਜੰਟ ਨੇ ਦੱਸਤਾ ਉਹਨਾਂ ਨੂੰ ਵੀ ਆਹ ਦੇਖੋ ਆਹ ਤੁਹਾਡਾ ਹੋ ਗਿਆ ਜੀ, ਤੁਸੀਂ 2 ਲੱਖ ਰੁਪਏ ਦਿਓ, 1.5 ਲੱਖ ਰੁਪਏ ਦਿਓ। ਉਹ ਕਿਸੇ ਨੂੰ ਨਹੀਂ ਪੁੱਛਦੇ, ਕਿਸੇ ਰਿਸ਼ਤੇਦਾਰ ਨਾਲ ਸਲਾਹ ਨਹੀਂ ਕਰਨਗੇ ਕਿ ਕੋਈ ਭਾਨੀ ਮਾਰਨਗੇ, ਕੰਮ ਵਿਗੜ ਜਾਏਗਾ। ਬਗੈਰ ਸੋਚੇ ਸਮਝਿਆ ਉਹ ਚੁੱਪ ਕਰਕੇ ਉਹ ਕਿ ਉਹਨੂੰ ਪੈਸਾ ਦਿੰਦੇ ਨੇ, ਚਾਹੇ ਉਹ ਮਕਾਨ ਗਿਰਵੀ ਰੱਖਣ, ਚਾਹੇ ਉਹ ਵੇਚਣ ਜਾਂ ਕੁਝ ਵੀ ਕਰਨ। ਔਰ ਉਹ ਫਿਰ ਇਹ ਸੋਚ ਲੈਂਦੇ ਨੇ ਕਿ ਅਸੀਂ ਪੈਸੇ ਏਜੰਟ ਨੂੰ ਦੇ ਦਿੱਤੇ ਨੇ ਤੇ ਹੁਣ ਸਾਡਾ ਬੱਚਾ ਸੈੱਟ ਹੋ ਗਿਆ। ਲੇਕਿਨ ਇਹ ਟੋਟਲੀ ਗਲਤ ਹੈ। ਉਹ ਜਿਹੜੇ ਲੈਟਰ ਇਸ਼ੂ ਕੀਤੇ ਜਾਂਦੇ ਨੇ, ਏਜੰਟ ਨੇ ਆਪਣਾ ਪੈਸਾ ਲੈ ਕੇ ਪਾਸੇ ਹੋ ਜਾਣਾ, ਉਹ ਸਾਰੇ ਡੁਪਲੀਕੇਟ ਲੈਟਰ ਨੇ। ਉਹਨਾਂ ਉੱਤੇ ਲਿਖਿਆ ਹੁੰਦਾ ਕਿ ਤੁਹਾਨੂੰ ਅਸੀਂ $500 ਤਨਖਾਹ ਮਿਲੇਗੀ ਉੱਥੇ ਜੀ। ਜਿਸਲੇ ਉੱਥੇ ਪਹੁੰਚਦੇ ਨੇ ਉਹਨਾਂ ਨੂੰ $100 ਤਨਖਾਹ ਮਿਲਦੀ ਹੈ। ਹੁਣ $100 'ਚ ਬੱਚਾ ਸੋਚਦਾ ਹੈ, ਯੰਗ ਏਜ ਆ ਬੱਚਿਆਂ ਦੀ, 20 ਸਾਲ 21 ਸਾਲ ਦੇ ਬੱਚੇ ਸਾਰੇ ਸੀ ਜਿੰਨੇ ਸੀ ਇਹ, ਉਹ ਬੱਚਾ ਫਿਰ ਇਹ ਸੋਚਦਾ ਹੈ ਕਿ ਹੁਣ ਮੈਨੂੰ ਜੇ ਇੰਡੀਅਨ 9000 ਰੁਪਇਆ ਮਿਲਿਆ, ਮੈਨੂੰ ਤਨਖਾਹ ਮਿਲੀ ਹੈ, 9000 'ਚੋਂ 4000 ਰੁਪਇਆ ਮੈਂ ਇੱਥੇ ਖਰਚ ਕਰਾਂਗਾ। ਜਿਹੜਾ ਬਾਕੀ 5000 ਅਗਰ ਮੈਂ ਇੰਡੀਆ ਭੇਜ ਵੀ ਦਿੰਦਾ ਤੇ ਜਿਹੜਾ ਉਹਨਾਂ ਨੇ 1.5 ਲੱਖ ਲੋਨ ਲਿਆ ਹੋਇਆ ਉਹ ਤੇ ਇੰਟਰਸਟ ਇੰਨਾ ਪੈ ਰਿਹਾ ਕਿ ਉਹ 2-2.5 ਸਾਲ ਦਾ ਬੱਚਾ ਸਿਰਫ ਲੋਨ ਹੀ ਲਾਏਗਾ। ਇਹ ਗੱਲਾਂ ਸੋਚਣ ਤੋਂ ਬਾਅਦ ਜਿਹੜਾ ਫਿਰ ਉਹ ਬੱਚਾ ਸੋਚਦਾ ਕਿ ਕਿਉਂ ਨਾ ਕੰਪਨੀ 'ਚੋਂ ਭੱਜਿਆ ਜਾਵੇ। ਉਹ ਫਿਰ ਕੰਪਨੀ 'ਚੋਂ ਭੱਜਦੇ ਨੇ, ਇਲੀਗਲ ਹੋ ਗਏ, ਫਿਰ ਉਹ ਸ਼ਰਾਬ ਦਾ ਧੰਦਾ ਕਰਦੇ ਆ। ਉਹ ਫਿਰ ਈਜ਼ੀ ਮਨੀ ਕਮਾਉਣ ਦੇ ਚੱਕਰ 'ਚ ਬੱਚਾ ਇਹ ਸੋਚਦਾ ਕਿ ਕੋਈ ਨਹੀਂ ਮੈਂ 6 ਮਹੀਨੇ ਗਲਤ ਕੰਮ ਕਰ ਵੀ ਲਵਾਂਗਾ ਤੇ ਇੰਨੇ ਕੁ ਪੈਸੇ ਕਮਾ ਲਾਂਗਾ ਕਿ ਮੇਰੇ ਘਰ ਲੋਨ ਵੀ ਉਧਰ ਜਾਣਗੇ, ਮੇਰੇ ਘਰ ਦੇ ਵੀ ਸੌਖੇ। ਬੱਚਾ ਸੋਚਦਾ ਘਰ ਦੇ ਫੇਵਰ ਵਿੱਚ, ਲੇਕਿਨ ਉਲਟ ਹੋ ਜਾਂਦਾ ਕਿਉਂਕਿ ਉਹ ਐਕਸਪੀਰੀਅੰਸ ਲੈ ਨਹੀਂ ਹੁੰਦਾ ਉਹਨਾਂ ਦਾ। ਅੱਛਾ ਜੀ। ਤੇ ਉਹ ਬੱਚੇ ਫਸ ਜਾਂਦੇ ਨੇ ਇਸ ਕੰਮ ਵਿੱਚ। ਜਿਹਨਾਂ 17 ਨੂੰ ਤੁਸੀਂ ਭਾਰਤ ਲੈ ਕੇ ਗਏ ਆ, ਆਪ ਤੁਸੀਂ ਉਹਨਾਂ ਦੇ ਨਾਲ ਲੰਬਾ ਸਫ਼ਰ ਵੀ ਕੀਤਾ, ਉਹਨਾਂ 'ਚੋਂ ਹੁਣ ਉਹ ਕੀ ਸੋਚਦੇ ਕਿ ਪੰਜਾਬ 'ਚ ਹੀ ਰਹਿਣਗੇ ਕਿ ਫਿਰ ਬਾਹਰ ਆਉਣਗੇ ਦੁਬਾਰਾ? ਨਹੀਂ, ਬਾਹਰ ਤਾਂ ਸੋਚ ਹੀ ਨਹੀਂ ਸਕਦੇ। ਅੱਛਾ ਜੀ। ਮੈਂ ਤੁਹਾਨੂੰ ਦੱਸਾਂਗਾ ਕਿ ਉਹ ਬੱਚੇ ਸਾਰੇ ਇੱਕ ਤਾਂ ਮੈਨੂੰ ਇਹੀ ਕਿਹਾ ਉਹਨਾਂ ਨੇ ਕਿ ਇਹ ਜੀਵਨ ਜਿਹੜਾ ਇਹ ਤੁਹਾਨੂੰ ਸਮਰਪਿਤ ਹੈ। ਅੱਛਾ ਜੀ। ਤੁਸੀਂ ਬਚਾਇਆ। ਦੇਖੋ ਬਚਾਇਆ ਤਾਂ ਵਾਹਿਗੁਰੂ ਨੇ, ਮੈਂ ਤਾਂ ਕੁਝ ਨਹੀਂ ਕਰ ਹੀ ਨਹੀਂ ਸਕਦਾ। ਵਸੀਲਾ ਬਣਿਆ। ਇਹੀ ਰੀਜ਼ਨ ਸੀ ਕਿ ਮੈਂ ਉਹਨਾਂ ਨੂੰ ਦਰਬਾਰ ਸਾਹਿਬ ਲੈ ਕੇ ਗਿਆ ਸੀ। ਦਿੱਲੀ ਉਤਰਿਆ ਸੀ, ਦਿੱਲੀ ਉਤਰ ਕੇ ਮੈਂ ਕਿਤੇ ਨਹੀਂ ਗਿਆ, ਉਹਨਾਂ ਦੇ ਸਾਰੇ ਪੇਰੈਂਟਸ ਨੂੰ ਮੈਂ ਦਰਬਾਰ ਸਾਹਿਬ ਲਾਇਆ ਹੋਇਆ ਸੀਗਾ। ਉੱਥੇ ਇੱਕੋ ਹੀ ਰੀਜ਼ਨ ਸੀ, ਮੈਂ ਕਿਹਾ ਇੱਕ ਤੇ ਜਾਓ ਦੁਬਾਰਾ ਸਿੱਖੀ ਰੂਪ 'ਚ ਆਓ, ਉੱਥੇ ਜਾ ਕੇ ਮੈਂ ਕਿਹਾ ਅਰਦਾਸ ਕਰੋ, ਭੁੱਲਾਂ ਦੀ ਬਖਸ਼ੀਸ਼ ਕਰੋ ਵੀ ਜੋ ਹੋ ਗਿਆ ਵਾਹਿਗੁਰੂ ਪਹਿਲਾਂ ਗਲਤ ਹੋ ਗਿਆ ਜਾਂ ਚੰਗਾ ਜੋ ਵੀ ਹੋ ਗਿਆ ਸਾਨੂੰ ਬਖਸ਼ ਦੇ। ਇੱਥੇ ਉੱਥੋਂ ਅਰਦਾਸ ਕਰਕੇ ਜਿਹੜਾ ਨਵਾਂ ਜੀਵਨ ਤੁਹਾਨੂੰ ਮਿਲਿਆ ਉਹ ਤੁਸੀਂ ਉੱਥੋਂ ਕਹੋ ਵੀ ਅਸੀਂ ਅੱਜ ਤੋਂ ਇਹ ਜੀਵਨ ਜਿਹੜਾ ਇੱਥੋਂ ਸਟਾਰਟ ਕਰ ਰਹੇ ਹਾਂ। ਠੀਕ ਹੈ ਜੀ। ਤੇ ਉਹ ਬੱਚੇ ਸਾਰੇ ਭਾਵਨਾ ਹੈਗੇ ਆ। ਹੁਣ ਜਿਹੜੇ 22 ਜਿਹੜੇ ਅਸੀਂ ਬਣਾ ਰਹੇ ਹਾਂ ਨਾ ਜੀ, ਉੱਥੇ ਜਿਹੜੇ ਸਾਡੇ ਸਰਬੱਤ ਦੇ ਭਲਾ ਟਰਸਟ ਬਣਦੇ, ਇਹਨਾਂ 'ਚੋਂ 2-2 ਬੱਚਿਆਂ ਨੂੰ ਅਸੀਂ ਉੱਥੇ ਲੈ ਰਹੇ ਹਾਂ। ਠੀਕ ਹੈ ਜੀ। ਕਿ ਉਹ ਦਿਨੋਂ ਸੇਵਾ ਕਰਨਗੇ ਸਾਡੇ ਨਾਲ ਉਹ। ਠੀਕ ਹੈ ਜੀ, ਬਹੁਤ ਮਿਹਰਬਾਨੀ। ਚਲੋ ਜੀ, ਇਹ ਤੇ ਸਾਡੇ ਨਾਲ SP ਸਿੰਘ ਓਬਰਾਏ ਪ੍ਰੋਗਰਾਮ ਦੇ ਵਿੱਚ ਦੁਬਈ ਤੋਂ ਕੈਨੇਡਾ ਫੇਰੀ ਦੇ ਦੌਰਾਨ ਆਏ ਹੋਏ ਸਰਦਾਰ ਗੁਰਬਖਸ਼ ਸਿੰਘ ਮੱਲੀ ਹੋਣਾ ਦੇ ਯਤਨਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਤੁਸੀਂ ਜਿਹੜੇ ਲਾਈਨਾਂ ਤੋਂ ਆਏ ਹੋ ਅਸੀਂ ਮਾਫੀ ਚਾਹੁੰਦੇ, ਹੁਣ ਅੱਗੇ ਚੱਲਿਆ ਨਹੀਂ ਜਾਣਾ, ਬਹੁਤਾ ਸਮਾਂ ਬਾਕੀ ਰਹਿ ਨਹੀਂ ਗਿਆ।
ਪਰ ਫਿਰ ਵੀ ਕਿਉਂਕਿ ਹਰ ਉਮਰ ਗਰੁੱਪ ਦੇ ਵਿਅਕਤੀ ਦੀ, ਪ੍ਰਵਾਸੀ ਦੀ, NRI ਦੀ, ਹਾਂਜੀ, ਜਾਂ ਫਿਰ ਵਿਦੇਸ਼ ਦੇ ਵਿੱਚ ਬੈਠੇ ਭਾਰਤੀ ਮੂਲ ਦੇ ਵਿਅਕਤੀ ਦੀ ਉਹਦੀ ਜੀਵਨ ਜਾਂਚ ਦੀ ਨਬਜ਼ ਨੂੰ ਪਛਾਣਦੇ ਨੇ SP ਸਿੰਘ ਓਬਰਾਏ। ਸਾਡੇ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਵੱਡੀ ਤਾਦਾਦ 'ਚ ਲੋਕ ਜੁੜੇ ਹੋਏ ਨੇ, ਰੇਡੀਓ ਦੇ, ਟੈਲੀਵਿਜ਼ਨ ਦੇ। ਕੀ ਕਹਿਣਾ ਚਾਹੁੰਦੇ ਹੋ ਅਖੀਰ 'ਤੇ ਆਪਣੇ ਵੱਲੋਂ? ਇੱਥੇ ਤਾਂ ਮੈਂ ਤਕਰੀਬਨ ਇਹੀ ਅਪੀਲ ਕਰਨੀ ਚਾਹਾਂਗਾ ਆਪਣੇ ਜੋ ਵੀ ਦਰਸ਼ਕ ਸਾਡੇ ਦੇਖ ਰਹੇ ਨੇ ਸਾਰਾ, ਜਾਂ ਜੋ ਸੁਣ ਰਹੇ ਨੇ, ਆਵਾਜ਼ ਸੁਣ ਰਹੇ ਨੇ, ਔਰ ਮੇਰੀ ਇਹੀ ਅਪੀਲ ਹੁੰਦੀ ਹਰ ਵਾਰ, ਤੁਹਾਨੂੰ ਵੀ ਇਹੀ ਅਪੀਲ ਹੈ ਕਿ ਅਸੀਂ ਇੱਥੇ ਬਹਿ ਕੇ ਜੋ ਵੀ ਕਰਨਾ ਚਾਹੁੰਦੇ ਹਾਂ ਤੁਸੀਂ, ਸੋ ਆਪਣੇ ਹੱਥੀਂ ਜਿਹੜਾ ਦਾਨ ਪੁੰਨ ਦੇਣਾ ਉਹ ਆਪ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰ ਰਿਹਾ। ਜਿਸ ਤਰ੍ਹਾਂ ਮੈਂ ਬੱਚੇ ਸਪਾਂਸਰ ਦੀ ਗੱਲ ਕੀਤੀ ਸੀ, ਇੱਕ ਦੋ ਬੱਚੇ ਸਪਾਂਸਰ ਕਰੋ। ਤੁਹਾਨੂੰ ਪਤਾ ਹੋਏਗਾ ਕਿ ਮੈਂ ਕਿਸ ਬੱਚੇ ਨੂੰ ਸਪਾਂਸਰ ਕੀਤਾ, ਕਿਸ ਬੱਚੇ ਨੂੰ ਮੈਂ ਮੈਡੀਕਲ ਕਰਾ ਰਿਹਾ, ਬੱਚੇ ਨੂੰ ਪਤਾ ਹੋਏਗਾ ਕਿ ਮੈਨੂੰ ਪੜ੍ਹਾਉਣ ਵਾਲਾ ਕੌਣ ਹੈਗਾ। ਸੋ ਇਹੀ ਜਿਹੜੀ ਤੁਹਾਡੀ ਕਮਾਈ ਹੈ, ਜਿੱਦਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਦਸਵੰਧ ਕੱਢੋ, ਚਲੋ ਦਸਵੰਧ ਨਹੀਂ ਕੱਢ ਸਕਦੇ, ਅਸੀਂ 2% ਹੀ ਕੱਢੀਏ, ਉਹ 2% ਹੀ ਕਾਫੀ ਰਕਮ ਬਣ ਜਾਂਦੀ ਹੈ। ਔਰ ਮੇਰੇ ਹਿਸਾਬ ਨਾਲ ਮੇਰੀ ਇਹ ਅਪੀਲ ਹੈ ਕਿ ਵਿਧਵਾਵਾਂ ਜਿੱਦਾਂ ਹੈਗੀਆਂ ਉਹਨਾਂ ਨੂੰ ਸਪਾਂਸਰ ਕਰੋ, ਇਹੋ ਜਿਹੇ ਬੱਚਿਆਂ ਨੂੰ ਜਿਹੜੇ ਹਾਇਰ ਸਟੱਡੀ ਪੜ੍ਹਨਾ ਚਾਹੁੰਦੇ ਉਹ ਕਰੋ। ਪੰਜਾਬ ਗੌਰਮੈਂਟ ਨੇ ਹੁਣ ਪਿੱਛੇ ਜਿਹੜੀ ਸਕੀਮ ਕੱਢੀ ਹੈ ਕਿ ਸਕੂਲਸ ਜਿਹੜੇ ਆ ਉਹ ਅਸੀਂ ਸਪਾਂਸਰ ਕਰ ਸਕਦੇ ਹਾਂ। ਸਰਬਤ ਦਾ ਭਲੇ ਵੱਲੋਂ ਅਸੀਂ ਤਕਰੀਬਨ 15 ਸਕੂਲ ਜਿਹੜੇ ਅਸੀਂ ਸਪਾਂਸਰ ਕਰ ਰਹੇ ਹਾਂ। ਸੋ ਤੁਸੀਂ ਵੀ ਇੱਥੇ ਬੈਠੇ ਕੋਈ ਵੀ ਹੈ ਤੇ ਉਹ ਤੁਸੀਂ ਸਕੂਲ ਸਪਾਂਸਰ ਕਰ ਸਕਦੇ ਹੋ। ਜਿਸ ਤਰ੍ਹਾਂ ਸਕੂਲਾਂ ਵਿੱਚ ਟੀਚਰਾਂ ਦੀ ਕਮੀ ਹੈ, ਉਹ ਤੁਸੀਂ ਟੀਚਰ ਰੱਖ ਕੇ ਦੇ ਸਕਦੇ ਹੋ ਉਹਨਾਂ ਨੂੰ, ਬਿਲਡਿੰਗ ਨੂੰ ਤੁਸੀਂ ਕਰ ਸਕਦੇ ਹੋ, ਫਰਨੀਚਰ ਕਰ ਸਕਦੇ ਹੋ। ਇਹੋ ਜਿਹੀ ਜਿਹੜੀਆਂ ਇਹ ਜਿਹੜਾ ਪੈਸਾ ਸਾਲ ਦਾ ਲੱਗਣਾ ਹੈ ਤਕਰੀਬਨ 5 ਲੱਖ ਰੁਪਏ ਤੋਂ ਸ਼ੁਰੂ ਹੋ ਕੇ 25 ਲੱਖ ਤੱਕ ਜਾਂਦਾ ਹੈ। ਪ੍ਰਾਇਮਰੀ ਸਕੂਲ ਦਾ 5 ਲੱਖ ਹੈ, ਮਿਡਲ ਦਾ ਫਿਰ ਤਕਰੀਬਨ 10 ਲੱਖ ਹੋ ਜਾਂਦਾ ਹੈ, 10ਵੀਂ ਦਾ ਜਿਹੜਾ 15 ਲੱਖ ਹੈ, ਇਸ ਤਰ੍ਹਾਂ 20 ਲੱਖ ਹੈ ਅੱਗੇ ਹਾਇਰ ਸੈਕੰਡਰੀ ਦਾ। ਸੋ ਇਸ ਤਰ੍ਹਾਂ ਇਹਨਾਂ ਨੇ ਗਵਰਨਮੈਂਟ ਨੇ ਸਕੀਮ ਕੱਢੀ ਹੈ ਔਰ ਮੇਰੇ ਹਿਸਾਬ ਨਾਲ ਇਹ ਸਕੂਲ ਸਪਾਂਸਰ ਕਰ ਦੇਣੇ ਚਾਹੀਦੇ ਹੈ। ਠੀਕ ਹੈ ਜੀ। ਸੋ ਭਲੇ ਦਾ ਕੰਮ ਕਰਨਾ ਚਾਹੀਦਾ। ਜੇ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਸੰਪਰਕ ਵੀ ਕਰ ਲੈਣਾ। SP ਸਿੰਘ ਓਬਰਾਏ, ਤੁਸੀਂ ਸਰਦਾਰ ਗੁਰਬਖਸ਼ ਸਿੰਘ ਮੱਲੀ ਹੋਣਾ ਨਾਲ ਸੰਪਰਕ ਕਰ ਸਕੋਗੇ। 905 867 4228 ਇਹਨਾਂ ਦਾ ਟੈਲੀਫੋਨ ਨੰਬਰ ਹੈ। ਸਰਦਾਰ ਮੱਲੀ ਜੀ, ਤੁਸੀਂ ਸਰਦਾਰ ਓਬਰਾਏ ਨੂੰ ਸਭ ਤੋਂ ਪਹਿਲਾਂ ਸਟੂਡੀਓ 'ਚ ਪ੍ਰੋਗਰਾਮ 'ਚ ਲੈ ਕੇ ਆਏ, ਤੁਹਾਡਾ ਧੰਨਵਾਦ। ਤੇ ਇਸ ਤੋਂ ਪਹਿਲਾਂ ਤੁਸੀਂ ਜਾਓ ਪ੍ਰੋਗਰਾਮ ਦੇ ਅਖੀਰ 'ਚ ਹੋਰ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ? ਸਭ ਤੋਂ ਪਹਿਲਾਂ ਮੈਂ SP ਓਬਰਾਏ ਜੀ ਨੂੰ ਇੱਥੇ ਪਹਿਲਾਂ ਵੀ ਜੀ ਆਇਆਂ ਕਰ ਚੁੱਕਾ, ਜੀ ਆਇਆਂ ਆਖਦਾ। ਅਤੇ ਮੈਂ ਸਮਝਦਾ ਕਿ ਇੱਥੇ ਆ ਕੇ ਇਹਨਾਂ ਨੇ ਵੱਖਰੇ ਵੱਖਰੇ ਜਿਹੜੇ ਪ੍ਰੋਗਰਾਮ ਅਟੈਂਡ ਕੀਤੇ ਆ ਅਤੇ ਉੱਥੇ ਆਪਣੇ ਜਿਹੜੇ ਕੈਨੇਡੀਅਨ, ਆਪਣੇ ਸਾਊਥ ਏਸ਼ੀਅਨ ਲੋਕ ਕੈਨੇਡਾ ਦੇ ਵਸਦੇ ਆ, ਉਹਨਾਂ ਨੂੰ ਜਾਣਕਾਰੀ ਦਿੱਤੀ ਕਿਹੜੇ ਕਿਹੜੇ ਪ੍ਰੋਜੈਕਟਸ 'ਤੇ ਕੰਮ ਕਰ ਰਹੇ। ਅਤੇ ਮੈਂ ਇਹਨਾਂ ਦੇ ਨਾਲ ਇਸੇ ਕਰਕੇ ਆ ਕਿ ਇਹਨਾਂ ਦੇ ਜਿਹੜੇ ਪ੍ਰੋਜੈਕਟਸ ਹੈ ਉੱਥੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਨੇਪਾਲ ਦੇ ਵਿੱਚ ਸਾਰੇ ਹੀ ਵਧੀਆ ਹਨ। ਅਤੇ ਸਾਨੂੰ ਵੱਧ ਤੋਂ ਵੱਧ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਜਿਹੜਾ ਸਰਬੱਤ ਦਾ ਭਲਾ ਟਰਸਟ ਹੈ ਇਹਨਾਂ ਦਾ ਉਹ ਹੋਰ ਵੀ ਕਾਮਯਾਬੀ ਹਾਸਲ ਕਰ ਸਕੇ ਅਤੇ ਹੋਰ ਵੀ ਸੇਵਾਵਾਂ ਜਿਹੜੀਆਂ ਹੈਗੀਆਂ ਲੋੜਵੰਦਾਂ ਨੂੰ ਮਨੁੱਖਤਾ ਦੀ ਭਲਾਈ ਦੇ ਵਾਸਤੇ ਦੇ ਸਕੇ। ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਦੋਨਾਂ ਹੀ ਸ਼ਖਸੀਅਤਾਂ ਦਾ ਬਹੁਤ ਧੰਨਵਾਦ। ਸਾਡੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਬਹੁਤ ਧੰਨਵਾਦ ਕਿ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਸੀ। ਇਸ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਹੀ ਮੁੱਕਦਾ ਹੈ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।